ਸ਼ਮਾਦਾਨ। ਰੇਡੀਓ ਪੰਜਾਬ ਟੁਡੇ ਸੁਣਨ ਵਾਲੇ तमाम ਸਰੋਤਿਆਂ ਨੂੰ ਮੇਰੇ ਵੱਲੋਂ ਯਾਨੀ ਕਿ ਸਵਰਨ ਸਿੰਘ ਦਾਨੇਵਾਲੀਆ ਵੱਲੋਂ ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਨਿੱਘਾ ਸਵਾਗਤ ਹੈ। ਜੀ ਆਇਆਂ ਜੀ। ਅੱਜ ਦਿਨ ਹੈ ਸੋਮਵਾਰ, ਤਰੀਕ ਹੈ 4 ਸਤੰਬਰ, ਸਮਾਂ ਸ਼ਾਮ ਦੇ 6:30 ਦਾ। ਤੁਸੀਂ ਸਾਡੇ ਨਾਲ ਇਸ ਵਕਤ ਰੇਡੀਓ ਪੰਜਾਬ ਟੁਡੇ ਦੇ ਬਠਿੰਡਾ ਸਟੂਡੀਓ ਤੋਂ ਲਾਈਵ ਜੁੜੇ ਹੋਏ ਹੋ। ਜੇਕਰ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਕੋਈ ਸਾਂਝੇ ਕਰਨੇ ਚਾਹੁੰਦੇ ਹੋ ਇਸ ਪ੍ਰੋਗਰਾਮ ਦੇ ਦੌਰਾਨ, ਤਾਂ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ 9216410666 ਅਤੇ 9814910666। ਇਹ ਦੋ ਨੰਬਰਾਂ ਦੇ ਉੱਤੇ ਤੁਸੀਂ ਕਿਸੇ ਵੀ ਸਮੇਂ ਸਾਡੇ ਨਾਲ ਚੱਲਦੇ ਪ੍ਰੋਗਰਾਮ ਦੇ ਵਿੱਚ ਆਪਣੇ ਵਿਚਾਰ ਸਾਂਝੇ ਕਰ ਸਕਦੇ ਹੋ। ਅੱਜ ਸਾਡੇ ਮਹਿਮਾਨ ਹੋਣਗੇ ਸ਼ਿਵਿੰਦਰ ਜੀ, ਅਤੇ ਸ਼ਿਵਿੰਦਰ ਜੀ ਤੋਂ ਬਾਅਦ ਗੱਲਬਾਤ ਤੋਰਾਂਗੇ ਅਸੀਂ ਡਾਕਟਰ ਸ਼ਿੰਦਰ ਕੌਰ ਹੋਰਾਂ ਦੇ ਨਾਲ, ਅਤੇ ਫਿਰ ਸਰਦਾਰ ਬਖਤੌਰ ਸਿੰਘ ਢਿੱਲੋਂ ਹੋਰਾਂ ਦੇ ਨਾਲ। ਡਾਕਟਰ ਸ਼ਿਵਿੰਦਰ ਕੌਰ ਹੋਰਾਂ ਦੇ ਨਾਲ ਸਾਡਾ ਅੱਜ ਦਾ ਖਾਸ ਜਿਹੜਾ ਵਿਸ਼ਾ ਰਹੇਗਾ ਕਿ ਕੈਨੇਡਾ ਦੇ ਵਿੱਚ ਲਗਾਤਾਰ ਪੰਜਾਬੀ ਨੌਜਵਾਨਾਂ ਦੀਆਂ ਜਿਹੜੀਆਂ ਮੌਤਾਂ ਹੋਣ ਦੀ ਖਬਰ ਆ ਰਹੀ ਹੈ। ਕਿਤੇ ਇੱਕ, ਕਿਤੇ ਦੋ, ਕਿਤੇ ਤਿੰਨ ਦਿਹਾੜੀ ਦੇ ਤਿੰਨ ਜੋ ਨੌਜਵਾਨ ਜਿਹੜੇ ਨੇ ਆਪਦੀ ਜਾਨ ਗਵਾ ਰਹੇ ਨੇ, ਉਹਨਾਂ ਦਾ ਮੇਨ ਕਾਰਨ ਕੀ ਹੈ। ਇਸ ਮਸਲੇ ਦੇ ਉੱਤੇ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰ ਸਕਦੇ ਹੋ। ਕਿਸੇ ਤਰ੍ਹਾਂ ਦਾ ਵੀ ਤੁਸੀਂ ਬਿਜ਼ਨਸ ਕੰਸਟਰਕਟ ਕਰਨਾ, ਐਡੀਸ਼ਨ ਕਰਾਉਣੀ, ਜਾਂ ਸਿਟੀ ਦੀ ਘਰ ਬਣਾਉਣਾ, ਜਾਂ ਸਿਟੀ ਦੀ ਕਿਸੇ ਤਰ੍ਹਾਂ ਦੀ ਵੀ ਆਪਣੀ ਓਬਜੈਕਸ਼ਨ ਰਿਮੂਵ ਕਰਾਉਣੀ ਹੈ, ਤਾਂ ਤੁਸੀਂ ਗੁਰਿੰਦਰ ਗਰੇਵਾਲ ਜਿਹੜੇ ਅਮਰੀਕਾ ਦੇ ਵਾਸ਼ਿੰਗਟਨ ਸਟੇਟ ਦੇ ਬੜੇ ਹੀ ਮਸ਼ਹੂਰ ਬਿਲਡਰ ਨੇ, 206-941-5454। ਨਵਾਂ ਬਿਜ਼ਨਸ ਸ਼ੁਰੂ ਕਰਨਾ, ਨਵੀਂ ਕੰਪਨੀ ਬਣਾਉਣੀ ਹੈ, ਫਰਮ ਬਣਾਉਣੀ ਹੈ, ਜਾਂ ਫਿਰ ਅਕਾਊਂਟਸ ਦੀ ਸੇਵਾਵਾਂ ਲੈਣੀ ਹੈ, ਤਾਂ ਐਕੂਰੇਟ ਅਕਾਊਂਟਸ ਐਂਡ ਟੈਕਸਿਸ ਵਾਲੇ ਮਹਿੰਦਰ ਸਿੰਘ ਸੋਲ ਅਤੇ ਲੋਕਪਾਲ ਸਿੰਘ ਸੋਲ ਹੋਰਾਂ ਦੇ ਨਾਲ 253-520-8886 ਦੇ ਉੱਤੇ ਸੰਪਰਕ ਕਰ ਸਕਦੇ ਹੋ। ਇਹਨਾਂ ਦੀ ਲੋਕੇਸ਼ਨ ਹੈ ਜੀ 24915 104 ਐਵੀਨਿਊ, ਕੈਂਟ, ਵਾਸ਼ਿੰਗਟਨ ਦੇ ਵਿੱਚ। ਸ਼ੈਟਲ ਦੀ ਮਸ਼ਹੂਰ ਟਰੱਕ ਕੰਪਨੀ ਵਾਸ਼ਿੰਗਟਨ ਫਰੇਟ ਸਰਵਿਸ, ਜਿਨ੍ਹਾਂ ਨੂੰ ਓਨਰ, ਆਪਰੇਟਰ ਅਤੇ ਡਰਾਈਵਰਾਂ ਦੀ ਲੋੜ ਹੈ, ਚੰਗੇ ਬੋਨਸ ਦੇ ਨਾਲ ਨਾਲ ਕੰਪਨੀ ਹੋਰ ਸਹੂਲਤਾਂ ਵੀ ਦਿੰਦੀ ਹੈ। ਤੁਸੀਂ ਸੰਪਰਕ ਕਰ ਸਕਦੇ ਹੋ ਜਗਦੇਵ ਸੰਧੂ ਹੋਰਾਂ ਨਾਲ 2532666924 ਜਾਂ 2063544060 'ਤੇ। ਅਮਰੀਕਾ ਦੀ ਮਸ਼ਹੂਰ ਲਾ ਫਰਮ ਗੈਲ ਐਂਡ ਗੈਲ, ਜਿਹੜੀ ਕਿ ਲਗਾਤਾਰ 1987 ਤੋਂ ਹਜ਼ਾਰਾਂ ਹੀ ਸਿੱਖਾਂ ਨੂੰ ਅਮਰੀਕਾ ਦੇ ਵਿੱਚ ਪੱਕੇ ਕਰਵਾ ਚੁੱਕੀ ਹੈ। ਤੁਹਾਡਾ ਬੱਚਾ ਰਸਤੇ ਦੇ ਵਿੱਚ ਜਾ ਰਿਹਾ ਹੈ, ਜਾਂ ਫਿਰ ਬਾਰਡਰ ਪਾਰ ਕਰ ਚੁੱਕਿਆ ਜਾਂ ਕਰਨਾ, ਅਤੇ ਤੁਹਾਨੂੰ ਉਸ ਤੋਂ ਪਹਿਲਾਂ ਹੀ ਵਕੀਲ ਚਾਹੀਦਾ, ਤਾਂ ਤੁਸੀਂ ਫਿਰ ਐਮੀ ਗਿੱਲ ਜਿਹੜੇ ਨੇ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ। ਨਿਊਯਾਰਕ ਦਾ ਸਮੇਂ ਦੇ ਮੁਤਾਬਕ ਅਮਰੀਕਾ ਦੇ ਕਿਤੇ ਵੀ ਤੁਸੀਂ ਇਹਨਾਂ ਤੋਂ ਕੇਸ ਲਵਾ ਸਕਦੇ ਹੋ, ਭਾਵੇਂ ਉਹ ਬੇ ਏਰੀਆ ਹੋਵੇ, ਕੈਲੀਫੋਰਨੀਆ ਹੋਵੇ, ਜਾਂ ਕਿਤੇ ਵੀ ਹੋਵੇ, ਤੁਹਾਡੇ ਲਈ ਕੇਸ ਲੜਦੇ ਨੇ। 2126192859 ਨਿਊਯਾਰਕ ਦੇ ਸਮੇਂ ਮੁਤਾਬਕ ਤੁਸੀਂ ਆਫਿਸ 'ਚ ਕਾਲ ਕਰ ਸਕਦੇ ਹੋ, ਜਾਂ ਫਿਰ ਕਦੇ ਵੀ ਕਿਸੇ ਵੀ ਸਮੇਂ ਕਾਲ ਕਰਨੀ ਹੈ ਵਟਸਐਪ ਦੇ ਉੱਤੇ ਮੈਸੇਜ ਛੱਡ ਦਿਓ, ਜਾਂ ਵਟਸਐਪ ਕਾਲ ਕਰ ਲਓ। ਅਮਰੀਕਾ ਦਾ ਕੋਡ ਲਾ ਕੇ ਰਾਜਵੀਰ ਸਿੰਘ ਹੋਰੀ ਨਾਲ ਪੰਜਾਬੀ ਦੇ ਵਿੱਚ ਗੱਲਬਾਤ ਕਰ ਸਕਦੇ ਹੋ। 7186121188 718-612-1188 ਦੇ ਉੱਤੇ। ਮੇਰੇ ਨਾਲ ਇਸ ਵਕਤ ਫੋਨ ਲਾਈਨ 'ਤੇ ਸ਼ਿਵਿੰਦਰ ਜੀ ਜੁੜ ਗਏ ਨੇ, ਮੇਰੇ ਸਹਿਯੋਗੀ। ਸ਼ਿਵਿੰਦਰ ਜੀ ਸਤਿ ਸ਼੍ਰੀ ਅਕਾਲ। ਸ਼ੁਕਰੀਆ ਜਨਰਲ ਸਾਹਿਬ, ਮਿਹਰਬਾਨੀ ਜੀ। ਜੀ ਸ਼ਿਵਿੰਦਰ ਜੀ, ਸਭ ਤੋਂ ਪਹਿਲਾਂ ਜਿਹੜੀ ਇੱਕ ਠੀਕ ਹੈ ਨੀਅਤ ਦਾ ਫਰਕ ਹੁੰਦਾ, ਨੀਅਤ ਕਿਹੜੀ ਦੇ ਨਾਲ ਕੋਈ ਕੰਮ ਕਰਦੇ ਆ, ਨੀਅਤ ਕਰਨ ਵਾਲੇ ਦੀ ਸ਼ੰਕਾ ਕੀ ਹੈ। ਬੜਾ ਪਹਿਲਾਂ ਵੀ ਇੱਕ ਆਵਾਜ਼ ਉੱਠੀ ਸੀ ਬੜੇ ਲੰਮੇ ਸਮੇਂ ਪਹਿਲਾਂ ਕਿ ਭਾਰਤ ਦੀਆਂ ਜਿਹੜੀਆਂ ਸਾਰੀਆਂ ਵਿਧਾਨ ਸਭਾ ਦੀਆਂ ਚੋਣਾਂ ਨੇ ਅਤੇ ਲੋਕ ਸਭਾ ਦੀਆਂ ਚੋਣਾਂ ਇੱਕੇ ਸਮੇਂ ਕਰਵਾਈਆਂ ਜਾਣ, ਤਾਂ ਜੋ ਜਿਹੜਾ ਖੱਜਲ ਖੁਆਰੀ ਹੈ, ਸਮੇਂ ਦੀ ਬਰਬਾਦੀ ਹੈ, ਪੈਸੇ ਦੀ ਬਰਬਾਦੀ ਹੈ, ਇਹ ਜਿਹੜੀ ਹੈ ਇੱਕ ਇਕੱਠੀ ਹੋ ਜੇ। ਠੀਕ ਹੈ ਜੀ, ਮੈਂ ਤਾਂ ਬਰਬਾਦੀ ਤਾਂ ਹੀ ਆਖਿਆ ਕਿਉਂਕਿ ਪਤਾ ਹੀ ਹੈ ਜਿਹੋ ਜਿਹੀਆਂ ਸਰਕਾਰਾਂ ਅੱਗੇ ਕੰਮ ਕਰਦੀਆਂ ਨੇ। ਪਰ ਹੁਣ ਜਦੋਂ ਇੱਕ ਹਿੰਦੂ ਰਾਸ਼ਟਰ ਦੇ ਨਾਂ ਦੇ ਹੇਠ ਗੱਲਾਂ ਚੱਲ ਰਹੀਆਂ ਨੇ, ਹਿੰਦੂ ਰਾਸ਼ਟਰ ਦੀ ਹਮੇਸ਼ਾ ਗੱਲ ਹੋ ਰਹੀ ਹੈ, ਸੰਵਿਧਾਨ ਬਦਲਣ ਦੀਆਂ ਗੱਲਾਂ ਹੋ ਰਹੀਆਂ, ਜਿਹੜਾ ਸੰਸਦ ਭਵਨ ਆ ਉਹਦੀ ਰੂਪ ਰੇਖਾ ਬਦਲ ਦਿੱਤੀ ਗਈ ਹੈ, IPC ਦੀ ਜਿਹੜੀ ਹੈ ਟਰਮੀਨੋਲੋਜੀ ਚੇਂਜ ਕਰਕੇ ਰੱਖ ਦਿੱਤੀ ਹੈ, ਉਹਦੇ ਅੰਦਰ ਦੀਆਂ ਧਾਰਾਵਾਂ ਚੇਂਜ ਕਰਕੇ ਰੱਖ ਦਿੱਤੀਆਂ ਨੇ। ਹੁਣ ਇਹਦੇ ਪਿੱਛੇ ਅਸਲ ਜਿਹੜੀ ਹੈ ਸ਼ੰਕੇ ਜਿਹੜੇ ਨੇ, ਉਹ ਅਸਲੀਅਤ ਕੀ ਹੈ, ਉਹ ਸ਼ੰਕਿਆਂ ਦੀ ਅਸਲੀਅਤ ਕੀ ਹੈ? ਜਨਰਲ ਸਾਹਿਬ, ਬੀਜੇਪੀ ਵੱਲੋਂ ਹੁਣ ਇੱਕ ਮੁਹਿੰਮ ਆਪਣਾ ਕਵਾਇਦ ਸ਼ੁਰੂ ਕਰ ਦਿੱਤੀ ਗਈ ਹੈ ਜੀ ਕਿ ਭਾਰਤ ਦੇ ਵਿੱਚ ਜੋ ਲੋਕ ਸਭਾ ਦੀਆਂ ਚੋਣਾਂ, ਉਹਦੇ ਨਾਲ ਹੀ ਵਿਧਾਨ ਸਭਾ ਦੀਆਂ ਕੀ ਤੁਹਾਡੀਆਂ ਪੰਚਾਇਤੀ ਨਗਰ ਨਿਗਮ ਸਾਰੀਆਂ ਇਕੱਠੀਆਂ ਹੋ ਜਾਇਆ ਕਰਨ ਜੀ। ਫਿਰ ਇਹਨਾਂ ਨੇ ਇਹਦੇ ਲਈ ਸਲੋਗਨ ਦਿੱਤਾ ਕਿ ਇੱਕ ਰਾਸ਼ਟਰ ਇੱਕ ਚੋਣ ਜੀ। ਤੇ ਇਹਦੇ ਵਾਸਤੇ ਦਲੀਲ ਇਹ ਦਿੱਤੀ ਹੈ ਕਿ ਜਿਹੜੀ ਕਿ ਆਮ ਲੋਕਾਂ ਨੂੰ ਅਪੀਲ ਕਰ ਸਕਦੀ ਆ ਵੀ ਹਾਂ ਜੀ ਦੇਖੋ ਚੋਣਾਂ ਉੱਤੇ ਇੰਨਾ ਖਰਚਾ ਹੁੰਦਾ ਤੇ ਇਸ ਕਰਕੇ ਖਰਚਾ ਬਚ ਜਾਊਗਾ।
ਤੇ ਇਹ ਉਹਨਾਂ ਦੀ ਦਲੀਲ ਹੈਗੀ ਹੈ। ਜੀ। ਤੇ ਇਸ ਦਲੀਲ ਦੇ ਨਾਲ ਉਹ ਕਹਿੰਦੇ ਨੇ ਕਿ ਵੀ ਸਾਰੇ ਮੁਲਕ ਦੇ ਵਿੱਚ ਇੱਕੋ ਟਾਈਮ ਹੋਵੇ। ਫਿਰ ਦਲੀਲ ਇਹ ਵੀ ਦਿੰਦੇ ਨੇ ਕਿ ਦੇਖੋ ਜੀ 7 ਦੇ ਵਿੱਚ ਤੱਕ ਤਾਂ ਚੋਣਾਂ ਇਕੱਠੀਆਂ ਹੁੰਦੀਆਂ ਰਹੀਆਂ ਸੀਗੀਆਂ ਤੇ ਹੁਣ ਬਾਅਦ ਚ ਅਲੱਗ-ਅਲੱਗ ਹੋਣ ਲੱਗੀਆਂ, ਫਿਰ ਅਸੀਂ ਕਿਉਂ ਨਹੀਂ ਕਰ ਸਕਦੇ? ਇਹ ਚੀਜ਼ ਨੂੰ ਦੇਖੋ ਐਂ ਸਮਝਿਆ ਜਾ ਸਕਦਾ। ਦੇਖੋ ਜਦੋਂ ਭਾਰਤ ਆਜ਼ਾਦ ਹੋਇਆ ਉਦੋਂ ਇਕੱਠੀਆਂ ਚੋਣਾਂ ਹੋਣੀਆਂ ਸੀਗੀਆਂ, ਲੋਕ ਸਭਾ ਦੀਆਂ ਵੀ ਤੇ ਵਿਧਾਨ ਸਭਾਵਾਂ ਦੀਆਂ, ਕਿਉਂਕਿ ਮੁਲਕ ਇੱਕੋ ਹੀ ਸਮੇਂ ਆਜ਼ਾਦ ਹੋਇਆ, ਠੀਕ ਹੈ ਨਾ। ਤੇ ਉਦੋਂ ਸਾਨੂੰ ਯਾਦ, ਕਿਉਂਕਿ ਅਸੀਂ ਤਾਂ ਨਹੀਂ ਜੰਮੇ ਸੀਗੇ, ਸਾਡੇ ਬਜ਼ੁਰਗ ਦੱਸਦੇ ਹੁੰਦੇ ਸੀਗੇ ਕਿ ਉਦੋਂ ਪਿੰਡਾਂ 'ਚ ਕਹਿੰਦੇ ਹੁੰਦੇ ਸੀਗੇ ਲੀਡਰ, ਪੰਜਾਬ ਲੈਵਲ ਦੇ ਲੀਡਰ ਕਹਿੰਦੇ ਸੀ ਕਿ ਯਾਰ ਉੱਤੇ ਵਾਲੀ ਜਿਹਨੂੰ ਮਰਜ਼ੀ ਵੋਟ ਪਾਇਓ, ਥੱਲੇ ਵਾਲੀ ਸਾਡੀ ਪਾਰਟੀ ਨੂੰ ਪਾਇਓ। ਉੱਤੇ ਵਾਲੀ ਸਭਾ ਦੀ, ਲੋਕ ਸਭਾ ਦੀ ਬਹੁਤੀ ਪਰਵਾਹ ਨਹੀਂ ਕੀਤੀ ਜਾਂਦੀ ਹੁੰਦੀ ਸੀਗੀ ਵੀ ਚੱਲ ਕੋਈ ਨਾ ਪਾ ਦਿਓ ਉੱਤੇ ਵਾਲੀ ਜਿਹਨੂੰ ਮਰਜ਼ੀ, ਪਰ ਥੱਲੇ ਵਾਲੀ ਆਪਣੇ ਬੰਦੇ ਨੂੰ ਜਿਤਾਉਣੀ ਆ। ਤੇ ਇਹ ਆਈਆਂ ਜਿਵੇਂ ਪੰਚੀ ਸਰਪੰਚ ਦੀ ਵੋਟ ਹੁੰਦੀ ਹੈ, ਆਪਾਂ ਪਿੰਡਾਂ 'ਚ ਦੇਖਦੇ ਹੁੰਦੇ ਹਾਂ ਥੱਲੇ ਵਾਲੀ, ਉਦੋਂ ਆਈ ਰਿਹਾ। ਹੁਣ 67 ਤੱਕ ਜਿਹੜਾ 67 ਤੱਕ ਚੱਲਦਾ ਰਿਹਾ ਉਹ ਬਦਲਿਆ ਕਿਉਂਕਿ ਵਿੱਚ ਦੀ ਸਰਕਾਰਾਂ ਭੰਗ ਹੋਈਆਂ, 2-3 ਕੇਰਲ ਦੀ ਸਰਕਾਰ ਭੰਗ ਕਰਤੀ, ਹੋਰ ਜਿਹੜੀਆਂ ਨਾਨ ਕਾਂਗਰਸੀ ਸਰਕਾਰਾਂ ਕਾਂਗਰਸ ਨੇ ਭੰਗ ਕੀਤੀਆਂ। ਹੁਣ ਮੰਨ ਲਓ ਕਿ ਜੇ ਹੁਣ ਕੋਈ ਸਰਕਾਰ ਭੰਗ ਕੀਤੀ ਜਾਂਦੀ ਹੈ, ਉਹ ਤਾਂ ਫਿਰ ਆਪਣਾ ਟਾਈਮ ਪੀਰੀਅਡ ਅੱਗੇ ਜਾ ਕੇ 5 ਸਾਲ ਦੀ ਉਹਨੇ ਪੂਰੀ ਕਰਨੀ ਹੈ, ਉਹਦੇ ਵਿੱਚ ਵਿੱਚ ਪੈ ਗਈ। ਜਾਂ ਫਿਰ ਕੋਈ ਨਵਾਂ ਸੂਬਾ ਬਣ ਗਿਆ, ਕਿਉਂਕਿ ਪਹਿਲਾਂ ਭਾਰਤ ਦੇ ਜਿੰਨੇ ਸੂਬੇ ਸੀ ਉਹ ਤੋਂ ਬਾਅਦ ਕਈ ਸਾਰੇ ਨਵੇਂ ਸੂਬੇ ਬਣੇ। 60 ਤੋਂ ਬਾਅਦ ਜਿਵੇਂ 62 ਦੇ ਵਿੱਚ ਇਹ ਗੋਆ ਸਾਡੇ ਵਿੱਚ ਸ਼ਾਮਲ ਹੋਇਆ, ਕੁਛ ਚਿਰ ਇਹ ਆਪਣਾ ਯੂਨੀਅਨ ਟੈਰੇਟਰੀ ਰਿਹਾ, ਫਿਰ ਇਹ ਸੂਬਾ ਬਣ ਗਿਆ। 66 ਵਿੱਚ ਪੰਜਾਬ ਦਾ ਪੁਨਰਗਠਨ ਜਦੋਂ ਹੁੰਦਾ ਹੈ ਉਦੋਂ ਪੰਜਾਬ ਨਵਾਂ ਸੂਬਾ ਬਣ ਜਾਂਦਾ ਹੈ। ਇਹਨਾਂ ਕਈ ਇਸ ਤਰ੍ਹਾਂ ਹੀ 70 ਦੇ ਲਾਗੇ ਜਾਗੇ ਸ਼ਿਮਲਾ ਜਿਹੜਾ ਯੂਨੀਅਨ ਟੈਰੇਟਰੀ ਤੋਂ ਇਹਨਾਂ ਨੇ ਸੂਬਾ ਬਣਾ ਦਿੱਤਾ ਸੀਗਾ। ਇਹਦਾ ਕਈ ਕੁਛ ਹੁੰਦਾ ਉਹਦੇ ਕਰਕੇ। ਅੱਛਾ, ਕਈ ਸਰਕਾਰਾਂ ਫਿਰ ਇਹ 356 ਲਾ ਕੇ ਤੋੜ ਦਿੱਤੀਆਂ ਜਾਂਦੀਆਂ ਸੀਗੀਆਂ, ਧਾਰਾ 356 ਤਹਿਤ ਉਹ ਤੋੜੀਆਂ ਗਈਆਂ। ਕਈ ਤੇ ਕਿਸੇ ਨੇ ਸਪੋਰਟ ਬਾਕਸ ਲੈ ਲਈ ਜੀ, ਕੋਲੀਸ਼ਨ ਸਰਕਾਰਾਂ ਦਾ ਦੌਰ ਸੀ। ਇਹ ਮਤਲਬ ਕੋਈ ਸੋਚੀ ਸਮਝੀ ਸਾਜ਼ਿਸ਼ ਤਹਿਤ ਨਹੀਂ ਸਰਕਾਰਾਂ 67 ਤੋਂ ਬਾਅਦ ਉੱਤੇ ਥੱਲੇ ਹੋਣ ਲੱਗੀਆਂ। ਇਹ ਇੱਕ ਪ੍ਰਕਿਰਿਆ ਸੀ ਜਿਹਦੇ ਵਿੱਚ ਕਦੇ ਸਰਕਾਰ ਜਿਹੜੀ ਹੈਗੀ ਆ ਤੋੜੀ, ਕਦੇ ਟੁੱਟ ਗਈ, ਕਦੇ ਕੁਛ ਹੋ ਗਿਆ ਜਾਂ ਕੋਈ ਨਵਾਂ ਸੂਬਾ ਬਣ ਗਿਆ। ਇਸ ਲਈ ਇਹ ਬੀਜੇਪੀ ਦੀ ਦਲੀਲ ਗਲਤ ਆ ਵੀ ਆਪਣੇ ਆਪ ਹੀ ਕੋਈ 67 ਤੋਂ ਬਾਅਦ ਇਹੋ ਜਿਹਾ ਕੁਛ ਬਣ ਗਿਆ ਵੀ ਅਲੱਗ-ਅਲੱਗ ਹੋਣ ਲੱਗ ਗਈਆਂ, ਪਹਿਲਾਂ ਇਕੱਠੀਆਂ ਹੁੰਦੀਆਂ ਸੀ। ਉਹਦਾ ਇੱਕ ਇਤਿਹਾਸਕ ਪ੍ਰਕਿਰਿਆ ਰਹੀ ਹੈ, ਨੰਬਰ 1। ਨੰਬਰ 2 ਕਿ ਫਿਰ ਇਹ ਕਹਿੰਦੇ ਕਿ ਜਿਹੜੀ ਨਾਲ ਦੀ ਨਾਲ ਹੀ ਹੋ ਜਾ ਕਰੂ, ਇਹਦੇ ਵਿੱਚ ਇਹਨਾਂ ਨੂੰ ਕੀ ਫਾਇਦਾ ਹੈਗਾ? ਪਹਿਲੀ ਗੱਲ ਤਾਂ ਹੈਗਾ ਕਿ ਆਹ ਦਲੀਲ ਤਾਂ ਨਹੀਂ ਹੈਗੀ ਠੀਕ, ਕਿਉਂਕਿ ਲੋਕਾਂ ਨੂੰ ਲੱਗ ਸਕਦਾ ਵੀ ਚੋਣਾਂ ਜਿਹੜੀਆਂ ਨੇ ਦੇਖੋ ਜੀ ਉਹ ਤਾਂ ਖਰਚਾ ਬਚ ਜੂਗਾ, ਪਰ ਉਹ ਦਲੀਲ ਤਾਂ ਨਹੀਂ ਹੈਗੀ ਕਿਉਂਕਿ ਉਹਦਾ ਕਾਰਨ ਕੀ ਹੈ ਕਿ ਇੱਕ ਤਾਂ ਇਹਦੇ ਵਿੱਚ ਫਾਇਦਾ ਬੀਜੇਪੀ ਦੇਖ ਰਹੀ ਆ। ਸਾਡੇ ਨਾ ਲੋਕ ਸਭਾ ਵਿੱਚ ਤੇ ਵਿਧਾਨ ਸਭਾਵਾਂ ਦੀਆਂ ਚੋਣਾਂ ਦੇ ਵਿੱਚ ਸੁਭਾਅ 'ਚ ਫਰਕ ਹੁੰਦਾ, ਕਿਉਂਕਿ ਲੋਕ ਸਭਾ ਦੇ ਕੁਝ ਇਸ਼ੂ ਹੋਰ ਹੁੰਦੇ ਨੇ, ਵਿਧਾਨ ਸਭਾਵਾਂ ਦੇ ਇਸ਼ੂ ਕੁਝ ਹੋਰ ਹੁੰਦੇ ਨੇ। ਉਦਾਹਰਨ ਦੇ ਤੌਰ ਤੇ ਛੱਤੀਸਗੜ੍ਹ ਦੇ ਵਿੱਚ ਕਾਂਗਰਸ ਪਾਰਟੀ ਨੇ ਬੜੀ ਤਕੜੀ ਜਿੱਤ ਹਾਸਲ ਕੀਤੀ ਵਿਧਾਨ ਸਭਾ ਦੇ ਵਿੱਚ 19 ਦੇ ਉਸ ਤੋਂ ਬਾਅਦ ਵਿੱਚ 18 ਦੇ ਲਾਗੇ 18 ਦੇ ਐਂਡ ਦੇ ਵਿੱਚ ਤੇ ਰਿਕਾਰਡ ਤੋੜ ਜਿੱਤ ਸੀ। ਪਰ ਜਿਵੇਂ ਹੀ ਲੋਕ ਸਭਾ ਦੀ ਚੋਣ ਆਈ ਉਹਦੇ ਵਿੱਚ ਉਹ ਹਾਰ ਜਾਂਦੀ ਹੈ। ਹਾਲਾਂਕਿ ਫਰਕ ਤਾਂ 4 ਮਹੀਨਿਆਂ ਦਾ ਹੀ ਹੈ ਤੇ ਇਹਦਾ ਮਤਲਬ ਕੀ ਹੈ? ਇਸੇ ਤਰ੍ਹਾਂ ਗੁਜਰਾਤ ਵਿੱਚ ਐਤਕੀ ਤਾਂ ਨਹੀਂ, ਪਰ ਪਿਛਲੀ ਉਦਾਹਰਨਾਂ ਦੇ ਦਿੰਦਾ ਮੈਂ ਤੁਹਾਨੂੰ। ਪਿਛਲੀ ਵਾਰ ਗੁਜਰਾਤ 'ਚ ਬੀਜੇਪੀ ਮਸਾਂ ਬਣੀ ਕਿਉਂਕਿ ਥੋੜਾ ਹੀ ਫਰਕ ਰਹਿ ਗਿਆ ਸੀਗਾ, ਕਾਂਗਰਸ ਨੇ ਤਕੜਾ ਪਰਫਾਰਮੈਂਸ ਕੀਤੀ। ਪਰ ਜਿਵੇਂ ਲੋਕ ਸਭਾ ਦੀ ਚੋਣ ਆਈ ਮੋਦੀ ਦੇ 26 ਦੇ 26 ਸੀਟਾਂ ਜਿੱਤ ਕੇ ਲੈ ਗਈ। ਇਸੇ ਤਰ੍ਹਾਂ ਹੀ ਰਾਜਸਥਾਨ 'ਚ ਹੁੰਦਾ, ਲੋਕ ਸਭਾ ਦੇ ਵਿੱਚ ਵੱਡੀ ਜਿੱਤ ਹਾਸਲ ਹੁੰਦੀ ਹੈ ਪਰ ਵਿਧਾਨ ਸਭਾ ਦੇ ਵਿੱਚ ਕਾਂਗਰਸ ਦੀ ਸਰਕਾਰ ਆ ਜਾਂਦੀ ਹੈ। ਮੱਧ ਪ੍ਰਦੇਸ਼ ਦੀ ਉਦਾਹਰਨ ਦੇ ਸਕਦਾ। ਮੱਧ ਪ੍ਰਦੇਸ਼ ਦੇ ਵਿੱਚ ਕਿਉਂਕਿ ਸਰਕਾਰ ਕਾਂਗਰਸ ਦੀ ਬਣੀ ਸੀਗੀ ਪਰ ਉਹ ਬਾਅਦ ਵਿੱਚ ਉਹਨਾਂ ਨੇ ਤੋੜ ਲਈ ਸੀਗੀ, ਕਾਂਗਰਸ ਬਣੀ ਸਰਕਾਰ, ਕਾਂਗਰਸ ਦੀ ਆਪਣੀ, ਤੇ ਲੋਕ ਸਭਾ ਵਿੱਚ ਬੀਜੇਪੀ ਅੱਗੇ ਸੀ। ਇਹਦਾ ਮਤਲਬ ਕੀ ਹੈ ਕਿ ਲੋਕ ਸਭਾ ਦੇ ਵਿੱਚ ਇੱਕ ਤਾਂ ਲੋਕ ਸਭਾ ਤੇ ਵਿਧਾਨ ਸਭਾਵਾਂ ਦੇ ਮੁੱਦੇ ਵੱਖਰੇ ਹੁੰਦੇ ਆ। ਦੂਜਾ ਇੱਕ ਜਿਹੜੀ ਅੱਜ ਕੱਲ੍ਹ ਨਾ ਇੱਕ ਲੀਡਰ ਦੇ ਕਰਕੇ ਜਿਹੜੀ ਉਹ ਹੋਣ ਲੱਗੀ ਆ ਵੀ ਇੱਕ ਲੀਡਰ ਦਾ ਜਿਵੇਂ ਕਦੇ ਪਾਰਟੀ ਨਾਲੋਂ ਲੀਡਰ ਦੀ ਜਿਹੜੀ ਹੈ ਲੀਡਰ ਉੱਚੇ ਹੋ ਗਿਆ। ਉਹਦੇ ਵਿੱਚ ਕੀ ਆ ਕਿ ਉਦੋਂ ਮੋਦੀ ਜੀ ਨਾਲ ਵੋਟ ਪੈ ਗਈ ਤੇ ਵਿਧਾਨ ਸਭਾ ਦੇ ਵਿੱਚ ਮੁੱਦੇ ਹੋਰ ਹੁੰਦੇ ਆ। ਹੁਣ ਜਦੋਂ ਇਹ ਕਹਿੰਦੇ ਨੇ ਕਿ ਇਕੱਠੀ ਕਰ ਦੋ, ਉਦੋਂ ਕੀ ਹੋਊਗਾ ਕਿ ਜਿਹੜੇ ਸੂਬਿਆਂ ਦੇ ਮੁੱਦੇ ਨੇ ਉਹ ਪਿੱਛੇ ਰਹਿ ਜਾਣਗੇ। ਉਦੋਂ ਤਾਂ ਹੀ ਹੁੰਦਾ ਵੀ ਚੱਲ ਯਾਰ ਹੁਣ ਮੋਦੀ ਨੂੰ ਹੀ ਵੋਟ ਪਾਉਣੀ ਹੈ। ਫਿਰ ਉਦੋਂ ਨਾ ਇੱਕ ਤਾਂ ਵਿਧਾਨ ਸਭਾ ਦੀ ਫੁਕਤ ਘੱਟ ਜਾਊਗੀ, ਉਹਦੇ ਵਿੱਚ ਹੀ ਵਿਧਾਨ ਸਭਾ ਦੇ ਮੁੱਦੇ ਪਰਾਂ ਹੋ ਕੇ ਉਹ ਮੋਦੀ ਨੂੰ ਵੋਟ ਪਾਉਂਦੇ ਬੰਦੇ ਜਿਹੜੇ ਹੈਗੇ ਤੁਹਾਡੇ ਵਿਧਾਨ ਸਭਾ ਵਾਲੀ ਵੀ ਬੀਜੇਪੀ ਨੂੰ ਚਲੀ ਜਾਊਗੀ। ਇਹ ਬੀਜੇਪੀ ਨੂੰ ਪਤਾ ਹੈ, ਏਦਾਂ ਹੋਣ ਦਾ ਮਨੋਵਿਗਿਆਨਕ ਕਾਰਨ ਹੈ, ਸਿੱਧੀ ਜੀ ਗੱਲ ਹੈ ਜਿਹੜੀ ਹੈ ਇਹ ਏਦਾਂ ਇਹਦੇ ਪੂਰੇ ਚਾਂਸ ਹੈਗੇ ਨੇ। ਅੱਛਾ, ਦੂਜੀ ਚੀਜ਼ ਜਿਹੜਾ ਇੱਕ ਫੈਡਰਲ ਸਟਰਕਚਰ ਹੈ ਸਾਡਾ, ਜਿਹਦੇ ਵਿੱਚ ਸੂਬਿਆਂ ਦੇ ਆਪਣੇ ਅਧਿਕਾਰ ਨੇ ਤੇ ਆਪਣੇ ਸੈਂਟਰ ਦੇ ਆਪਣੇ ਅਧਿਕਾਰ ਨੇ, ਇਹਦੇ ਵਿੱਚ ਸੂਬਿਆਂ ਦੇ ਇਸ਼ੂ ਤਾਂ ਕੌਣ ਹੋ ਜਾਣਗੇ ਜਦੋਂ ਤੁਸੀਂ ਸਾਰਾ ਲੋਕ ਸਭਾ ਦੇ ਨਾਲ ਹੀ ਕਰ ਦਿੱਤਾ
ਤੇ ਲੋਕਾਂ ਨੇ ਜਿਹੜਾ ਹੈਗਾ ਫਿਰ ਉਹ ਵੱਡੇ ਲੀਡਰ ਦੇ ਮੂੰਹ ਹੁਣ, ਜਿਵੇਂ ਉਦਾਹਰਨ ਦੇ ਤੌਰ ਤੇ ਜੀ ਗੁਜਰਾਤ ਦੇ ਵਿੱਚ ਅਗਲੇ ਨੇ ਹੁਣ ਬੀਜੇਪੀ ਨਾਲ ਗੁੱਸੇ ਸੀਗੇ, ਕਾਂਗਰਸ ਨੂੰ ਵੀ ਜਿਤਾ ਸਕਦੇ ਸੀਗੇ, ਤੇ ਉਹਨਾਂ ਨੇ ਉਧਰੋਂ ਮੋਦੀ ਵੀ ਆਈ ਹੋਊਗੀ ਲੋਕ ਸਭਾ 'ਚ, ਉਹਨਾਂ ਨੇ ਕਹਿਣਾ ਚਲ ਹੁਣ ਵਿਧਾਨ ਸਭਾ ਦੀ ਵੀ ਇੱਧਰ ਪਾ ਦਿਓ, ਕਿਉਂਕਿ ਫਿਰ ਉਦੋਂ ਮੋਦੀ ਐਂ ਮੰਗੂਗਾ ਨਾ ਕਿ ਮੇਰੇ ਨਾਲ ਤਾਂ ਵੋਟ ਪਾਓ, ਮੈਨੂੰ ਵੋਟ ਪਾਓ, ਵਿਧਾਨ ਸਭਾ ਦੀ ਵੀ ਇਕੱਠੀ ਮੰਗੂਗੀ, ਲੋਕ ਸਭਾ ਦੀ ਵੀ ਇਕੱਠੀ ਮੰਗੂ। ਇੱਕ ਤਾਂ ਇਹ ਚੀਜ਼ ਹੈਗੀ ਆ। ਅੱਛਾ, ਹੁਣ ਆ ਕੇ ਇਹਨੂੰ ਹੁਣ ਤੁਸੀਂ ਸੈੱਟ ਕਿਵੇਂ ਕਰੋਗੇ? ਜਿਵੇਂ ਹੁਣ ਉਦਾਹਰਨ ਦੇ ਤੌਰ ਤੇ ਇਹ ਕਹਿਤਾ ਜੀ, ਚਲੋ ਜੀ 24 ਦੀ ਜਿਹੜੀ ਇਲੈਕਸ਼ਨ ਹੈ ਲੋਕ ਸਭਾ ਦੀ, ਉਹਦੇ ਨਾਲ ਹੀ ਵਿਧਾਨ ਸਭਾ ਦੀ ਚੋਣ ਹੋਊਗੀ। ਹੁਣ ਪੰਜਾਬ ਦੇ ਵਿੱਚ ਤਾਂ ਹੁਣ ਸਰਕਾਰ ਬਣੀ ਹੈ, ਹਾਲੇ 1.5 ਸਾਲ, ਕੀ ਇਹ ਸਰਕਾਰ ਨੂੰ ਭੰਗ ਕਰੋਗੇ? ਤੇ ਕਈ ਸੂਬਿਆਂ ਦੇ ਵਿੱਚ ਹਲੇ ਕੁਝ ਮਹੀਨੇ ਹੋਏ ਆ ਸਰਕਾਰ ਬਣੀ ਨੂੰ, ਜਿਵੇਂ ਕਿ ਆਪਣਾ ਹਿਮਾਚਲ ਹੋ ਗਿਆ, ਕੀ ਇਹਨੂੰ ਫਿਰ ਤੁਸੀਂ ਭੰਗ ਕਰੋਗੇ? ਇਹਦਾ ਮਤਲਬ ਤਾਂ ਇਹ ਹੋ ਗਿਆ ਵੀ ਜਿਹੜੇ ਸੂਬਿਆਂ ਦੀਆਂ ਸਰਕਾਰਾਂ ਮੁਹਤਾਜ ਹੋ ਜਾਣਗੀਆਂ ਕੇਂਦਰ ਤੇ, ਮਤਲਬ ਵੀ ਜਦੋਂ ਉਹਨਾਂ ਦੀ ਹੋਊਗੀ ਉਦੋਂ ਹੀ ਸਾਡੀ ਹੋਊ, ਭਾਵੇਂ ਚੰਗੀ ਭਲੀ ਚੰਗੀ ਆ ਭਾਵੇਂ ਭਲੀ ਆ, ਜੋ ਮਰਜ਼ੀ ਆ, ਅਸੀਂ ਜਦੋਂ ਜੀ ਕੀਤਾ ਬਾਂਝ ਦਿਆ ਕਰਾਂਗੇ। ਇਹਦੇ ਵਿੱਚ ਇਹ ਹੈਗਾ ਵੀ ਜਿਹੜੀ ਨਾ ਇਹ ਕੇਂਦਰੀਕਰਨ ਕਰਨ ਲੱਗੇ ਹੋਏ ਨਾ ਸੱਤਾ ਦਾ, ਭਾਰਤ ਦੀ ਸਿਆਸਤ ਦਾ, ਉਹ ਕੇਂਦਰੀਕਰਨ ਦੀ ਨੀਤੀ ਦੇ ਤਹਿਤ ਹੀ ਹੈ। ਇਹਦੇ ਵਿੱਚ ਆਪਣੇ ਆਪ ਹੀ ਸੂਬੇ ਵੀ ਗਾਉਣ ਹੋ ਜਾਣਗੇ, ਤੁਹਾਡੇ ਪੰਚਾਇਤਾਂ ਵੀ ਗਾਉਣ ਹੋ ਜਾਣਗੀਆਂ, ਤੁਹਾਡੀਆਂ ਨਗਰ ਪਾਲਿਕਾਵਾਂ ਵੀ ਉਹ ਕਰਨ ਲੱਗੇ ਨੇ ਗਾਉਣ। ਹੁਣ ਮਸਲਾ ਆ ਗਿਆ ਕਿ ਕੀ ਇਹ ਹਾਲ ਦੀ ਘੜੀ ਸੰਭਵ ਹੈ? ਇਹਨਾਂ ਨੇ ਰਾਮਨਾਥ ਕੋਵਿੰਦ ਦੀ ਅਗਵਾਈ ਵਿੱਚ ਕਮੇਟੀ ਜੀ ਬਣਾ ਦਿੱਤੀ ਹੈ। ਕਮੇਟੀਆਂ ਤੋਂ ਪਹਿਲਾਂ 3 ਹੋਰ ਬਣ ਚੁੱਕੀਆਂ ਹੈਗੀਆਂ। ਇਹ ਨਹੀਂ ਕਿ ਬੀਜੇਪੀ ਤੋਂ ਪਹਿਲਾਂ ਚਰਚਾ ਨਹੀਂ ਹੋਈ, ਬੀਜੇਪੀ ਤੋਂ ਪਹਿਲਾਂ ਵੀ ਇੱਕ ਵਾਰ ਚਰਚਾ ਹੋ ਚੁੱਕੀ ਹੈ, ਸ਼ਾਇਦ 92 ਦਾ ਟਾਈਮ ਸੀਗਾ ਜਦੋਂ ਨਰਸਿਮਹਾ ਰਾਓ ਦੀ ਸਰਕਾਰ ਸੀ, ਉਦੋਂ ਵੀ ਚਰਚਾ ਹੋਈ ਸੀਗੀ। ਤੇ ਇਸ ਤੋਂ ਬਾਅਦ ਵਿੱਚ ਵੀ ਬੀਜੇਪੀ ਦੇ ਵਾਜਪੇਈ ਸਰਕਾਰ ਵੇਲੇ ਵੀ ਇੱਕ ਅੱਧੀ ਵਾਰ ਚਰਚਾ ਹੋਈ ਹੈ, ਪਰ ਹੁਣ ਇਹਨੂੰ ਰੂਪ ਦੇਣ ਲੱਗੇ ਹੋਏ ਨੇ। ਪਰ ਉਦੋਂ ਵਾਲੀ ਚਰਚਾ ਤੇ ਹੁਣ ਵਾਲੀ ਚਰਚਾ 'ਚ ਬਹੁਤ ਫਰਕ ਹੈ। ਉਦੋਂ ਦਾ ਸੀਗਾ ਵੀ ਕੀ ਇਹ ਤਾਂ ਹੋ ਸਕਦਾ ਕਿ ਨਹੀਂ, ਹੁਣ ਤਾਂ ਪੂਰੇ ਸੁਚੇਤ ਰੂਪ 'ਚ ਕਰਨ ਲੱਗੇ ਹੋਏ ਨੇ। ਦੂਜਾ ਹੈਗਾ ਕੀ ਇਹ ਕਰਨਾ ਇੰਨਾ ਸੌਖਾ ਹੈਗਾ? ਇਹਦੇ ਵਿੱਚ ਹੁੰਦਾ ਕੀ ਹੈ ਕਿ ਭਾਰਤ ਦੇ ਸੰਵਿਧਾਨ ਦੇ ਵਿੱਚ ਨਾ ਕੁਝ ਕਾਨੂੰਨ ਨੇ ਜਿਹੜੇ ਲੋਕ ਸਭਾ ਤੇ ਰਾਜ ਸਭਾ ਰਾਹੀਂ ਚੇਂਜ ਕੀਤੇ ਜਾਂਦੇ, ਦੋਹਾਂ ਸਭਾ ਰਾਹੀਂ। ਕੁਝ ਕਾਨੂੰਨ ਨੇ ਜਿਹਨਾਂ ਨੂੰ ਚੇਂਜ ਕਰਨ ਦੇ ਲਈ ਲੋਕ ਸਭਾ ਰਾਜ ਸਭਾ ਦੇ ਨਾਲ ਨਾਲ ਵਿਧਾਨ ਸਭਾਵਾਂ ਨੇ ਜਿਹੜੀਆਂ, ਉਹਦੀ ਇਜਾਜ਼ਤ ਲੈਣੀ ਵੀ ਜ਼ਰੂਰੀ ਹੈ। ਉਹਦੇ ਵਿੱਚ ਵੀ ਘੱਟੋ ਘੱਟ ਅੱਧਾ ਹਿੱਸਾ ਵਿਧਾਨ, ਅੱਧਾ ਹਿੱਸਾ ਜਾਂ 15 ਦੇ ਕਰੀਬ ਵਿਧਾਨ ਸਭਾ ਤੁਹਾਨੂੰ ਚਾਹੀਦੀਆਂ ਨੇ। ਇਸ ਹਿਸਾਬ ਦੇ ਨਾਲ ਜੇ ਆਪਾਂ ਅੱਜ ਦੀ ਗੱਲ ਕਰਦੇ ਹਾਂ, 14-15 ਵਿਧਾਨ ਸਭਾਵਾਂ ਦੇ ਵੱਲੋਂ ਇਹਨੂੰ ਪਾਰਿਤ ਹੋਣਾ ਜ਼ਰੂਰੀ ਹੈਗਾ। ਇਸ ਕਰਕੇ ਇਹ ਕਾਫੀ ਔਖਾ ਹੈਗਾ, ਕਿਉਂਕਿ ਉਹਨੇ ਸੂਬਿਆਂ 'ਚ ਹਾਲੇ ਬੀਜੇਪੀ ਦੀ ਉਸ ਤਰ੍ਹਾਂ ਹਕੂਮਤ ਹੈ ਨਹੀਂ ਜੇ ਦੇਖਿਆ ਜਾਵੇ ਤਾਂ, ਤੇ ਇਸ ਕਰਕੇ ਹਾਲੇ ਤਾਂ ਹੈਗਾ ਔਖਾ। ਪਰ ਇਹਨੂੰ ਕਿਵੇਂ ਨਾ ਕਿਵੇਂ ਚਲਾਉਣਾ ਚਾਹੁੰਦੇ ਨੇ ਉਹ। ਬਾਕੀ ਇਹ ਹੈਗਾ ਕਿ ਅੱਜ ਕੱਲ੍ਹ ਹੁਣ ਕਾਨੂੰਨ ਤੋਂ ਕੋਈ ਪੁੱਛਦਾ ਨਹੀਂ ਹੈਗਾ ਅਗਲਿਆਂ ਨੇ, ਜਿਵੇਂ ਕਸ਼ਮੀਰ 'ਚ 370 ਹਟਾਈ ਹੈ, ਕੁਝ ਵੀ ਕਰ ਸਕਦੇ ਨੇ। ਪਰ ਜਿਹੜਾ ਸੰਵਿਧਾਨਕ ਤਜਰਬਾ ਦੱਸਦਾ ਵੀ ਆ ਜਿਹੜੀ ਇਹਨਾਂ ਨੇ ਇੱਕਦਮ ਸੰਸਦ ਬੁਲਾਈ, ਉਹਦੇ ਵਿੱਚ ਤਾਂ ਕਰਨਾ ਮੁਸ਼ਕਿਲ ਹੈ। ਉਹਦੇ ਵਿੱਚ ਸ਼ਾਇਦ ਮੇਰੇ ਖਿਆਲ 'ਚ ਨਹੀਂ ਹੋਏਗਾ, ਜਿਹੜਾ ਜਿੰਨਾ ਕੁ ਮੈਨੂੰ ਅਨੁਭਵ ਹੈਗਾ ਇਹਦਾ ਸੰਵਿਧਾਨਕ ਮਾਮਲਿਆਂ ਦਾ, ਜਾਂ ਜਿੰਨਾ ਕੁ ਮੈਂ ਸੰਵਿਧਾਨ ਪੜ੍ਹਿਆ ਹੋਇਆ। ਤੇ ਲੇਕਿਨ ਇਹਨੂੰ ਇੱਕ ਵਾਰ ਚਲਾਉਣਾ ਚਾਹੁੰਦੇ ਨੇ ਅੱਗੇ ਜਾ ਕੇ ਕਿਵੇਂ ਨਾ ਕਿਵੇਂ। ਤੇ ਉਹਦੇ ਲਈ ਮੇਜਰ ਸਵਾਲ ਇਹੀ ਨੇ ਕਿ ਕੀ ਜਿਹੜੇ ਸੂਬਿਆਂ ਦੀ ਸਰਕਾਰਾਂ ਹੁਣ ਬਣੀਆਂ ਨੇ ਜਾਂ ਜਿਨ੍ਹਾਂ ਦੇ ਹਲੇ 5 ਸਾਲ ਪੂਰੇ ਨਹੀਂ ਹੋਏ, ਕੀ ਉਹਨਾਂ ਨੂੰ ਭੰਗ ਕਰੋਗੇ? ਜੇ ਭੰਗ ਕਰੋਗੇ ਤਾਂ ਫਿਰ ਸਿੱਧਾ ਉਹੀ ਹੈ ਵੀ ਇਹ ਤਾਂ ਤੁਸੀਂ ਉਹਦੇ ਵੱਲ ਝੱਕਣਾ ਹੋਏਗਾ, ਕੇਂਦਰ ਵੱਲ ਝੱਕਣਾ ਹੋਏਗਾ। ਇਸ ਕਰਕੇ ਜਿਹੜੀ ਇਹ ਸਿਆਸਤ ਹੈਗੀ ਹੈ, ਇਹਦੀ ਸਿਆਸਤ ਹੈਗੀ ਹੈ ਕਿ ਜਿਹੜੀ ਇਹਨਾਂ ਦੀ ਕੇਂਦਰੀਕਰਨ ਦੀ ਸਿਆਸਤ ਆ, ਇੱਕ ਦੇਸ਼ ਇੱਕ ਰਾਸ਼ਟਰ ਇੱਕ ਭਾਸ਼ਾ ਵਾਲੀ ਸਿਆਸਤ ਆ, ਉਹਦੇ ਵਿੱਚ ਇੱਕ ਚੋਣ ਵੀ ਵੜ ਦਿੱਤੀ ਹੈ। ਜਿਹੜਾ ਇੱਕ ਹਿੰਦੂ ਰਾਸ਼ਟਰ ਦਾ ਇੱਕ ਜਿਹੜਾ ਕਨਸੈਪਟ ਹੈਗਾ ਵੀ ਪੂਰਾ ਕੇਂਦਰੀਕ੍ਰਿਤ ਹੋਵੇ, ਵੀ ਇੱਕ ਦੇ ਅਧੀਨ ਹੋਵੇ, ਉਹ ਮਤਲਬ ਇੱਕ ਇਹਨਾਂ ਦਾ ਉਹ ਹਿੰਦੂਤਵ ਦੀ ਪੋਲੀਟਿਕਸ ਤੇ ਕੇਂਦਰੀਕਰਨ ਦੀ ਪੋਲੀਟਿਕਸ ਆ, ਉਹਦੇ ਨਾਲ ਹੀ ਜੁੜੀ ਹੋਈ ਇੱਕ ਦੇਸ਼ ਇੱਕ ਰਾਸ਼ਟਰ ਦਾ ਛਲਾਵਾ ਵਾ ਜੀ। ਬਾਕੀ ਜਿਵੇਂ ਹਿੰਦੂਤਵ ਦੇ ਏਜੰਡੇ ਤੋਂ ਬੜੇ ਲੋਕ ਡਰੇ ਨੇ, ਇੰਡੀਆ ਜਿਹੜਾ ਉਹ ਵੀ ਇਸੇ ਗੱਲ ਦੇ ਉੱਤੇ ਅੱਜ ਜਿਹੜੀਆਂ ਕੱਲ੍ਹ ਚਾਹ ਪਾਣੀ ਪੀਤਾ, ਰੋਟੀ ਖਾਧੀ, ਉਹਨਾਂ ਦਾ ਵੀ ਜਿਹੜਾ ਮੇਨ ਇਹੀ ਹੈ ਵੀ ਜਿਹੜਾ ਇੰਡੀਆ ਜਿਹੜੀ ਹੈਗੀ ਇਹਨਾਂ ਦੇ RSS ਦੇ ਏਜੰਡੇ ਨੂੰ ਜਿਹੜਾ ਬੂਰ ਨਹੀਂ ਪੈਣ ਦੇਗੀ। ਇਹਦੇ ਵਿੱਚ ਦੇਖਦੇ ਆ ਵੀ ਇਹ ਕੀ ਕਰਦੇ ਹੈਗੇ ਨੇ। ਹੁਣ ਹਾਲੇ ਦੀ ਘੜੀ ਤੇ ਇਹਨਾਂ ਨੇ ਠੀਕ ਤਰ੍ਹਾਂ ਨਾਲ ਫਾਈਟ ਕਰ ਰਹੇ ਨੇ। ਅੱਗੇ ਜਾ ਕੇ ਇਹਨਾਂ ਵਿੱਚ ਕੀ ਟੁੱਟ ਭੱਜ ਹੁੰਦੀ ਆ, ਇਹਨਾਂ ਅੱਗੇ ਕੀ ਚੁਣੌਤੀਆਂ ਆਉਂਦੀਆਂ ਹੈਗੀਆਂ ਨੇ, ਉਹਦੇ ਬਾਰੇ ਉਹ ਜੋ ਪਤਾ ਲੱਗੂ ਵੀ ਇੰਡੀਆ ਕਿੰਨਾ ਕੁ ਫਾਈਟ ਕਰ ਸਕਦਾ। ਨਹੀਂ ਚਲੋ ਚੁਣੌਤੀਆਂ ਦੀ ਤੁਸੀਂ ਗੱਲ ਕੀਤੀ ਹੈ, ਚਲੋ ਇੰਡੀਆ ਗਰੁੱਪ ਨੂੰ ਆਪਾਂ ਪੰਜਾਬ ਦੀਆਂ ਦੀ ਚੁਣੌਤੀਆਂ ਦੀ ਗੱਲ ਕਰ ਲੈਂਦੇ। ਜਿਵੇਂ ਪੰਜਾਬ ਦੇ ਵਿੱਚ ਲੈ ਲਓ, ਗੱਲਾਂ ਆ ਰਹੀਆਂ ਨੇ ਵੀ ਆਖੇ ਜੀ ਕਾਂਗਰਸ ਤੇ ਆਮ ਆਦਮੀ ਪਾਰਟੀ ਰਲ ਕੇ ਚੋਣਾਂ ਲੜ ਸਕਦੀ ਹੈ। 1-2 ਦਿਨ ਪਹਿਲਾਂ ਤਾਂ ਇੱਟ ਕੁੱਤੇ ਵਾਲਾ ਵੈਰ ਸੀ ਇਹਨਾਂ ਦਾ, ਠੀਕ ਹੈ, ਫੜ ਕੇ ਧੌਣਾ ਫੜ ਕੇ ਅੰਦਰ ਦੇਈ ਜਾਂਦੇ ਸੀਗੇ, ਇਹਨਾਂ ਦੇ ਮੰਤਰੀਆਂ ਦੇ ਮਗਰ ਪਏ ਹੋਏ ਸੀਗੇ, ਠੀਕ ਹੈ ਜੀ। ਤੇ ਹੋਰ ਇਕੱਲਾ ਪੰਜਾਬ ਨਹੀਂ, ਹੋਰ ਥਾਵਾਂ ਤੇ ਵੀ ਇਹੀ ਹਾਲਾਤ ਹੋਣਗੇ। 4 ਸੂਬੇ ਨੇ ਜਿੱਥੇ ਨਾ ਇਹ ਦਿੱਕਤ ਆਊਗੀ। ਵੈਸੇ ਤਾਂ ਇਹਨਾਂ ਨੇ ਜਿਹੜਾ ਇਹ ਪ੍ਰੋਗਰਾਮ ਇਹ ਬਣਾਉਣ ਲੱਗੇ ਨੇ ਵੀ ਅਸੀਂ ਇੱਦਾਂ ਦਾ ਸਿਸਟਮ ਕਰਨਾ ਵੀ ਘੱਟੋ ਘੱਟ 410 ਸੀਟਾਂ ਨੇ ਜਿੱਥੇ ਅਸੀਂ ਸਿੱਧੀ ਟੱਕਰ ਬੀਜੇਪੀ ਨੂੰ ਦੇ ਸਕੀਏ, ਜਾਂ 400 ਤੋਂ ਵਧੇਰੇ ਸੀਟਾਂ ਦੇ ਉੱਤੇ ਸਿੱਧੀ ਟੱਕਰ ਦੇਣਾ ਚਾਹੁੰਦੇ ਆ। ਵੀ ਸਿੱਧੀ ਟੱਕਰ ਮੀਨਸ
ਇੰਡੀਆ ਅਲਾਇੰਸ ਦਾ ਇੱਕ ਬੰਦਾ ਹੋਵੇ ਤੇ ਦੂਜਾ ਬੀਜੇਪੀ ਵਾਲਾ ਹੋਵੇ, ਵੀ ਇੰਡੀਆ ਅਲਾਇੰਸ ਵਿੱਚੋਂ ਕੋਈ ਟੁੱਟ ਕੇ ਨਾ ਖੜਾ ਹੋਵੇ। ਤੇ ਇੱਕ ਤਾਂ ਇਹ ਰਣਨੀਤੀ ਬਣਾਈ ਸੀ ਵੀ ਹੋ ਸਕਦਾ ਮੈਨੂੰ ਲੱਗਦਾ ਵੀ ਕਿਉਂਕਿ ਸੀਟਾਂ ਤਾਂ 543 ਨੇ, ਬਾਕੀ 143 ਵਿੱਚ ਕੀ ਹੋਊਗਾ, ਬਾਕੀ ਇਹਦਾ ਮਤਲਬ ਕੀ ਹੈ, ਇਹ ਵੀ ਹੋ ਸਕਦਾ ਵੀ ਸ਼ਾਇਦ ਇੰਡੀਆ ਅਲਾਇੰਸ ਵਾਲੇ ਬੰਦੇ ਵੀ ਆਮੋ ਸਾਹਮਣੇ ਹੋਣ। ਹੁਣ ਇਹਨਾਂ ਵਿੱਚੋਂ ਜਿਹੜੇ ਕੁਝ ਸੂਬੇ ਆਉਂਦੇ ਨੇ ਜਿੱਥੇ ਥੋੜਾ ਜਿਹਾ ਸ਼ੱਕ ਹੈਗਾ ਵੀ ਉੱਥੇ ਕੀ ਹੋਏਗਾ ਕੀ ਨਹੀਂ, ਉਹਨਾਂ ਸੂਬਿਆਂ ਵਿੱਚ ਇੱਕ ਤਾਂ ਸ਼ੱਕੀ ਸੂਬੇ ਜਿਹੜੇ ਨੇ, ਇੱਕ ਤਾਂ ਆਪਣਾ ਪੰਜਾਬ ਹੀ ਆ ਗਿਆ ਜੀ। ਪੰਜਾਬ ਦੇ ਵਿੱਚ ਕਿਉਂਕਿ ਬੀਜੇਪੀ ਦੀ ਕੋਈ ਉਸ ਤਰ੍ਹਾਂ ਹੋਂਦ ਹੈ ਨਹੀਂ, ਜਿਹੜੀ ਉਹ ਸੀਟ ਰਹੀ ਹੈ ਅਕਾਲੀ ਦਲ ਨਾਲ ਮਿਲ ਕੇ ਜਿੱਤਦੀ ਰਹੀ ਆ, ਤੇ ਅਕਾਲੀ ਦਲ ਵੀ ਹੁਣ ਸਟਰਗਲ ਕਰ ਰਿਹਾ ਹੈ। ਤੇ ਮੇਨ ਮੁਕਾਬਲਾ ਉਹਨੇ ਆਪ ਤੇ ਕਾਂਗਰਸ ਦਾ ਹੀ ਹੈ ਜੀ, ਕਿਉਂਕਿ ਆਪ ਤੇ ਕਾਂਗਰਸ ਕੀ ਇਕੱਠੇ ਮਿਲਣਗੇ ਕਿ ਨਹੀਂ, ਕਿਉਂਕਿ ਹਾਲੇ ਕਾਂਗਰਸ ਪਾਰਟੀ ਦਾ ਦੇ ਵਿੱਚੋਂ ਇੱਕ ਆਵਾਜ਼ ਉੱਠ ਰਹੀ ਹੈ ਜਿਹੜੀ ਲੋਕਲ ਲੈਵਲ ਤੇ ਦੋਹਾਂ ਪਾਰਟੀਆਂ ਦੀ, ਕਿਉਂਕਿ ਇੱਕ ਵਾਰ ਤਾਂ ਮੁੱਖ ਮੰਤਰੀ ਨੇ ਕਹਿ ਦਿੱਤਾ ਪੰਜਾਬ ਵਾਲੇ ਨੂੰ ਵੀ ਅਸੀਂ ਏਦਾਂ ਨਹੀਂ ਕਰਾਂਗੇ, ਆਪਣਾ ਰੋਸ ਪ੍ਰਗਟ ਕੀਤਾ, ਪਰ ਅਗਲੇ ਦਿਨ ਉਹ ਨਰਮ ਵੀ ਜਾਪਿਆ। ਉਹਨੂੰ ਐਂ ਦੇਖਿਆ ਕਿ ਜੀ ਵੱਡੇ ਹਿੱਤਾਂ ਲਈ ਛੋਟੇ ਹਿੱਤ ਤੇ ਅੱਗੇ ਜਾਂਦੇ ਨੇ। ਕੇਜਰੀਵਾਲ ਨੇ ਵੀ ਕਹਿ ਦਿੱਤਾ ਵੀ ਅਸੀਂ 140 ਕਰੋੜ ਭਾਰਤੀਆਂ ਦਾ ਗਰੁੱਪ ਹੈਗਾ, ਨਾ ਕਿ ਕੁਛ ਦਾ ਗਰੁੱਪ ਹੈਗਾ। ਲੇਕਿਨ ਲੋਕਲ ਲੈਵਲ ਤੇ ਬਹੁਤ ਸਾਰੇ ਗੁੱਟ ਨੇ ਆਮ ਆਦਮੀ ਪਾਰਟੀ ਦੇ ਵਿੱਚ ਵੀ ਨੇ ਜਿਹੜੇ ਕਹਿੰਦੇ ਕਿ ਜੀ ਹੈਲੋ ਕਾਲ ਜਿਹੜੀ ਹੈ ਜੀ ਉਹ ਟੁੱਟ ਗਈ ਹੈ, ਤੇ ਆਪਾਂ ਇਨ ਦਾ ਮੀਨ ਟਾਈਮ ਇੱਕ ਬ੍ਰੇਕ ਲੈ ਲੈਂਦੇ ਹਾਂ, ਤੇ ਬ੍ਰੇਕ ਤੋਂ ਬਾਅਦ ਆਪਾਂ ਨਾਲ ਦੀ ਨਾਲ ਫੇਰ ਮਿਲਦੇ ਹਾਂ। ਸੋ ਜੁੜੇ ਰਹੋ ਰੇਡੀਓ ਪੰਜਾਬ ਟੁਡੇ ਦੇ ਨਾਲ ਜੀ। ਨਵੀਂ DD15 ਚਲਾਉਂਦੇ ਜਾਂ ਬੇਕਾਰ ਮੈਕਸ ਫੋਰਸ, ਕਮਿੰਸ ISX, ਵੋਲਵੋ, ਮਰਸੀਡੀਜ਼ ਸਪ੍ਰਿੰਟਰ ਜਿਹੀ ਮੋਟਰ ਹੋਵੇ, ਤੇਲ ਹੋਰ ओरिजिनल ਫਿਲਟਰ ਤਾਂ ਚੇਂਜ ਕਰਾਉਣਾ ਹੀ ਆ ਜਾਓ ਫਿਰ ਕੁਇਕ ਟਰੱਕ ਲਿਊਬ ਟਰੱਕ ਸਰਵਿਸਿੰਗ। ਵਾਹ ਭਾਈ ਵਾਹ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ ਯੂਜ਼ ਕਰੋ। ਦੋ ਲੋਕੇਸ਼ਨਸ ਤੁਸੀਂ ਜਾਣਦੇ ਹੀ ਹੋ, ਐਗਜ਼ਿਟ 268 ਔਨ ਹਾਈਵੇ 401 ਔਰ ਐਗਜ਼ਿਟ 5 ਔਨ QEW। ਕੁਇਕ ਟਰੱਕ ਲਿਊਬ, ਖੁਸ਼ ਹੋ ਕੇ ਪਰਤੋਗੇ। ਮੰਨ ਲਓ 519 622 0660 519 622 0660 QTL because we care। ਭੈਣ ਜੀ ਵਿਆਹ ਲਈ ਕੱਪੜਿਆਂ ਦੀ ਤੇ ਸ਼ਾਪਿੰਗ ਹੋ ਗਈ ਲਾਜਵਾਬ, ਪਰ ਜੁਐਲਰੀ ਕਿੱਥੋਂ ਲੈਣੀ ਹੈ? ਫਿਕਰ ਨਾ ਕਰੋ, ਜਿੱਥੇ ਲੋਕ ਸੂਟ ਦੇਖਦੇ ਰਹਿ ਜਾਣਗੇ ਉੱਥੇ ਗਹਿਣੇ ਦੇ ਡਿਜ਼ਾਈਨ ਦੀ ਵੀ ਤਾਰੀਫ ਕੀਤੇ ਬਿਨਾਂ ਰਹਿਣਗੇ ਨਹੀਂ, ਕਿਉਂਕਿ AC ਜੁਐਲਰਸ ਕੈਂਟ ਵਾਲਿਆਂ ਦੇ ਕੋਲ ਹੈ 22 ਕੈਰਟ ਦੇ ਸੋਨੇ ਦੇ ਗਹਿਣੇ, ਔਰਤਾਂ ਮਰਦਾਂ ਬੱਚਿਆਂ ਦੇ ਵੰਨ-ਸਵੰਨੇ ਗਹਿਣਿਆਂ ਦੀ ਬੇਸ਼ੁਮਾਰ ਤੇ ਲੇਟੈਸਟ ਵੈਰਾਈਟੀ। ਇਹਨਾਂ ਦੇ ਸ਼ੋਰੂਮ 'ਚ ਸੋਨੇ, ਚਾਂਦੀ, ਹੀਰਿਆਂ ਦੇ ਗਹਿਣੇ ਭਰੇ ਰਹਿੰਦੇ ਨੇ। ਜਿੱਥੇ ਹੈ ਕੁੰਦਨ। ਸੋ ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਆਪਾਂ ਵਕਫਾ ਜਿਹੜਾ ਬਾਅਦ ਚ ਲਵਾਂਗੇ ਬ੍ਰੇਕ ਤੇ ਜੀ ਸ਼ਵਿੰਦਰ ਜੀ ਆਪਾਂ ਉਸੇ ਗੱਲ ਨੂੰ ਲੈ ਕੇ ਅੱਗੇ ਚੱਲੀਏ। ਆਪਣਾ ਮੈਂ ਗੱਲ ਕਰ ਰਿਹਾ ਸੀਗਾ ਵੀ ਇੱਕ ਤਾਂ ਆਮ ਆਦਮੀ ਪਾਰਟੀ ਕੋਲੋਂ ਵੀ ਹੈਗਾ ਵੀ ਅਸੀਂ ਜਿਹੜਾ ਕਾਂਗਰਸ ਦੇ ਵਿਰੋਧੀ ਹਾਂ, ਕਾਂਗਰਸ ਦਾ ਅਸੀਂ ਕਿਉਂ ਗੱਠਜੋੜ ਕਰੀਏ। ਦੂਜਾ ਕਾਂਗਰਸ ਵਿੱਚੋਂ ਵੀ ਸਵਾਲ ਹੈ ਕਿ ਕਾਂਗਰਸ ਹੈਗੀ ਤਾਂ ਦੂਜੀ ਪਾਰਟੀ ਹੈ, ਪਰ ਉਹ ਆਪਣਾ ਸੰਘਰਸ਼ ਕਰ ਰਹੀ ਹੈ ਆਪਣੇ ਅੰਦਰ ਖਾਤੇ। ਉਹਨਾਂ ਨੂੰ ਇਹ ਹੈਗਾ ਵੀ ਜੇਕਰ ਮੰਨ ਲਓ ਕਿ ਅਸੀਂ ਗੱਠਜੋੜ ਕਰ ਲੈਂਦੇ ਹਾਂ ਤਾਂ ਅਸੀਂ ਆਪ ਅੰਦਰੋਂ ਖਤਮ ਹੋ ਜਾਵਾਂਗੇ। ਸਾਡਾ ਜਿਹੜਾ ਹੈਗਾ ਇਹ ਬਣੂਗਾ ਤਾਂ ਕਿਵੇਂ ਬਣੂਗਾ, ਮਤਲਬ ਕਿਤੇ ਇਹ ਨਾ ਹੋਵੇ ਬਾਅਦ ਵਿੱਚ ਬਹੁਤ ਸਾਰੇ ਕਾਂਗਰਸੀ ਆਮ ਆਦਮੀ ਪਾਰਟੀ ਜੁਆਇਨ ਕਰ ਲੈਣ। ਇੱਕ ਤਾਂ ਇਹ ਖਦਸ਼ਾ ਹੈਗਾ। ਹੁਣ ਇਹਨੂੰ ਦੋ ਢੰਗ ਨਾਲ ਸੋਲਵ ਕੀਤਾ ਜਾ ਸਕਦਾ ਆਪਣਾ ਸਭ। ਇੱਕ ਤਾਂ ਉਹ ਕਿ ਜਿਹੜੇ ਸੂਬਿਆਂ ਦੇ ਵਿੱਚ ਸਿੱਧਾ ਬੀਜੇਪੀ ਨਾਲ ਟੱਕਰ ਨਹੀਂ ਹੈਗੀ, ਠੀਕ ਆ ਭਾਈ, ਉੱਥੇ ਆਪਸ ਵਿੱਚ ਲੜ ਕੇ ਦੇਖ ਲਓ, ਤੁਸੀਂ ਮੁਕਾਬਲਾ ਦੇਖ ਲਓ, ਇਹ ਚੀਜ਼ ਹੈਗੀ ਹੈ। ਦੂਜੀ ਗੱਲ ਹੈਗੀ ਆ ਕਿ ਇੱਕ ਹੁੰਦਾ ਕਿ ਵੱਡੇ ਹਿੱਤਾਂ ਲਈ ਜਿਵੇਂ ਹੁੰਦਾ ਛੋਟੇ ਹਿੱਤ ਕੁਰਬਾਨ ਕਰ ਦੋ, ਵੀ ਇਹ ਤੁਹਾਨੂੰ ਲੋਕਾਂ ਨੂੰ ਸਮਝਾਉਣਾ ਪਏਗਾ। ਠੀਕ ਆ, ਉਹ ਸਾਡਾ ਇੱਟ ਕੁੱਤੇ ਦਾ ਵੈਰ ਆ ਭਾਈ, ਪਰ ਬੀਜੇਪੀ ਇਸ ਸਮੇਂ ਇੱਕ ਖਤਰਨਾਕ ਧਿਰ ਹੈਗੀ ਆ ਜਿਹੜੀ ਕਿ ਘੱਟ ਗਿਣਤੀਆਂ ਵਿਰੋਧੀ ਆ, ਫਲਾਨਾ ਫਲਾਨਾ ਐ ਕਹਿ ਕੇ ਤੁਹਾਨੂੰ ਜਿਹੜਾ ਹੈਗਾ ਲੋਕਾਂ ਨੂੰ ਜਿਤਾਉਣਾ ਪਊ, ਇਸ ਕਰਕੇ ਅਸੀਂ ਇਕੱਠੇ ਲੜ ਰਹੇ ਹਾਂ, ਉਹ ਅਸੀਂ ਵਿਰੋਧੀ ਹਾਂ। ਉਹ ਕੋਈ ਬਹੁਤਾ ਵੱਡਾ ਮਸਲਾ ਨਹੀਂ, ਉਹ ਜਚਾਇਆ ਜਾ ਸਕਦਾ। ਪੰਜਾਬ ਦੇ ਵਿੱਚ ਕੋਈ ਏਡਾ ਵੱਡਾ ਮਸਲਾ ਹੈ ਨਹੀਂ ਇਹ। ਅੱਛਾ, ਫਿਰ ਆ ਗਿਆ ਦਿੱਲੀ। ਦਿੱਲੀ ਵੀ ਥੋੜਾ ਜਿਹਾ ਉਹ ਸੂਬਾ ਹੈਗਾ ਜਿਹੜਾ ਕਿ ਸੂਬਾ ਨਹੀਂ, ਅਰਧ ਸੂਬਾ, ਜਿਹੜਾ ਕਿ ਖਤਰਨਾਕ ਹੈ, ਕਿਉਂਕਿ ਇਹਦੇ ਵਿੱਚ ਹਾਲਾਂਕਿ ਪਹਿਲੇ ਤੇ ਦੂਜੇ ਨੰਬਰ ਤੇ ਮੁਕਾਬਲਾ ਤਾਂ ਹੁੰਦਾ ਕਿ ਇਹਦਾ ਬੀਜੇਪੀ ਤੇ ਕੇਜਰੀਵਾਲ ਦਾ ਹੀ, ਆਮ ਆਦਮੀ ਪਾਰਟੀ ਦਾ ਹੀ। ਪਰ ਜੇਕਰ ਲੋਕ ਸਭਾ ਦੇ ਵਿੱਚ ਦੇਖਿਆ ਤਾਂ ਉੱਥੇ ਹਾਲਤ ਵੱਖਰੀ ਹੈ। ਲੋਕ ਸਭਾ ਦੇ ਵਿੱਚ ਪਿਛਲੀ ਲੋਕ ਸਭਾ ਦੇ ਵਿੱਚ 3 ਇਹੋ ਜਿਹੀਆਂ ਸੀਟਾਂ ਸੀਗੀਆਂ ਜਿਹਦੇ ਕਾਂਗਰਸ ਪਾਰਟੀ ਦੂਜੇ ਨੰਬਰ ਤੇ ਆਈ ਸੀ ਜੀ, ਕੇਜਰੀਵਾਲ ਦੀ ਪਾਰਟੀ ਵੀ ਤੀਜੇ ਤੇ ਆ ਗਈ ਸੀ। ਤੇ ਇਸ ਕਰਕੇ ਉੱਥੇ ਕੇਜਰੀਵਾਲ ਚਾਹੂਗਾ ਵੀ ਗਠਬੰਧਨ ਹੋ ਜਾਵੇ, ਕਿਉਂਕਿ ਉਹਦਾ ਕਾਰਨ ਕੀ ਹੈ, ਕਿਉਂਕਿ ਅਜੇ ਤੱਕ ਸੱਤਾ ਵਿੱਚੋਂ ਇਹ ਕਦੇ ਵੀ ਇੱਕ ਸੀਟ ਨਹੀਂ ਜਿੱਤਿਆ। 14 ਚ ਪਾਰਟੀ ਨੇ ਪਹਿਲੀ ਵਾਰ ਇਲੈਕਸ਼ਨ ਲੜੀ, 7 ਦੀ 7 ਸੀਟਾਂ ਹਾਰ ਗਏ ਜੀ। ਫਿਰ 19 ਦੇ ਵਿੱਚ ਵੀ 7 ਦੀ 7 ਹਾਰ ਗਏ। ਇੱਥੇ ਫਿਰ ਕੇਜਰੀਵਾਲ ਨੂੰ ਲਾਲਚ ਹੋ ਗਈ, ਯਾਰ ਇੱਥੇ ਤਾਂ ਯਾਰ ਗਠਬੰਧਨ ਕਰ ਹੀ ਲਿਆ ਜਾਵੇ। ਉੱਥੇ ਪਰ ਹੁਣ ਕਾਂਗਰਸ ਦੀ ਲੋਕਲ ਬੋਡੀ ਕਹਿੰਦੀ ਹੈ, ਵੀ ਅਜੇ ਮਾਕਨ ਵਰਗੇ ਕਹਿੰਦੇ ਨੇ ਕਿ
ਵੀ ਗਠਬੰਧਨ ਨਹੀਂ ਅਸੀਂ ਕਰਨਾ, ਇੱਥੇ ਸਾਡਾ ਦਮ ਹੈਗਾ। ਇਹ ਦੋ ਮਾਮਲੇ ਨੇ ਜਿਨ੍ਹਾਂ ਨੂੰ ਸੋਲਵ ਕੀਤਾ ਜਾ ਸਕਦਾ, ਕੋਈ ਏਡੇ ਵੱਡੇ ਮਸਲੇ ਨਹੀਂ। ਮੈਨੂੰ ਪੰਜਾਬ ਦਾ ਕੋਈ ਏਡਾ ਇਸ਼ੂ ਨਹੀਂ ਲੱਗਦਾ ਹੈਗਾ, ਤੇ ਨਾ ਹੀ ਇਹਦਾ ਲੱਗਦਾ ਹੈਗਾ ਆਪਣਾ ਇਹਦਾ ਦੂਜੇ ਦਾ। ਫਿਰ ਆ ਗਿਆ ਕੇਰਲ। ਕੇਰਲ ਦੇ ਵਿੱਚ ਮੇਨ ਮੁਕਾਬਲਾ ਕਾਮਰੇਡਾਂ ਤੇ ਕਾਂਗਰਸ ਦਾ, ਬੀਜੇਪੀ ਉੱਥੇ ਹੈ ਤੱਕ ਦੇ ਵਿੱਚ। ਇਹਦੇ ਵਿੱਚ ਜੇਕਰ ਇਕੱਠੇ ਹੁੰਦੇ ਤਾਂ ਵੀ ਕੋਈ ਫਾਇਦਾ ਹੁੰਦਾ ਨਹੀਂ ਹੈਗਾ, ਬੀਜੇਪੀ ਉਸ ਹਾਲਤ 'ਚ ਹੈ ਨਹੀਂ। ਪਰ ਇੱਕ ਸਵਾਲ ਜਿਹਾ ਖੜਾ ਹੋ ਜਾਂਦਾ ਹੋਊਗਾ ਉੱਥੇ, ਕਿਉਂਕਿ ਉੱਥੇ ਲੋਕ ਬਹੁਤ ਸਿਆਣੇ ਨੇ ਵੀ ਭਾਈ ਇਹ ਕਿਵੇਂ ਜਿਤਾਓਗੇ ਸਾਨੂੰ, ਉੱਥੇ ਜਿਤਾਇਆ ਜਾ ਸਕਦਾ, ਉੱਥੇ ਵੀ ਜਿਤਾਇਆ ਜਾ ਸਕਦਾ, ਭਾਵੇਂ ਟਾਈਮ ਲੱਗੂਗਾ। ਹੁਣ ਜਿਹੜਾ ਚੌਥਾ ਸੂਬਾ ਉਹ ਬੜਾ ਪ੍ਰੋਬਲਮ ਵਾਲਾ ਹੈਗਾ। ਇੱਥੇ ਜਿਤਾ ਕੇ ਨਹੀਂ ਗੱਲ ਬਣਨੀ, ਇੱਥੇ ਉਲਟਾ ਫਾਇਦਾ ਬੀਜੇਪੀ ਨੂੰ ਹੋ ਸਕਦਾ। ਉਹ ਹੈਗਾ ਬੰਗਾਲ। ਬੰਗਾਲ ਦੇ ਵਿੱਚ ਭਾਵੇਂ ਕਿ ਹਾਲੇ ਵੀ ਮਮਤਾ ਕਹਿ ਰਹੀ ਹੈ ਵੀ ਕਾਮਰੇਡਾਂ ਨੂੰ ਇੰਨੀ ਤਰਜੀਹ ਕਿਉਂ ਦਿੰਦੇ ਹੋ, ਇੰਡੀਆ ਅਲਾਇੰਸ ਕਹਿੰਦਾ ਵੀ ਤਾਂ ਦਿੰਦੇ ਆ ਵੀ ਦਿਮਾਗ ਤੇ ਇਹਨਾਂ ਕੋਲ ਹੀ ਹੈਗਾ ਵਾ। ਕਿਉਂਕਿ ਪੁਰਾਣੀਆਂ ਕੋਲੀਸ਼ਨ ਸਰਕਾਰਾਂ ਦੇ ਵਿੱਚ ਵੀ ਇਹੀ ਸਲਾਹ ਦਿੰਦੇ ਰਹੇ ਨੇ, ਹਰਕ੍ਰਿਸ਼ਨ ਸਰਜੀਤ ਵਰਗੇ ਜਾਂ ਹੋਰ, ਤੇ ਵੀ ਇਹਨਾਂ ਨੂੰ ਪਤਾ ਵੀ ਸਿਆਸਤ ਕਿਵੇਂ, ਭਾਵੇਂ ਇਹਨਾਂ ਨੇ ਸਿਆਸਤ ਘੱਟ ਕੀਤੀ ਹੋਵੇ, ਪਰ ਇਹਨਾਂ ਨੇ ਜੋ ਸਿਆਸਤ ਦਾ ਇਹਨਾਂ ਨੂੰ ਪੜ੍ਹਾਈ ਵਧੀਆ ਇਹਨਾਂ ਨੇ ਕੀਤੀ ਹੋਈ ਹੈ, ਤਜਰਬਾ ਚੰਗਾ ਹੈ। ਮਤਲਬ ਜਿਹੜੇ 2-3 ਸੂਬਿਆਂ 'ਚ ਟਿਕੇ ਉਹ ਚੰਗੀ ਤਰ੍ਹਾਂ ਟਿਕੇ ਰਹੇ ਨੇ। ਸੋ ਦੂਜੇ ਪਾਸੇ ਉੱਥੇ ਦਿੱਕਤ ਇਹ ਕਿ ਉੱਥੇ ਬੀਜੇਪੀ ਦੂਜੀ ਧਿਰ ਹੈ ਸੱਤਾ ਦੇ ਵਿੱਚ, ਮਮਤਾ ਤੋਂ ਬਾਅਦ ਬੀਜੇਪੀ ਆ। ਇਸ ਕਰਕੇ ਬੀਜੇਪੀ ਇਹ ਰੌਲਾ ਪਾ ਸਕਦੀ ਹੈ ਕਿ ਦੇਖੋ ਇਹ ਸਾਰੇ ਇਕੱਠੇ ਹੋ ਗਏ ਤੇ ਇੱਕੋ ਜਿਹੇ ਹੈਗੇ ਨੇ ਤੇ ਵੋਟ ਸਾਨੂੰ ਪਾ ਦਿਓ। ਉੱਥੇ ਉਹ ਜਿਹੜੀ ਦੂਜੀ ਧਿਰ ਹੋਣ ਕਰਕੇ ਉਹ ਜੇ ਇਹਨਾਂ ਦਾ ਗੱਠਜੋੜ ਹੁੰਦਾ ਹੈ ਕਾਂਗਰਸ ਦਾ, ਕਮਿਊਨਿਸਟਾਂ ਦਾ ਤੇ ਮਮਤਾ ਦਾ, ਉੱਥੇ ਵੱਡਾ ਰਫੜੇ ਹੈਗਾ ਵੀ ਉਹਦਾ ਫਾਇਦਾ ਬੀਜੇਪੀ ਨਾ ਲੈ ਜਾਏ। ਇਸ ਕਰਕੇ ਮੈਨੂੰ ਇਹ 4 ਸੂਬਿਆਂ ਨੂੰ ਜਿਹਦੇ ਮੈਂ ਜ਼ਿਕਰ ਕੀਤਾ ਉਹਨਾਂ ਵਿੱਚ ਜਿਹੜਾ ਪੰਜਾਬ ਵੀ ਕੋਈ ਇੰਨਾ ਸਮੱਸਿਆ ਵਾਲਾ ਨਹੀਂ ਲੱਗ ਰਿਹਾ, ਦਿੱਲੀ ਵੀ ਨਹੀਂ ਲੱਗ ਰਹੀ ਤੇ ਕੇਰਲ ਵੀ ਨਹੀਂ ਲੱਗ ਰਿਹਾ, ਇਹ ਹਾਲੇ ਸੋਲਵ ਹੋ ਜਾਣਗੇ ਜੇ ਮਿਲ ਬਹਿ ਕੇ ਕਰਨਾ ਹੋਵੇ। ਹਾਲਾਂਕਿ ਲੋਕਲ ਇਕਾਈਆਂ ਪਹਿਲਾਂ ਵਿਰੋਧ ਕਰਨਗੀਆਂ, ਪਰ ਉਹਦੇ ਵਿੱਚ ਹੁੰਦਾ ਕੀ ਹੈ ਕਿ ਇੱਥੇ ਲੋਕਲ ਇਕਾਈਆਂ ਦੀ ਨਹੀਂ ਚੱਲਣੀ ਹੋਣੀ, ਕਿਉਂਕਿ ਜਦੋਂ ਵੱਡੇ ਇੰਡੀਆ ਲੈਵਲ ਤੇ ਫੈਸਲੇ ਹੁੰਦੇ ਨੇ ਉਦੋਂ ਵੱਡੀ ਲੀਡਰਸ਼ਿਪ ਦੀ ਚੱਲਦੀ ਆ ਤੇ ਉਹ ਫਿਰ ਲੋਕਲ ਇਕਾਈਆਂ ਨੂੰ ਸਮਝਾ ਦੂਗੀ ਵੀ ਠੀਕ ਹੈ ਭਾਈ ਤੁਸੀਂ ਹੈ ਤਾਂ ਠੀਕ ਹੋ, ਗੱਲ ਆ ਥੋੜੀ ਸਹੀ ਆ, ਸਭ ਵਾਜਬ ਹੈ, ਪਰ ਇੱਥੇ ਹੁਣ ਆਪਾਂ ਵੱਡੇ ਹਿੱਤ ਦੇਖਣੇ ਨੇ। ਜਦੋਂ ਆਪਾਂ ਵਿਧਾਨ ਸਭਾ ਹੋਣਗੀ ਉਦੋਂ ਫਿਰ ਲੜ ਪਾਂਗੇ ਇਹਨਾਂ ਨਾਲ, ਕੋਈ ਚੱਕਰ ਨਹੀਂ, ਪਰ ਲੋਕ ਸਭਾ ਵਿੱਚ ਨਹੀਂ ਆਪਾਂ ਐਂ ਕਰਨਾ ਹੈਗਾ। ਪਰ ਬੰਗਾਲ ਦੇ ਵਿੱਚ ਉਹ ਚੀਜ਼ ਨਹੀਂ ਚੱਲਣੀ। ਬੰਗਾਲ ਦੇ ਵਿੱਚ ਇਹਨਾਂ ਨੂੰ ਦੇਖਣਾ ਪਏਗਾ ਵੀ ਸ਼ਾਇਦ ਇਹ ਅਲੱਗ-ਅਲੱਗ ਹੋ ਕੇ ਲੜਨ, ਜਾਂ ਫਿਰ ਕੁਝ ਏਦਾਂ ਦਾ ਢੰਗ ਅਪਣਾਇਆ ਜਾਵੇ ਵੀ ਜਿਹਦੇ ਵਿੱਚ ਵੀ ਬੀਜੇਪੀ ਨੂੰ ਹਾਰ ਦਿੱਤੀ ਜਾਵੇ। ਇਹਦੇ ਤੇ ਇਹਨਾਂ ਨੇ ਹੋਮਵਰਕ ਕਿਵੇਂ ਕਰਨਾ ਇਹਨਾਂ ਦੇ ਲਈ ਚੁਣੌਤੀ ਹੋਏਗੀ। ਇਸ ਕਰਕੇ ਹੁਣ ਇੱਕ ਤਾਂ 400 ਤੋਂ ਉੱਤੇ ਸੀਟਾਂ ਲੱਭਣੀਆਂ ਇਹਨਾਂ ਨੂੰ ਮੁਸ਼ਕਿਲ ਹੋਣਗੀਆਂ, ਕਿਉਂਕਿ ਹਾਲੇ ਅੰਦਰ ਖਾਤੇ ਜਿਹੜੀ ਕੰਟਰਾਡਿਕਸ਼ਨ ਹੈਗੀ ਇਹਨਾਂ ਦੀ ਉਹ ਹੈਗੀ ਆ ਵੀ ਜਿਵੇਂ ਏਦਾਂ ਹੀ ਜਿਵੇਂ ਪੰਜਾਬ 'ਚ ਵੀ ਆਪਾਂ ਦੇਖ ਰਹੇ ਹਾਂ ਵੀ ਆਹ ਕਹਿ ਰਹੇ ਵੀ ਅਸੀਂ ਇਕੱਠੇ ਨਹੀਂ ਮਿਲਣਾ ਫਲਾਣਾ, ਹਾਲਾਂਕਿ ਸੋਲਵ ਹੋ ਸਕਦੇ ਪਰ ਸੋਲਵ ਕਿਵੇਂ ਕਰਨਗੇ। ਤੇ ਇਹ 400 ਤੋਂ ਉੱਤੇ ਸੀਟਾਂ ਜਾਂ 410 ਸੀਟਾਂ ਜਿਵੇਂ ਕਹਿੰਦੇ ਨੇ, ਉਹ ਸੀਟਾਂ ਨੂੰ ਲੱਭਣੀਆਂ ਪੈਣਗੀਆਂ ਜਿਹਦੇ ਉੱਤੇ ਸਾਰੇ ਇੰਡੀਆ ਅਲਾਇੰਸ ਦਾ ਇੱਕ ਉਮੀਦਵਾਰ ਹੋਵੇ ਜਿਹਦਾ ਮੁਕਾਬਲਾ ਸਿੱਧਾ ਬੀਜੇਪੀ ਨਾਲ ਹੋਵੇ। ਅੱਛਾ, ਇੱਕ ਗੱਲ ਹੋਰ ਹੈ ਕਿ ਜੇ ਏਦਾਂ ਹੋ ਗਿਆ ਤਾਂ ਬੀਜੇਪੀ ਨੂੰ ਟੱਕਰ ਦੇਣੀ ਬਹੁਤ ਸੌਖੀ ਹੈ। ਮਤਲਬ ਇਹ ਪੂਰੀ ਤਾਕਤ ਵਿੱਚ ਆਪਾਂ ਕਹਿ ਸਕਦੇ ਹਾਂ ਵੀ ਮੁਕਾਬਲਾ ਫਿਰ ਪੂਰਾ ਇੰਟਰਸਟਿੰਗ ਹੋਊਗਾ। ਜੇਕਰ ਇਹਨਾਂ ਕੋਲੋਂ ਇਹ ਬੰਦੇ 400 ਸੀਟਾਂ ਤੇ ਨਹੀਂ ਲੱਭੇ ਗਏ ਫਿਰ ਮੁਸ਼ਕਿਲ ਹੈ ਟੱਕਰ ਦੇਣੀ। ਫਿਰ ਬੀਜੇਪੀ ਦਾ ਕੰਮ ਔਖਾ ਹੋ ਜਾਊਗਾ। ਬੀਜੇਪੀ ਨਾਲ ਔਖਾ ਹੋ ਜਾਊਗਾ ਇਹਨਾਂ ਦਾ ਕੰਮ। ਬਿਲਕੁਲ, ਕਿਉਂਕਿ ਬੀਜੇਪੀ ਕੋਲੇ ਦੇਖੋ ਪੈਸਾ ਬੜਾ, ਪਰ ਬੀਜੇਪੀ ਇੱਕ ਚੀਜ਼, ਕਈ ਕਨਸੂਆਂ ਜਿਹੜੀਆਂ ਆ ਰਹੀਆਂ ਨੇ ਬੀਜੇਪੀ ਦੇ ਅੰਦਰਲੇ ਹਾਲਾਤ ਵੀ ਕੋਈ ਬਹੁਤੇ ਚੰਗੇ ਨਜ਼ਰ ਨਹੀਂ ਆ ਰਹੇ। ਕਿਉਂਕਿ ਬੇਸ਼ੱਕ ਭਾਵੇਂ ਮੋਦੀ ਇਸ ਕਾਂਗਰਸ ਆਪਣੇ ਬੀਜੇਪੀ, ਅਮਿਤ ਸ਼ਾਹ ਇਜ਼ ਮੋਦੀ, ਇਹ ਜਿਹੜਾ ਟਰਾਇੰਗਲ ਬਣ ਚੁੱਕਿਆ ਨਾ, ਇਹਦੇ ਤੋਂ ਦੂਜੇ ਜਿਹੜੇ ਲੀਡਰ ਨੇ ਰਾਜਨਾਥ, ਨਿਤਿਨ ਗਡਕਰੀ, ਇਹ ਸਾਰੇ ਬੜੇ ਔਖੇ ਨਜ਼ਰ ਆ ਰਹੇ ਨੇ। ਉਹਦੇ ਵਿੱਚ ਆਇਆ ਦਾਨੀਆਲ ਜੀ ਸਾਹਿਬ, ਅਸਲ 'ਚ ਨਾ ਕਿਸੇ ਵੀ ਪਾਰਟੀ ਦੇ ਵਿੱਚ ਧੜੇਬਾਜ਼ੀ ਤਾਂ ਹੁੰਦੀ ਹੈ, ਪਰ ਜਦੋਂ ਨਾ ਉਹਦੇ ਵਿੱਚ ਹੁੰਦਾ ਕੀ ਹੈ ਕਿ ਪਾਰਟੀ ਬਹੁਤ ਮਜ਼ਬੂਤ ਹੁੰਦੀ ਹੈ ਜਾਂ ਉਹਦੇ ਉੱਤੇ ਇੱਕ ਲੀਡਰ ਛਾ ਜਾਂਦਾ ਹੁੰਦਾ, ਉਹਨੂੰ ਲੱਗਦਾ ਵੀ ਉਹ ਲੀਡਰ ਜਿਹੜਾ ਇੰਨਾ ਛਾ ਜਾਂਦਾ ਕਿ ਉਹ ਜਨਤਾ ਨੂੰ ਵੀ ਆਪਣੇ ਮਗਰ ਲਾ ਲੈਂਦਾ, ਫਿਰ ਉਹ ਧੜੇਬਾਜ਼ੀ ਨਾ ਮੱਠੀ ਪੈ ਜਾਂਦੀ ਹੈ। ਆਪਣੇ ਪੰਜਾਬ ਦੀ ਉਦਾਹਰਨ ਲੈ ਲਓ, ਪ੍ਰਕਾਸ਼ ਸਿੰਘ ਬਾਦਲ ਤੱਕ ਗੱਲ ਬਾਸੀ ਜਦੋਂ ਉਦੋਂ ਅੰਦਰ ਖਾਤੇ ਵਿਰੋਧਤਾ ਰਿਹਾ, ਢੀਂਡਸੇ ਦਾ ਵੀ ਰਿਹਾ, ਸਾਡੇ ਬ੍ਰਹਮਪੁਰੇ ਦਾ ਵੀ ਰਿਹਾ, ਪਰ ਉਹਨੂੰ ਬਹੁਤੀ ਆਵਾਜ਼ ਕੱਢੀ ਨਹੀਂ ਹੈਗੀ। ਪਰ ਜਿਵੇਂ ਹੀ ਕਮਜ਼ੋਰ ਪਏ ਇਹ ਇਲੈਕਸ਼ਨ ਹਾਰਨ ਲੱਗੇ, ਵੀ ਲੱਗਿਆ ਵੀ ਹੁਣ 17 'ਚ ਗੱਲ ਨਹੀਂ ਬਣਨੀ ਜਾਂ ਉਦੋਂ ਬਾਅਦ 'ਚ ਨਹੀਂ ਬਣਨੀ, ਤੇ ਫਿਰ ਬਗਾਵਤਾਂ ਵੀ ਸ਼ੁਰੂ ਹੋ ਗਈਆਂ, ਪਾਰਟੀਆਂ ਟੁੱਟ ਵੀ ਗਈਆਂ ਹੈ। ਤੇ ਇਸੇ ਢੰਗ ਦੇ ਨਾਲ ਹੀ ਇੱਥੇ ਆ, ਜਦੋਂ ਅਡਵਾਨੀ ਦੀ ਜਗ੍ਹਾ ਮੋਦੀ ਨੂੰ ਇੱਕਦਮ ਬਣਾਉਣਾ ਸੀਗਾ ਪ੍ਰਧਾਨ ਮੰਤਰੀ ਦਾ ਚਿਹਰਾ, ਅਡਵਾਨੀ ਰੁੱਸਿਆ, ਨਾਲ ਹੀ ਉਹਦੇ ਨਾਲ ਜਿੱਤ ਲਈ ਖੜਾ ਸੀ ਸੁਸ਼ਮਾ ਸਵਰਾਜ ਖੜੀ ਸੀ। ਪਰ ਜਦੋਂ ਪਤਾ ਲੱਗਿਆ ਕਿ ਹੁਣ ਤਾਂ ਮੋਦੀ ਆਊਗਾ ਹੀ ਆਊਗਾ, ਕੇਜਰੀਵਾਲ ਆਪਣਾ ਅਡਵਾਨੀ ਕੁਛ ਨਹੀਂ ਕਰ ਸਕਦਾ, ਤੇ ਫਿਰ ਉਹ ਇੱਕਦਮ ਪਲਟੀ ਮਾਰ ਕੇ ਮੋਦੀ ਵਾਲੇ ਪਾਸੇ ਆ ਗਏ। ਭਾਵੇਂ ਕਿ ਉਹ ਗਰੁੱਪ ਅਡਵਾਨੀ ਵਾਲੇ ਗਰੁੱਪ ਦੇ ਬੰਦੇ ਸੀਗੇ, ਉੱਥੇ ਆ ਵੀ ਗਏ, ਮੰਤਰੀ ਵੀ ਬਣ ਗਏ,
ਫਿਰ ਉਹਨਾਂ ਨੂੰ ਲੱਗਿਆ ਵੀ ਹੁਣ ਬਗਾਵਤ ਦਾ ਟਾਈਮ ਨਹੀਂ। ਨਿਤਿਨ ਗਡਕਰੀ ਵੀ ਉਹੀ ਕੈਟਾਗਰੀ, ਉਹਨੂੰ ਮੈਂ ਖਾਸ ਕਰਕੇ ਉਹਨੂੰ ਭੁੱਲਣਾ ਗਲਤੀ ਹੈ, ਕਿਉਂਕਿ ਇਸ ਸਮੇਂ ਜੇਕਰ ਕਦੇ ਰੁਕਾਵਟ ਖੜੀ ਕਰੂਗਾ ਨਿਤਿਨ ਗਡਕਰੀ ਵੀ ਕਰੂਗਾ ਉਹਦੇ ਵਿੱਚ ਸ਼ਾਮਿਲ। ਤੇ ਇਸ ਕਰਕੇ ਜਿਵੇਂ ਹੀ ਫਿਰ ਹੁੰਦਾ ਕੀ ਹੈ ਕਿ ਜਦੋਂ ਕੋਈ ਉਹ ਲੀਡਰ ਦਾ ਪ੍ਰਭਾਵ ਘੱਟ ਹੋਣ ਲੱਗਦਾ ਜਾਂ ਉਹਨੂੰ ਲੱਗਦਾ ਵੀ ਕੋਈ ਵਿਰੋਧੀ ਧਿਰ ਹੁਣ ਤਕੜੀ ਆ ਗਈ, ਉਦੋਂ ਫਿਰ ਜਿਹੜੀ ਅੰਦਰਲੀ ਸੁੱਤੀ ਪਈ ਬਗਾਵਤ ਆ ਉਹ ਧਿਰ ਦੀ ਜਾਂ ਪਾਰਟੀ ਦੀ, ਉਹ ਫਿਰ ਆਪਣੀ ਅੰਗੜਾਈ ਲੈਣ ਲੱਗ ਜਾਂਦੀ ਹੈ। ਹੁਣ ਕੀ ਕਹਾਣੀ ਹੈ ਕਿ ਮੋਦੀ ਦਾ ਜਿਹੜਾ ਨਾ ਵੈਸੇ ਸ਼ਾਖ ਹੈ ਉਹ ਕਮਜ਼ੋਰ ਹੋਈ ਹੈ ਪਹਿਲਾਂ ਨਾਲੋਂ। ਇਹ ਗੱਲ ਆਪਾਂ ਦੋਵੇਂ ਨਹੀਂ ਕਹਿ ਰਹੇ, ਇਹ ਗੱਲ ਪਾਰਟੀ ਦੇ ਅੰਦਰੋਂ ਵੀ ਆ ਰਹੀ ਹੈਗੀ ਹੈ ਕਿ ਹਾਂ ਪਹਿਲਾਂ ਵਾਲੀ ਗੱਲ ਰਹੀ ਨਹੀਂ, ਜਿਵੇਂ ਪਹਿਲਾਂ 19 ਵਾਲੀ ਗੱਲ ਸੀਗੀ ਉਸ ਤਰ੍ਹਾਂ ਦੀ ਹੁਣ ਗੱਲ ਰਹੀ ਨਹੀਂ, ਐਕਸਪੋਜ਼ ਛੇਤੀ ਹੋ ਰਿਹਾ ਹੈਗਾ। ਤੇ ਕਿਉਂਕਿ ਲੋਕਾਂ ਨਾਲ ਵਾਅਦੇ ਕੀਤੇ ਪੂਰੇ ਨਹੀਂ ਹੋਏ, ਤੁਸੀਂ ਹਰ ਵਾਰੀ ਕੋਈ ਬਹਾਨਾ ਨਹੀਂ ਨਾ ਹਿੰਦੂਤਵ ਦਾ ਜਾਂ ਧਰਮ ਖਤਰੇ ਜਾਂ ਉਹ ਨਹੀਂ ਚਲਾ ਸਕਦੇ। ਜਿਵੇਂ ਕਰਨਾਟਕ ਵਿੱਚ ਭੈੜੀ ਹਾਰ ਹੋਈ ਹੈ ਉਹ, ਤੇ ਹਿਮਾਚਲ ਵਿੱਚ ਜਿਹੜੀ ਹਾਰ ਹੋਈ ਹੈ ਉਹ ਹਾਰਾਂ ਨੇ ਲੱਕ ਤੋੜਿਆ, ਕਿਉਂਕਿ ਦੋਵੇਂ ਜਿੱਤੇ ਹੋਏ ਸੂਬੇ ਇਹਨਾਂ ਦੇ ਕੋਲੋਂ ਨਿਕਲ ਗਏ ਜੀ। ਗੁਜਰਾਤ ਵਾਲੇ ਨੂੰ ਤਾਂ ਕੋਈ ਤਾਂ ਨਹੀਂ ਗਿਣਦਾ, ਕਹਿੰਦੇ ਵੀ ਤੁਹਾਡੀ ਪ੍ਰਯੋਗਸ਼ਾਲਾ ਸੀਗੀ, ਇਹ ਤਾਂ ਜਿਤਨੀ ਸੀਗੀ ਤੁਸੀਂ ਤਾਂ ਕੀ ਹੋ ਗਿਆ। ਸੋ ਇਸ ਕਰਕੇ ਇਹ ਜਿਹੜਾ ਗ੍ਰਾਫ ਡਿੱਗਿਆ। ਫਿਰ ਜਿਵੇਂ ਭ੍ਰਿਸ਼ਟਾਚਾਰ ਦੇ ਕੇਸ ਜਿਹੜੇ ਕਿ ਭਾਵੇਂ ਕਿ ਇਹਨਾਂ ਦੀ ਏਜੰਸੀਆਂ ਨੇ ਕੁਝ ਕੀਤਾ ਨਹੀਂ ਪਰ ਸਾਹਮਣੇ ਤਾਂ ਆਏ ਨੇ, ਜਿਵੇਂ ਅਡਾਨੀ ਵਾਲਾ ਮਾਮਲਾ ਆਇਆ, ਹੋਰ ਸਾਰੇ ਆਏ ਹੈਗੇ ਨੇ। ਲੋਕਾਂ ਨੂੰ ਰੋਜ਼ਗਾਰ ਨਹੀਂ ਮਿਲਿਆ, ਲੋਕਾਂ ਦੀਆਂ ਬੁੱਢੀਆਂ ਲੋੜਾਂ ਨਹੀਂ ਪੂਰੀਆਂ ਹੋਈਆਂ, ਮਹਿੰਗਾਈ ਇੰਨੀ ਵੱਧ ਚੁੱਕੀ ਹੈਗੀ ਆ, ਇੱਕ ਤੋਂ ਬਾਅਦ ਇੱਕ ਤੁਸੀਂ ਝੂਠ ਬੋਲਦੇ ਹੋ, ਉਹ ਸਾਰੇ ਨੇ ਗ੍ਰਾਫ ਡਿੱਗਿਆ। ਇਸ ਕਰਕੇ ਹੁਣ ਜਿਹੜੀ ਅੰਦਰਲੀ ਸੁੱਤੀ ਪਈ ਬਗਾਵਤ ਹੈ, ਕਿਉਂਕਿ ਤਾਂ ਹੀ ਪਿਛਦੀ ਨਿਤਿਨ ਗਡਕਰੀ ਦੇ ਹੋਰ ਹੀ ਤਰ੍ਹਾਂ ਦੇ ਬਿਆਨ ਆਏ। ਰਾਜਨਾਥ ਸਿੰਘ ਇੱਕ ਵਾਰ ਗੁੱਸੇ ਹੋ ਗਿਆ ਸੀ, ਪਿਛਲੇ ਸਾਲ ਦੀ ਗੱਲ ਹੈ, ਕਿ ਤੁਸੀਂ ਜੀ ਮੈਂ ਸੈਕੰਡ ਨੰਬਰ ਦਾ ਤਾਂ ਮੰਤਰੀ ਵੈਸੇ ਮੈਂ ਆ, ਤੁਸੀਂ ਤਰਜੀਹ ਬਹੁਤੀ ਅਮਿਤ ਸ਼ਾਹ ਨੂੰ ਦਿੱਤੀ। ਬਿਲਕੁਲ, ਇਹ ਆਪਾਂ ਉਦੋਂ ਸਾਲ ਪਹਿਲਾਂ ਖਬਰ ਦੱਸੀ ਵੀ ਸੀਗੀ ਉਰੇ ਆਪਣੇ ਮੰਚ ਤੋਂ। ਸੋ ਇਸ ਕਰਕੇ ਬਗਾਵਤਾਂ ਹੈਗੀਆਂ ਨੇ, ਪਰ ਉਹ ਬੀਜੇਪੀ ਦੀ ਬਗਾਵਤ ਤਾਂ ਨਹੀਂ ਦਿਖਦੀ ਕਿ ਹਾਲ ਦੀ ਘੜੀ ਅਮਿਤ ਸ਼ਾਹ ਤੇ ਮੋਦੀ ਦੀ ਪਕੜ ਮਜ਼ਬੂਤ ਆ, ਜਿਹਦੇ ਕਰਕੇ ਉਹ ਡਰਦੇ ਵੀ ਨੇ ਬਗਾਵਤ ਦੀ। ਤੇ ਜਿਵੇਂ ਉਹ ਮਜ਼ਬੂਤ ਥੋੜੀ ਢਿੱਲੀ ਹੋਣ ਲੱਗੂਗੀ ਜਾਂ ਹੋਏਗੀ ਤਾਂ ਉਹ ਬਗਾਵਤ ਇੱਕਦਮ ਸਾਹਮਣੇ ਆ ਸਕਦੀ। ਅੱਛਾ, ਮੈਂ ਹੁਣੇ ਇੱਕ ਅਪਡੇਟ ਪੜ੍ਹ ਰਿਹਾ ਸੀ, ਜਿਹੜਾ ਪੋਲੀਟੀਕਲ ਸਟ੍ਰੈਟੇਜਿਸਟ ਹੈ PK ਪ੍ਰਸ਼ਾਂਤ ਕਿਸ਼ੋਰ, ਉਹ ਕਹਿੰਦਾ ਜੀ 1 ਨੇਸ਼ਨ 1 ਇਲੈਕਸ਼ਨ, ਠੀਕ ਹੈ, ਉਹਨੇ ਸਪੋਰਟ ਕੀਤਾ ਹੈ ਸਾਈਡਸ ਬੈਨੀਫਿਟ ਵਿਦ ਰਾਈਟ ਇੰਟੈਂਸ਼ਨ। ਜਿਹੜੀ ਮੈਂ ਗੱਲ ਕਹੀ ਸੀ, ਇੰਟੈਂਸ਼ਨ ਕਿਹੜੀ ਹੈ ਉਹਦੇ ਉੱਤੇ ਕਹਿੰਦਾ ਵੀ ਬੈਨੀਫਿਟਸ ਉਹਨੇ ਦੱਸੇ ਨੇ, ਕਹਿੰਦਾ ਵਧੀਆ ਹਾਂਜੀ, ਸਪੋਰਟ ਕਰਦਾ ਉਹ। ਇਹਨੂੰ ਕਿਵੇਂ ਲੈ ਕੇ ਚੱਲਦੇ ਹੋ? ਮੈਨੂੰ ਨਾ ਅਸਲ 'ਚ ਪ੍ਰਸ਼ਾਂਤ ਕਿਸ਼ੋਰ ਦੇ ਉੱਤੇ ਹੀ ਥੋੜਾ ਜਿਹਾ ਡਾਊਟ ਹੈ ਇਹਨਾਂ ਦਿਨਾਂ ਦੇ ਵਿੱਚ, ਕਿਉਂਕਿ ਮੇਰੇ ਨਾਲ ਦੇ 1-2 ਬੰਦੇ ਨੇ ਜਿਨ੍ਹਾਂ ਨੇ ਪ੍ਰਸ਼ਾਂਤ ਕਿਸ਼ੋਰ ਦੀ ਟੀਮ ਦੇ ਵਿੱਚ ਕੰਮ ਵੀ ਕੀਤਾ ਹੈਗਾ, ਤੇ ਉਹਨਾਂ ਨੇ ਜਿਹੜਾ ਇਹਦਾ ਐਨਾਲਿਸਿਸ ਕੀਤਾ, ਉਹ ਕਹਿੰਦੇ ਵੀ ਅੱਜ ਕੱਲ ਇਹ ਮਤਲਬ ਥੋੜਾ ਜਿਹਾ ਨਾ ਇਹ ਆਪ ਆਪਣੀ ਆਈਡੈਂਟੀਟੀ ਪੋਲਿਟਿਕਸ ਦਾ ਥੋੜਾ ਸ਼ਿਕਾਰ ਹੋਇਆ ਹੋਇਆ। ਹਾਂ, ਹੋ ਹੀ ਜਾਂਦਾ, ਬੰਦੇ ਨੂੰ ਭੁਲੇਖਾ ਪੈ ਜਾਂਦਾ ਕਈ ਵਾਰੀ। ਹੁਣ ਤੇ ਆਏ ਹੋਇਆ ਨਾ, ਕਿਉਂਕਿ ਇਹਨੇ ਪਹਿਲਾਂ ਤਾਂ ਇਹ ਚਲਿਆ ਗਿਆ ਸੀਗਾ ਨਿਤੀਸ਼ ਕੁਮਾਰ ਦੀ ਜਨਤਾ ਦਲ ਯੂਨਾਈਟਿਡ ਦੇ ਵਿੱਚ, ਉੱਥੋਂ ਇਹ ਵਧੀਆ ਭਾਲਣ ਲੱਗ ਗਿਆ ਸੀ ਅਹੁਦੇਦਾਰੀ, ਉਹ ਮਿਲੀ ਨਹੀਂ ਹੈਗੀ। ਫਿਰ ਇਹਨੇ ਕਾਂਗਰਸ ਮੂਹਰੇ ਸ਼ਰਤ ਰੱਖੀ ਵੀ ਮੈਂ ਕਾਂਗਰਸ ਵਿੱਚ ਆਊਂਗਾ, ਪਰ ਪ੍ਰਧਾਨਗੀ ਤੱਕ ਦਾ ਵੀ ਦਾਵਾ ਕਰ ਰਿਹਾ ਸੀ ਅਗਲਾ, ਮੈਨੂੰ ਪ੍ਰਧਾਨਗੀ ਦੇ ਦਿਓ, ਵੀ ਪੂਰਾ ਰਣਨੀਤੀ ਮੈਨੂੰ ਫੜਾ ਦਿਓ, ਵੀ ਸਾਰਾ ਮੈਨੂੰ ਦਿਓ, ਮੈਂ ਹੀ ਆ ਬਸ। ਅਗਲੇ ਕਹਿੰਦੇ ਵੀ ਆਏ ਤੈਨੂੰ ਕਿਵੇਂ ਦੇ ਦਈਏ, ਕੱਲ ਬਾਹਰੋਂ ਆਏ ਬੰਦੇ ਨੂੰ ਕੱਲ ਨੂੰ ਤਾਂ ਕੁਛ ਤੂੰ ਘਰ ਵਾਲੀ ਬਣ ਬੈਠੀ, ਉਹ ਕੰਮ ਨਾ ਹੋ ਜੇ। ਸੋ ਇਸ ਕਰਕੇ ਉਹਦੀ ਗੱਲ ਜੱਚੀ ਦੀ। ਹੁਣ ਉਹ ਕਿਵੇਂ ਨਾ ਕਿਵੇਂ ਜਿਹੜਾ ਹੈਗਾ ਬਿਆਨ ਉਹਦੇ ਇਹੋ ਜਿਹੇ ਆ ਰਹੇ, ਤੋਂ ਪਹਿਲਾਂ ਵੀ 1-2 ਬਿਆਨ ਆਏ ਨੇ ਜਿਹੜੇ ਕਿ ਬੀਜੇਪੀ ਨੂੰ ਸਿੱਧੇ ਤੌਰ ਤੇ ਫੇਵਰ ਕਰ ਰਹੇ ਸੀ, ਜਿਵੇਂ ਉਹ ਭਾਰਤ ਜੋੜੋ ਯਾਤਰਾ ਬਾਰੇ ਬਿਆਨ ਸੀ, ਇੰਡੀਆ ਅਲਾਇੰਸ ਬਾਰੇ ਵੀ ਉਹਦਾ ਬਿਆਨ ਇਸ ਤਰ੍ਹਾਂ ਹੀ ਆਇਆ ਹੋਇਆ ਸੀਗਾ। ਸੋ ਇਸ ਕਰਕੇ ਮੈਨੂੰ ਇਹ ਲੱਗਦਾ ਵੀ ਅੱਜ ਕੱਲ ਇਹਦੀ ਮੁੱਕਤ ਘਟ ਚੁੱਕੀ ਆ, ਇਹ ਕੁਝ ਵੀ ਬਿਆਨ ਦੇਵੇ ਇਹਨੂੰ ਠੀਕ ਆ, ਵੀ ਜਦੋਂ ਇਹਦਾ ਬਿਆਨ ਜਿਹੜਾ ਮੋਦੀ ਗਵਰਨਮੈਂਟ ਦੇ ਪੱਖ 'ਚ ਹੁੰਦਾ ਤਾਂ ਮੀਡੀਆ ਚੱਕ ਲੈਂਦਾ ਇਹ ਬਿਆਨ ਨੂੰ, ਤੇ ਜਦੋਂ ਥੋੜਾ ਜਿਹਾ ਉਹਨੂੰ ਸਵਾਲ ਕਰਦਾ ਹੁੰਦਾ ਉਦੋਂ ਇਹ ਨਹੀਂ ਚੱਕਦਾ, ਉਦੋਂ ਕਹਿ ਦਿੰਦਾ ਵੀ ਪ੍ਰਸ਼ਾਂਤ ਕਿਸ਼ੋਰ ਕੀ ਚੀਜ਼ ਹੈਗੀ ਆ। ਇਸ ਕਰਕੇ ਵੈਸੇ ਵੀ ਇਹਦੀ ਨਾ ਦੌੜਤੀ ਹਾਲਤ ਹੁਣ ਕੋਈ ਗੋਲਣਯੋਗ ਨਹੀਂ ਰਹੀ। ਹਾਲਾਂਕਿ ਇਹਨੇ ਆਪਣਾ ਕੱਦ 14 ਜਦੋਂ ਮੋਦੀ ਨੂੰ ਲਿਆਉਣ ਦੇ ਵਿੱਚ ਇਹਦਾ ਵੀ ਇੱਕ ਯੋਗਦਾਨ ਸੀਗਾ, ਤੇ ਇਹਨੇ ਉਦੋਂ ਆਪਣਾ ਕੱਦ ਵਧਾ ਲਿਆ ਸੀ। ਈਵਨ ਕੈਪਟਨ ਵੇਲੇ ਆਪਣੇ ਪੰਜਾਬ ਵਿੱਚ ਵੀ ਕੈਪਟਨ ਅਮਰਿੰਦਰ ਦਾ ਕਾਫੀ ਪੀਓ 17 ਜਿਹੜੀ ਮੁਹਿੰਮ ਚਲਾਈ ਸੀ ਉਹਦੇ ਵਿੱਚ ਵੀ ਵਧਾ ਲਿਆ ਸੀ, ਕਾਫੀ ਵਿਦ ਕੈਪਟਨ। ਹਾਂ, ਕਾਫੀ ਵਿਦ ਕੈਪਟਨ ਹੁਣ ਨਹੀਂ, ਮਤਲਬ ਇਹਦਾ ਉਹ ਗੱਲਬਾਤ ਨਹੀਂ ਰਹੀ। ਹੁਣ ਇਹਦੀ ਸਾਰੇ ਬਿਆਨਬਾਜ਼ੀ ਆ, ਉਹਦੀ ਆਪਣੀ ਨਿੱਜੀ ਸ਼ਖਸੀਅਤ ਨੂੰ ਜਿਹੜੀ ਇਹ ਥੱਲੇ ਡਿੱਗੀ ਹੋਈ ਆ, ਉਹਨੂੰ ਵੀ ਕਿਤੇ ਨਾ ਕਿਤੇ ਚਮਕਾਉਣ ਦੀ ਅਸੀਂ ਕਹਿ ਸਕਦੇ ਹਾਂ ਜੀ। ਜਗਮੇਲ ਸਿੰਘ ਖਾਲਸਾ ਜੀ ਸਾਡੇ ਨਾਲ ਨੇ, ਸਤਿ ਸ਼੍ਰੀ ਅਕਾਲ ਜੀ, ਕੈਨੇਡਾ ਤੋਂ। ਹੈਲੋ ਖਾਲਸਾ ਜੀ, ਸਤਿ ਸ਼੍ਰੀ ਅਕਾਲ। ਹੈਲੋ ਹੈਲੋ, ਹਾਂਜੀ, ਮੈਂ ਚੋਣ ਕਮਿਸ਼ਨ ਨੇ ਸਾਹਮਣੇ ਸੁਪਰੀਮ ਕੋਰਟ ਨੇ ਪੜਾਇਆ ਸੀ, ਔਰ ਜਿਹੜੇ ਫੰਡ ਆ ਰਹੇ। ਖਾਲਸਾ ਜੀ ਦੁਬਾਰਾ ਤੋਂ ਕਾਲ ਲਾਓ ਜੀ, ਆਵਾਜ਼ ਨਹੀਂ ਆ ਰਹੀ, ਪਲੀਜ਼ ਬੇਨਤੀ ਹੈ ਕਿ ਦੁਬਾਰਾ ਤੋਂ ਕਾਲ ਲਾਇਓ ਪਲੀਜ਼, ਬਿਲਕੁਲ ਆਵਾਜ਼ ਨਹੀਂ ਆ ਰਹੀ, ਜਾਂ ਰੈਗੂਲਰ ਕਾਲ ਪਲੀਜ਼ ਤੁਸੀਂ ਕਰ ਸਕਦੇ ਹੋ। ਤੇ
ਹੁਣ ਸ਼ਿਵਿੰਦਰ ਜੀ ਮਨਪ੍ਰੀਤ ਬਾਦਲ ਦੇ ਉੱਤੇ ਆ ਜੀ, ਮਨਪ੍ਰੀਤ ਬਾਦਲ ਕੀ ਆਪਣੇ ਜਾਲ ਦੇ ਵਿੱਚ ਖੁਦ ਫਸ ਗਿਆ? ਲੱਗਦਾ ਤਾਂ ਨਹੀਂ ਆ ਆਪਣਾ, ਜਿਵੇਂ ਆਪਣੇ ਕੋਲ ਅੱਜ ਦੇ ਅਖਬਾਰਾਂ ਦੇ ਵਿੱਚ ਖਬਰ ਆਈ ਆ, ਹਾਲਾਂਕਿ ਕੰਸੂਆਂ ਇਹ ਨੇ ਕਿ ਜਨਾਬ ਪੰਜਾਬ ਜਾਂ ਇੰਡੀਆ ਤੋਂ ਬਾਹਰ ਹੈਗੇ ਨੇ, ਤੇ ਜਿਹੜੀ ਵਿਜੀਲੈਂਸ ਦਾ ਇੱਕ ਤਰ੍ਹਾਂ ਦਾ ਸ਼ਿਕੰਜਾ ਜਾਂ ਚੜਿਆ, ਉਹਦੇ ਤੋਂ ਸਾਨੂੰ ਇਹ ਲੱਗਦਾ ਵੀ ਸ਼ਾਇਦ ਮਨਪ੍ਰੀਤ ਬਾਦਲ ਆਪਣੇ ਬਣਾਏ ਹੋਏ ਜਾਲ ਦੇ ਵਿੱਚ ਹੀ ਫਸੇ ਨੇ। ਜਿਵੇਂ ਕਿ ਹੁਣ ਇਹਨਾਂ ਦੇ ਖਿਲਾਫ ਵਿਜੀਲੈਂਸ ਨੇ ਜਾਂਚ ਨੂੰ ਅੰਤਰਿਮ ਛੋਹਾਂ ਦਿੱਤੀਆਂ ਹੈਗੀਆਂ ਨੇ। ਇਹਦੇ ਵਿੱਚ ਦੱਸਿਆ ਜਾ ਰਿਹਾ ਕਿ ਮਨਪ੍ਰੀਤ ਜਾਂਚ ਨੂੰ ਕਾਨੂੰਨੀ ਤੌਰ ਦੇ ਉੱਤੇ ਬਲ ਤਾਂ ਮਿਲਿਆ ਹੀ ਆ, ਤੇ ਵਿਜੀਲੈਂਸ ਵੱਲੋਂ ਬਠਿੰਡਾ ਵਿਕਾਸ ਅਥਾਰਟੀ ਦੇ ਜਿਹੜੇ ਅਧਿਕਾਰੀ ਨੇ ਉਹਨਾਂ ਨੂੰ ਨਿਸ਼ਾਨੇ ਤੇ ਲਿਆ ਗਿਆ, ਜਿਨ੍ਹਾਂ ਵਿੱਚ ਜਿਵੇਂ ਸਾਬਕਾ ਮੰਤਰੀ ਦੇ ਨੂੰ ਸਿੱਧੇ ਤਰੀਕੇ ਨਾਲ ਘੱਟੋ ਘੱਟ 1560 ਵਰਗ ਗਜ਼ ਹੈ ਉਹਦੇ 2 ਪਲਾਟ ਵਿੱਚ ਭੂਮਿਕਾ ਨਿਭਾਈ ਹੈ। ਇਹਦੇ ਵਿੱਚ ਮਨਪ੍ਰੀਤ ਬਾਦਲ ਨੇ ਕਾਂਗਰਸ ਸਰਕਾਰ ਵੇਲੇ ਬਠਿੰਡਾ ਅਰਬਨ ਸਟੇਟ ਦੇ 2 ਰਹਿਸ਼ੀ ਪਲਾਟ ਰਾਜੀਵ ਕੁਮਾਰ ਤੇ ਵਿਕਾਸ ਕੁਮਾਰ ਤੋਂ ਖਰੀਦੇ ਸੀ। ਸੋ ਬਠਿੰਡਾ ਵਿਕਾਸ ਅਥਾਰਟੀ ਆ ਉਹਦੇ ਤੋਂ ਪਲਾਟ ਖਰੀਦਣ ਦੇ ਲਈ ਹੀ ਵਿਕਾਸ ਤੇ ਰਾਜੀਵ ਨੂੰ ਵੀ 27 ਸਤੰਬਰ 21 ਨੂੰ ਆਨਲਾਈਨ ਬੋਲੀ ਦਿੱਤੀ ਸੀ ਇਹਨਾਂ ਨੇ, ਤੇ ਬੋਲੀ ਦੇ ਵਿੱਚ ਜਿਹੜਾ ਅਮਨਦੀਪ ਨਾਂ ਦਾ ਤੀਜਾ ਬੰਦਾ ਵੀ ਸ਼ਾਮਲ ਸੀ। ਜਾਂਚ ਦੇ ਵਿੱਚ ਸਾਹਮਣੇ ਆਇਆ ਕਿ ਜਿਹੜੇ ਬੋਲੀਕਾਰ ਸੀ ਇੱਕੋ ਹੀ ਕੰਪਿਊਟਰ ਤੋਂ ਬੋਲੀ ਦਿੱਤੀ ਗਈ ਸੀ, ਰਾਜੀਵ ਸੀ ਤੇ ਵਿਕਾਸ ਸੀ। ਉਹਨਾਂ ਦੇ ਬੋਲੀ ਦੇ ਵਿੱਚ ਸ਼ਮੂਲੀਅਤ ਦੇ ਲਈ ਜੋ ਐਡਵਾਂਸ ਰਾਸ਼ੀ ਦੇ ਚਲਾਨ ਵੀ ਇੱਕੋ ਹੀ ਸੀਰੀਅਲ ਨੰਬਰ ਰਾਹੀਂ ਹੋਏ ਨੇ। ਸੋ ਦੋਵਾਂ ਦੇ ਸਟਾਂਪ ਵੀ ਇੱਕੋ ਸੀਰੀਅਲ ਨੰਬਰ ਤੇ ਨੇ, ਦੋਹਾਂ ਦੇ ਗਵਾਹ ਵੀ ਇੱਕੋ ਨੇ। ਸੋ ਬੋਲੀ ਫਾਈਨਲ ਹੋਣ ਤੋਂ ਬਾਅਦ ਸਾਬਕਾ ਮੰਤਰੀ ਆ ਉਹ 30 ਸਤੰਬਰ 2021 ਨੂੰ ਰਾਜੀਵ ਤੇ ਵਿਕਾਸ ਦੇ ਨਾਲ ਇਹ ਕਿਵੇਂ ਮਿਲਦੇ ਨੇ, ਇਹਨਾਂ ਦਾ ਸਾਰਾ ਕੁਝ ਹੁੰਦਾ। ਮਤਲਬ ਕਈ ਤੱਥ ਬੋਲਦੇ, ਜਦੋਂ ਤੁਹਾਡੇ ਕੋਲ ਇੰਨੇ ਤੱਥ ਬੋਲਣ ਲੱਗ ਜਾਣ ਤਾਂ ਐਂ ਹੀ ਹੋ ਜਾਂਦਾ ਹੁੰਦਾ ਵੀ ਤੁਸੀਂ ਆਪਣੇ ਬਣਾਏ ਜਾਲ ਵਿੱਚ ਆਪ ਹੀ ਫਸ ਗਏ। ਹੁਣ ਜਿਵੇਂ ਗੱਲ ਇਹ ਹੈ ਕਿ ਚਰਚਾਵਾਂ ਨੇ ਕਿ ਇਹ ਸਾਰੇ ਬੰਦੇ ਇਹਨਾਂ ਦੇ ਰਿਸ਼ਤੇਦਾਰ ਨੇ ਜਿਹੜੇ, ਜਾਂ ਜੋ ਇਹਨਾਂ ਦਾ ਕਾਰੋਬਾਰ ਸੰਭਾਲਦੇ ਸੀ ਹੋਰ ਸੀ, ਇਹ ਤਮਾਮ ਗੱਲਾਂ ਦੇ ਉੱਤੇ ਚੀਜ਼ਾਂ ਆ ਰਹੀਆਂ ਨੇ ਕਿ ਹੁਣ ਵਿਜੀਲੈਂਸ ਜਿਹੜੀ ਹੈ, ਕਿਉਂਕਿ ਦੇਖੋ ਕਾਂਗਰਸ ਵਾਲੇ ਪਾਸੇ ਤੋਂ ਚੁੱਪ ਹੋ ਗਈ ਹੈ, ਬੀਜੇਪੀ ਕਣੀ ਚਲੇ ਗਏ। ਦੂਜੇ ਮੰਤਰੀ ਜਿਹੜੇ ਨੇ ਉਹ ਹੈ ਗੁਰਪ੍ਰੀਤ ਸਿੰਘ ਕਾਂਗੜ ਦੀਆਂ ਵੀ ਬੜੀਆਂ ਗੱਲਾਂ ਆ ਰਹੀਆਂ, ਤੇ ਹੁਣ ਕਹਿੰਦੇ ਇੱਕ ਪਟਵਾਰੀ ਡਿੱਕੇ ਚੜ ਗਿਆ ਜਿਹੜਾ ਕਹਿੰਦੇ ਵੀ ਉਹਨੇ ਵੀ ਬੜੇ ਛੌਡੇ ਲਾਏ ਨੇ। ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਕਿਵੇਂ ਲੈ ਚੱਲਣਾ? ਪਹਿਲਾਂ ਕਾਲ ਲੈ ਲਈਏ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਣੇ ਰਹੋ। ਹਾਂਜੀ, ਆਪਣੇ ਜੱਦੇਵਾਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ ਹਾਂਜੀ, ਸ਼ਿਵਿੰਦਰ ਸਿੰਘ ਹੋਰੀ ਦੇ ਦੱਸਿਆ ਸੀ ਚੋਣ ਕਮਿਸ਼ਨ ਇਹਨੂੰ ਪਸੰਦ ਨਹੀਂ ਜਿਹੜਾ ਸੁਪਰੀਮ ਕੋਰਟ ਨੇ ਬਣਾਇਆ, ਔਰ ਚੋਣ ਫੰਡ ਜਿਹੜਾ ਆ ਰਿਹਾ ਹੈ ਜਾਂ PM ਕੇਅਰ ਫੰਡ ਬਣਾਇਆ ਹੈ ਉਹਦਾ ਸੋਰਸ ਦੱਸਣ ਨੂੰ ਤਿਆਰ ਨਹੀਂ। ਤੇ ਫਿਰ ਜਗ੍ਹਾ ਜਗ੍ਹਾ ਹਰ ਜ਼ਿਲ੍ਹੇ ਦੇ ਵਿੱਚ ਬੜੀਆਂ ਆਲੀਸ਼ਾਨ ਬਿਲਡਿੰਗਾਂ ਬਣਾਈਆਂ ਕੁੜੀਆਂ ਆਪਣੇ BJP ਦੇ ਦਫ਼ਤਰ ਦੀਆਂ। ਇਹ ਪੈਸੇ ਸਾਰੇ ਆਉਂਦੇ ਕਿੱਥੋਂ ਆ? ਇਹ ਜਿਹੜੀ ਇਹਨੂੰ 30-33% ਵੋਟ ਮਿਲਦੀ ਹੈ ਤੇ ਬਾਕੀ ਲੋਕਾਂ ਨੇ ਜਿਹੜੀ ਵੋਟ ਪਾਈ ਹੈ ਉਹਨੂੰ ਕੋਈ ਇਹਦੀ ਕਦਰ ਹੈ ਜਾਂ ਨਹੀਂ ਹੈ, ਇਹ ਦੱਸੇਗਾ ਜੀ। ਗੱਲ ਆਈ ਜੀ ਸਮਝ? ਨਾ ਮੈਨੂੰ ਬਹੁਤੀ ਆਈ ਨਹੀਂ ਆਪਣਾ। ਬਸ ਇੱਕ ਤਾਂ PM ਕੇਅਰ ਫੰਡ ਦੀ ਗੱਲ ਕੀਤੀ ਹੈ ਜੀ ਜ਼ਿਆਦਾ, ਵੀ PM ਕੇਅਰ ਫੰਡ ਆ ਜਿਹੜਾ ਉਹਦੇ ਉੱਤੇ ਕੋਈ ਗੱਲ ਕਰਨ ਨੂੰ ਤਿਆਰ ਨਹੀਂ, ਜਾਂ ਉਹਦੇ ਬਾਰੇ ਕੋਈ ਦੱਸਣ ਨੂੰ ਤਿਆਰ ਨਹੀਂ। ਇੰਨਾ ਜਿਹੜਾ BJP ਨੇ ਐਡੀ ਵੱਡੀ ਬਿਲਡਿੰਗ ਬਣਾ ਲਈ, ਉਹ ਕਿੱਥੋਂ ਬਣਾ ਲਈ ਇੰਨੀ ਦੇਰ 'ਚ? ਪਹਿਲਾਂ ਤਾਂ ਇਹਨਾਂ ਕੋਲ ਕੁਛ ਹੈ ਹੀ ਨਹੀਂ ਸੀ। ਬਿਲਕੁਲ ਜੀ, ਉਹਦੇ ਬਾਰੇ PM ਕੇਅਰ ਫੰਡ ਤਾਂ ਨਾ ਇਹ ਇਹਨਾਂ ਨੇ ਉਹੀ ਬਣਾ ਦਿੱਤਾ। ਹੁਣ ਤਾਂ ਤੁਸੀਂ RTI ਬਾਰੇ ਵੀ RTI ਪਾ ਕੇ ਵੀ ਜਾਣਕਾਰੀ ਨਹੀਂ ਲੈ ਸਕਦੇ। ਕਹਿੰਦੇ ਵੀ ਇਹ ਜਿਹੜਾ ਕਿ ਇਹ ਦੇਸ਼ ਹਿੱਤ ਦੇ ਕਰਕੇ ਅਸੀਂ ਜੀ ਇਹਨੂੰ ਤੁਹਾਨੂੰ ਦੱਸ ਨਹੀਂ ਸਕਦੇ। ਹੁਣ ਸਾਨੂੰ ਨਹੀਂ ਪਤਾ ਵੀ ਇਹਦੇ ਵਿੱਚ ਦੇਸ਼ ਹਿੱਤ ਕੀ ਹੈ। ਵੀ ਮੈਂ ਜਾਣਨਾ ਚਾਹਾਂਗਾ ਕਿ ਜਿਹੜਾ PM ਕੇਅਰ ਫੰਡ ਹੈ ਇਹ ਨਾ ਤਾਂ ਕਰੋਨਾ 'ਚ ਕੰਮ ਆ ਸਕਦਾ, ਨਾ ਹੀ ਮੁਲਕ ਦੇ ਵਿੱਚ ਜਦੋਂ ਹੋਰ ਕੋਈ ਹਾਲਤ ਖਰਾਬ ਹੋਵੇ ਉਦੋਂ ਕੰਮ ਆ ਸਕਦਾ। ਫਿਰ ਇਕੱਠਾ ਕਾਹਦੇ ਲਈ ਕੀਤਾ ਸੀ? ਇਹਨਾਂ ਨੂੰ ਦੱਸਣਾ ਬਣਦਾ ਹੈ। ਕਿਉਂਕਿ ਕੀ PM ਕੇਅਰ ਫੰਡ ਨਰਿੰਦਰ ਮੋਦੀ ਦਾ ਨਿੱਜੀ ਹੈ? ਜੇਕਰ ਸਮੂਹਿਕ ਹੈ, ਮੁਲਕ ਦਾ ਹੈਗਾ, ਤਾਂ ਫਿਰ ਇਹ ਕੰਮ ਕਿਉਂ ਨਹੀਂ ਆ ਸਕਦਾ? ਫਿਰ ਇਹ ਕੇਅਰ ਫੰਡ ਬਣਾਇਆ ਕਦੇ ਵਾਸਤੇ ਸੀ? ਇਹ ਤਾਂ ਸਵਾਲ ਹੈਗੇ ਨੇ। ਬਸ ਇਸ ਨੂੰ ਆਪਣਾ ਖਾਲਸਾ ਦੀ ਚੁੱਕ ਰਹੀਆਂ ਨੇ ਵਿਰੋਧੀ ਪਾਰਟੀਆਂ, ਤੇ ਸਵਾਲ ਇਹ ਹੈਗਾ ਕਿ ਜਵਾਬ ਦੇਣ ਵਾਲਾ ਕੋਈ ਨਹੀਂ ਹੈਗਾ। ਜਵਾਬ ਵੀ ਦੇਸ਼ ਹਿੱਤ ਲਈ ਨਹੀਂ ਦਿੱਤਾ ਜਾ ਸਕਦਾ ਜੀ। ਹੁਣ ਦੇਸ਼ ਹਿੱਤ ਹਰ ਗੱਲ 'ਚ ਆ ਜਾਂਦਾ। ਈਵਨ ਇੱਥੋਂ ਤੱਕ ਕਿ ਹੁਣ ਤੱਕ ਕਹਾਣੀ ਇੱਥੋਂ ਤੱਕ ਹੋ ਗਈ, ਜਿਹੜਾ ਅਡਾਨੀ ਵਾਲਾ ਸਕੈਮ ਸਾਹਮਣੇ ਆਇਆ, BJP ਕਹਿਣ ਲੱਗੀ ਵੀ ਇਹ ਜੀ ਦੇਸ਼ ਹਿੱਤ ਦਾ ਵਿਕਾਸ ਨਹੀਂ ਦੇਖ ਸਕਦੇ ਹੈਗੇ। ਹੁਣ ਅਡਾਨੀ ਬੇਈਮਾਨੀ ਕਰਦਾ ਹੋਵੇ ਇਹਦੇ ਵਿੱਚ ਵੀ ਵਿਕਾਸ, ਹਾਲਾਂਕਿ ਜਿਹੜੀ ਡੀਲ ਉਹਨੇ ਕੀਤੀ ਆ ਬੇਈਮਾਨੀ ਮਿਲ ਕੇ ਕੀਤੀ ਆ, ਇੱਕ ਚਾਈਨੀਜ਼ ਨਾਲ ਵੀ ਕੀਤੀ ਆ, ਇੱਕ 2 ਹੋਰ ਵਿਦੇਸ਼ੀ ਆ। ਉਹਨਾਂ ਤਿੰਨਾਂ ਮੁਲਕਾਂ ਨੇ ਨਹੀਂ ਕਿਹਾ ਵੀ ਸਾਡੇ ਦੇਸ਼ ਹਿੱਤ ਨੂੰ ਖਰਾਬ ਹੋ ਗਿਆ ਇਹਦੇ ਕਰਪਸ਼ਨ ਦੇ ਰਾਹੀਂ ਉਜਾਗਰ ਹੋਣ ਕਰਕੇ। ਪਹਿਲਾਂ ਭਾਰਤ ਹੀ ਕਹਿ ਰਿਹਾ ਵੀ ਸਾਡਾ ਦੇਸ਼ ਹਿੱਤ ਜੀ ਖਰਾਬ ਹੋ ਗਿਆ, ਸਾਡਾ ਦੇਸ਼ ਦਾ ਵਿਕਾਸ ਨੂੰ ਇਹ ਚੈਲੰਜ ਕਰ ਰਹੇ ਨੇ। ਸੋ ਇਹ ਚੀਜ਼ ਨੂੰ ਸਮਝਣ ਵਾਲੀ ਹੈ ਜੀ। ਸੋ ਇਸ ਦੇ ਨਾਲ ਹੀ ਆਪਾਂ ਅੱਗੇ ਗੱਲ ਚੱਲੀਏ ਕਿ ਪੰਜਾਬ ਜਿਹੜਾ ਹੈਗਾ ਉਹ ਅੱਗੇ ਹੀ ਆਪਦੀ ਆਰਥਿਕਤਾ ਦੇ ਨਾਲ 2-4 ਹੋ ਰਿਹਾ ਹੈ, ਤੇ ਹੁਣ ਕਹਿੰਦੇ ਵਿਧਾਨ ਪਰਿਸ਼ਦ ਵੀ
ਇਹਨੂੰ ਜਿਹੜਾ ਬਹਾਲ ਕਰਨ ਦੀਆਂ ਗੱਲਾਂ ਹੋ ਰਹੀਆਂ, ਇਹ ਵਾਕਿਆ ਸੱਚੀ ਗੱਲ ਹੈ? ਇਹ ਨਾ ਕੱਲ ਇੱਕ ਮੀਡੀਆ ਗਰੁੱਪ ਨਾਲ ਮੁੱਖ ਮੰਤਰੀ ਹੋਰਾਂ ਨੇ ਇੰਟਰਵਿਊ ਦਿੱਤੀ ਸੀਗੀ, ਜਾਗਰਣ ਗਰੁੱਪ ਦੀ ਗੱਲ ਕਰਦਾ ਮੈਂ। ਉਹਦੇ ਵਿੱਚ ਜਾਗਰਣ ਗਰੁੱਪ ਦੇ ਐਡੀਟਰਸ ਨਾਲ ਇੰਟਰਵਿਊ ਦਿੱਤੀ ਸੀ। ਉਹਦੇ ਵਿੱਚ ਕਈ ਸਾਰੇ ਬੈਠੇ ਸੀਗੇ ਜਾਗਰਣ ਗਰੁੱਪ ਦੇ ਐਡੀਟਰ, ਕਿਉਂਕਿ ਉਹਨਾਂ ਦੇ ਕਈ ਸਾਰੇ ਐਡੀਸ਼ਨ ਹੈਗੇ ਨੇ। ਉਹਦੇ ਵਿੱਚ ਆਪਣੇ ਪੰਜਾਬੀ ਵਾਲੇ ਜਾਗਰਣ ਦੇ ਵੀ ਵਰਿੰਦਰ ਵਾਲੀਆ ਵੀ ਬੈਠੇ ਸੀ। ਤੇ ਉਹਨੇ ਇੱਕ ਸਵਾਲ ਪੁੱਛਿਆ ਵੀ ਵਿਧਾਨ ਪਰਿਸ਼ਦ ਬਾਰੇ। ਹੁਣ ਸਾਨੂੰ ਨਹੀਂ ਪਤਾ ਵੀ ਜਿਹੜੇ ਪੁੱਛਣ ਵਾਲਾ ਉਹਨੇ ਕੀ ਸੋਚ ਕੇ ਪੁੱਛਿਆ, ਪਰ ਮੁੱਖ ਮੰਤਰੀ ਨੇ ਬਿਆਨ ਦੇ ਦਿੱਤਾ। ਉਹ ਕਹਿੰਦਾ ਹਾਂਜੀ, ਇਹ ਵਿਧਾਨ ਪਰਿਸ਼ਦ ਹੋਣੀ ਚਾਹੀਦੀ, ਅਸੀਂ ਇਹਦੇ ਲਈ ਕਰਾਂਗੇ ਕਾਰਵਾਈ। ਤੇ ਇਹਦੇ ਵਿੱਚ ਇਹ ਆ ਕਿ ਅਸੀਂ ਚਾਹੁੰਦੇ ਹਾਂ ਵੀ ਜਿਹੜੇ ਬੁੱਧੀਜੀਵੀ ਕਿਸਮ ਦੇ ਬੰਦੇ ਆ, ਜਿਹੜੇ ਊਂ ਚੁਣ ਕੇ ਨਹੀਂ ਆ ਸਕਦੇ, ਉਹਨਾਂ ਨੂੰ ਲਿਆਇਆ ਜਾਵੇਗਾ, ਅਸੀਂ ਇੱਦਾਂ ਦੀ ਕਾਰਵਾਈ ਸ਼ੁਰੂ ਕਰਾਂਗੇ। ਇਹ ਉਹਨਾਂ ਦਾ ਬਿਆਨ ਸੀਗਾ। ਤੁਹਾਡੀ ਜਾਣਕਾਰੀ ਲਈ ਮੈਂ ਦੱਸ ਦਿੰਦਾ ਦਾਨੀ ਵਾਲੀ ਸਾਹਿਬ ਕਿ ਪਹਿਲਾਂ ਪੰਜਾਬ ਦੇ ਵਿੱਚ ਨਾ ਵਿਧਾਨ ਪਰਿਸ਼ਦ ਹੁੰਦੀ ਸੀਗੀ, ਆਪਾਂ ਨੂੰ ਜੇ ਪਤਾ ਹੋਵੇ। ਹਾਂ, ਹੁੰਦੀ ਸੀ। ਇਹਦੇ ਵਿੱਚ ਹੁਣ ਕੀ ਆ, ਅੱਜ ਦੀ ਘੜੀ ਦੇ ਵਿੱਚ ਸਿਰਫ ਤੇ ਸਿਰਫ 6 ਸੂਬਿਆਂ ਕੋਲ ਵਿਧਾਨ ਪਰਿਸ਼ਦ ਆ। ਪਹਿਲਾਂ 7 ਕੋਲ ਹੁੰਦੀ ਸੀ, ਜੰਮੂ ਐਂਡ ਕਸ਼ਮੀਰ ਕੋਲ। ਜਿਵੇਂ ਜੰਮੂ ਐਂਡ ਕਸ਼ਮੀਰ ਦਾ ਰੁਤਬਾ ਖੋਇਆ ਗਿਆ ਤਾਂ ਉਹਦੇ ਬਾਅਦ 6 ਕੋਲ ਰਹਿ ਗਈ। ਇਹਦੇ ਵਿੱਚ ਆਂਧਰਾ ਪ੍ਰਦੇਸ਼, ਆਂਧਰਾ ਵਿੱਚੋਂ ਨਿਕਲਣ ਵਾਲਾ ਤੇਲੰਗਾਨਾ, ਬਿਹਾਰ, ਉੱਤਰ ਪ੍ਰਦੇਸ਼, ਮਹਾਰਾਸ਼ਟਰ, ਕਰਨਾਟਕ, ਇਹ 6 ਰਹਿ ਗਏ ਨੇ। ਤੇ ਜਿਵੇਂ ਕਿ ਇਹ ਸਾਡਾ ਅਸੀਂ ਕਨਸੈਪਟ ਬਾਹਰੋਂ ਲਿਆ ਹੋਇਆ, ਜਿਵੇਂ ਕਿ ਰਾਜ ਸਭਾ ਲੋਕ ਸਭਾ ਹੈਗੀ, ਲੋਕ ਸਭਾ ਰਾਜ ਸਭਾ ਹੈਗੀ ਹੈ, ਲੋਕ ਸਭਾ ਥੱਲੇ ਵਾਲਾ ਤੇ ਰਾਜ ਸਭਾ ਉੱਤੇ ਵਾਲਾ ਸਦਨ ਹੈ। ਤੇ ਇਹ ਜਿਵੇਂ ਬਾਹਰ ਅਸੀਂ ਦੇਖਦੇ ਹਾਂ ਵੀ ਹਾਊਸ ਆਫ ਕਾਮਨ, ਹਾਊਸ ਆਫ ਲਾਰਡ ਹੈਗੇ ਨੇ, ਉਸੇ ਤਰ੍ਹਾਂ ਹੀ ਇਹ ਹੈਗੀ ਹੈ। ਇਦਾਂ ਬਣਾਈ ਗਈ ਸੀਗੀ। ਤੇ ਰਾਜ ਸਭਾ ਮੇਨ 2 ਢੰਗ ਨਾਲ ਬਣਾਈ ਗਈ ਸੀ ਕਿ ਇੱਕ ਤਾਂ ਰਾਜਾਂ ਨੂੰ ਪ੍ਰਤੀਨਿਧਤਾ ਮਿਲ ਜਾਵੇ, ਦੂਜਾ ਲੋਕ ਸਭਾ ਵਿੱਚ ਡਾਇਰੈਕਟ ਲੋਕਾਂ ਦੀ ਪ੍ਰਤੀਨਿਧਤਾ ਨਾਲ ਹੋਵੇ। ਤੇ ਰਾਜ ਸਭਾ ਚ ਮੋਸਟਲੀ ਵਿਦਵਾਨ ਕਿਸਮ ਦੇ ਬੰਦੇ, ਇੰਟੈਲੈਕਚੁਅਲ ਕਿਸਮ ਦੇ ਬੰਦੇ, ਜਿਹੜੇ ਕਿ ਚੋਣਾਂ ਰਾਹੀਂ ਨਹੀਂ ਜਿੱਤ ਸਕਦੇ, ਉਹ ਆ ਕੇ ਕੋਈ ਸਿਆਣੀ ਰਾਏ ਦਿਆ ਕਰਨ ਤਾਂ ਜੋ ਕਿ ਇਹ ਵੀ ਆਪਣਾ ਯੋਗਦਾਨ ਪਾ ਸਕਣ। ਇਸੇ ਤਰ੍ਹਾਂ ਵਿਧਾਨ ਪਰਿਸ਼ਦਾਂ ਸੀ। ਇਹਦੇ ਵਿੱਚ ਵੀ ਵਿਧਾਨ ਪਰਿਸ਼ਦ ਹੁੰਦੀ ਹੈ ਕਿ ਜਿੰਨੀ ਰਾਜਾਂ ਦੀ ਲੋਕ ਸਭਾ ਦੀ ਗਿਣਤੀ ਹੈ ਉਹਦੇ ਨਾਲੋਂ ਸ਼ਾਇਦ ਅੱਧ ਜਾਂ 1/2 ਹਿੱਸਾ, ਮੈਂ ਇਹਦੇ ਬਾਰੇ ਕਲੀਅਰ ਨਹੀਂ ਹਾਲੇ, ਉਹਦਾ ਹੁੰਦਾ। ਇਸ ਹਿਸਾਬ ਨਾਲ ਜਿਹੜੀ ਹੈਗੀ ਆ ਕਿ ਪੰਜਾਬ ਦੇ ਵਿੱਚ ਜਿਹੜੀ ਵਿਧਾਨ ਸਭਾ ਸੀਗੀ, ਉਹ ਜਦੋਂ 107 ਜਾਂ 100 ਸੀਟਾਂ, 104 ਸੀਟਾਂ ਹੁੰਦੀਆਂ ਸੀ ਪੰਜਾਬ ਦੇ ਵਿੱਚ। ਜੇ ਟੈਪਸੂ ਰਾਜ ਦੀ ਗੱਲ ਕਰੀਏ, ਟੈਪਸੂ ਰਾਜ ਵੇਲੇ ਪੰਜਾਬ 'ਚ 40 ਦੇ ਕਰੀਬ ਵਿਧਾਨ ਪਰਿਸ਼ਦ ਮੈਂਬਰ ਹੁੰਦੇ ਸੀ। ਤੇ ਇਸ ਤੋਂ ਬਾਅਦ ਵਿੱਚ ਇਹ ਵੱਧ ਕੇ 51 ਵੀ ਹੋਏ। ਫਿਰ ਐਂਡ 'ਚ ਜਦੋਂ ਖਤਮ ਹੋਈ ਉਦੋਂ 60 ਤੱਕ ਹੋ ਗਏ, ਕਿਉਂਕਿ ਸੀਟਾਂ 117 ਹੋ ਗਈਆਂ, 60 ਤੱਕ ਪਹੁੰਚ ਗਏ ਸੀਗੇ। ਜਦੋਂ ਫਿਰ ਨਵਾਂ ਸੂਬਾ ਬਣਿਆ ਪੰਜਾਬ, ਪੁਨਰਗਠਨ ਹੋਇਆ, ਇਹਦੇ ਵਿੱਚ ਫਿਰ ਇਹਨਾਂ ਨੇ ਸੋਚਿਆ ਵੀ ਜਿਹੜੇ ਛੋਟੇ ਸੂਬੇ ਨੇ ਉਹਨਾਂ ਵਿੱਚ ਹੁਣ ਵਿਧਾਨ ਪਰਿਸ਼ਦ ਦੀ ਕੀ ਲੋੜ ਹੈਗੀ ਆ, ਇਹਨੂੰ ਭੰਗ ਕੀਤਾ ਜਾਵੇ। ਤੇ ਵਿਧਾਨ ਪਰਿਸ਼ਦ ਵਾਲੀ ਜਿਹੜੀ ਇਮਾਰਤ ਹੈ ਉਹਨੂੰ ਹਰਿਆਣੇ ਵਾਲੀ ਵਿਧਾਨ ਸਭਾ 'ਚ ਤਬਦੀਲ ਕਰ ਦਿੱਤਾ ਗਿਆ। ਉਹ ਦੇਖਿਆ ਨਾ, ਜੇ ਆਪਾਂ ਵਿਧਾਨ ਸਭਾ 'ਚ ਗਏ ਹੋਵਾਂਗੇ, ਸਾਡੇ ਦਰਸ਼ਕ ਲੋਕ ਸਰੋਤੇ, ਉਹ ਇਹ ਲਗਭਗ ਇਕੱਠੀਆਂ ਹੀ ਸੀਗੀਆਂ ਤੇ ਉਹਦੇ ਵਿੱਚ ਤਬਦੀਲ ਕੀਤਾ ਗਿਆ। ਇਹਦੇ ਵਿੱਚ ਕੀ ਹੁੰਦਾ, ਇਸੇ ਤਰ੍ਹਾਂ ਇਹਦੇ ਵਿੱਚ ਕੁਝ ਬੰਦੇ ਤਾਂ MLAs ਦੁਆਰਾ ਚੁਣੇ ਜਾਂਦੇ ਹੁੰਦੇ ਨੇ, ਕੁਝ ਰਾਜਪਾਲ ਨੋਮੀਨੇਟ ਕਰਦਾ, ਉਹਦੇ ਵਿੱਚੋਂ ਬੁੱਧੀਜੀਵੀ, ਚਿੰਤਕ, ਪ੍ਰੋਫੈਸਰ, ਵਕੀਲ, ਏਦਾਂ ਦੇ ਜਿਨ੍ਹਾਂ ਨੇ ਆਪਣੇ ਸ਼ੋਬੇ 'ਚ ਕੋਈ ਕਾਮਯਾਬੀ ਹਾਸਲ ਕੀਤੀ ਹੋਵੇ, ਉਹ ਨਾਮਜ਼ਦ ਕੀਤੇ ਜਾਂਦੇ ਨੇ। ਇਹ ਹੁਣ ਮਸਲਾ ਇਹ ਆ ਜਾਂਦਾ ਕਿ ਆਮ ਤੌਰ ਤੇ ਇਹ ਵੀ ਆਈ ਸੀਗਾ ਵੀ ਕੋਈ ਚੰਗੇ ਬੰਦੇ ਆਉਣ, ਆ ਕੇ ਗੱਲਾਂ ਕਰਨ ਵੀ ਐਵੇਂ ਜੁੰਡੇ ਨਾ ਪੱਟਣ। ਹਾਂ, ਹੁਣ ਵਿਧਾਨ ਪਰਿਸ਼ਦ ਵਿੱਚ ਹੋਣ ਇਹ ਲੱਗਿਆ, ਨਾਲੇ ਰਾਜ ਸਭਾ ਦੇ ਵਿੱਚ, ਵੀ ਜਿਹੜੇ ਹਾਰੇ ਹੋਏ ਲੀਡਰ ਨੇ ਉਹਨਾਂ ਨੂੰ ਭੇਜ ਦਿਓ, ਨਕਾਰੇ ਬੰਦੇ ਭੇਜ ਦਿਓ, ਜਿਹੜੇ ਲੋਕਾਂ ਨੇ ਨਕਾਰੇ ਭੇਜਣ ਲੱਗੇ। ਫਿਰ ਉਹ ਅੱਗੇ ਜਾ ਕੇ ਜੀ ਮੰਤਰੀ ਬਣ ਜਾਂਦੇ ਨੇ, ਮੁੱਖ ਮੰਤਰੀ, ਪ੍ਰਧਾਨ ਮੰਤਰੀ ਵੀ ਬਣ ਜਾਂਦੇ ਨੇ। ਕਈ ਸਾਰੇ 4-5 ਪ੍ਰਧਾਨ ਮੰਤਰੀ ਨੇ ਜਿਹੜੇ ਉਹ ਰਾਜ ਸਭਾ ਰਾਹੀਂ ਬਣੇ ਹੋਏ ਨੇ। 2-3 ਤਾਂ ਨਾਮ ਗਿਣਾ ਹੀ ਦਿੰਦਾ ਮੈਂ। ਮਨਮੋਹਨ ਸਿੰਘ ਰਾਜ ਸਭਾ ਰਾਹੀਂ ਬਣੇ ਨੇ, ਆਪਣਾ ਇੰਦਰ ਕੁਮਾਰ ਗੁਜਰਾਲ ਰਾਜ ਸਭਾ ਰਾਹੀਂ ਬਣੇ ਨੇ, ਦੇਵਗੌੜਾ ਰਾਜ ਸਭਾ ਰਾਹੀਂ ਬਣੇ ਹੋਏ ਨੇ। ਸੋ ਇਸ ਤਰ੍ਹਾਂ ਮਤਲਬ ਰਾਜ ਸਭਾ ਦੀ ਐਂਟਰੀ ਰਾਹੀਂ ਪ੍ਰਧਾਨ ਮੰਤਰੀ ਤੱਕ ਬਣੇ ਹੋਏ ਨੇ। ਹੁਣ ਮਸਲਾ ਕੀ ਹੈ, ਇੱਕ ਪੰਜਾਬ ਵਰਗੇ ਸੂਬੇ ਜਿੱਥੇ ਸਰਕਾਰ ਕਹਿੰਦੀ ਹੈ ਵੀ ਸਾਡਾ ਕਚੂਮਨ ਨਿਕਲਿਆ ਪਿਆ, ਇੱਕ ਤਾਂ ਇਹ ਚਿੱਟਾ ਹਾਥੀ ਸਾਬਤ ਹੋਏਗਾ। ਇਹਨਾਂ ਦੀਆਂ ਤਨਖਾਹਾਂ, ਇਹਨਾਂ ਦੀਆਂ ਪੈਨਸ਼ਨਾਂ, ਇਹਨਾਂ ਦੀ ਸਿਕਿਉਰਿਟੀ, ਇਹਨਾਂ ਦੇ ਬੰਗਲੇ, ਸਾਰਾ ਕੁਝ। ਅੱਛਾ, ਦੂਜਾ ਕਾਰਨ ਮੈਨੂੰ ਇੱਕ ਹੋਰ ਲੱਗਦਾ ਦਾਨੀ ਸਾਹਿਬ, ਜਿਹੜਾ ਮੇਰਾ ਇੱਕ ਦਿਮਾਗ ਕੰਮ ਕਰਦਾ, ਜਿਹੜਾ ਮੈਨੂੰ ਲੱਗਦਾ ਵੀ ਸ਼ਾਇਦ ਇਹ ਕੰਮ ਹੋ ਸਕਦਾ। 17 ਚ ਰੌਲਾ ਪਿਆ ਸੀ ਵੀ ਕੇਜਰੀਵਾਲ ਪੰਜਾਬ ਦਾ ਮੁੱਖ ਮੰਤਰੀ ਬਣੂਗਾ, ਲੋਕਾਂ ਨੇ ਇਸ ਕਰਕੇ ਇਹ ਆਮ ਆਦਮੀ ਪਾਰਟੀ ਨੂੰ ਬਹੁਤੀ ਵੋਟ ਨਹੀਂ ਪਾਈ। ਤੇ ਉਸ ਤੋਂ ਬਾਅਦ ਵਿੱਚ ਰਾਘਵ ਚੱਡਾ ਆਹੀ ਐਤਕੀ ਜਿੱਤੇ ਨੇ, ਰਾਘਵ ਚੱਡਾ ਨੂੰ ਬਣਾ ਦਿੱਤਾ ਇੱਕ ਕਮੇਟੀ ਦਾ ਸਲਾਹ ਕਰਕੇ, ਮੁੱਖ ਮੰਤਰੀ ਨੂੰ ਵੀ ਸਲਾਹ ਦਊਗੀ। ਖੈਰ, ਉਹ ਅਦਾਲਤੀ ਪ੍ਰਕਿਰਿਆ 'ਚ ਕੰਮ ਰੁਕ ਗਿਆ ਤੇ ਉਹ ਗੱਲ ਬਣੀ ਨਹੀਂ ਹੈਗੀ। ਤੇ ਹੁਣ ਇਹ ਸੋਚਦੇ ਨੇ ਕਿ ਉਹ ਤਾਂ ਵਿਧਾਨ ਸਭਾ ਚੋਣ ਸ਼ਾਇਦ ਨਾ ਜਿੱਤ ਸਕੀਏ, ਗੱਲ ਨਾ ਬਣੀਏ, ਵੀ ਇਹੋ ਜਿਹੇ ਬੰਦਿਆਂ ਨੂੰ ਕਿਉਂ ਨਾ ਅਸੀਂ ਜਿਹੜਾ ਹੈਗਾ ਪਿਛਲੇ ਦਰਵਾਜ਼ੇ ਰਾਹੀਂ ਉਰੇ ਲੈ ਕੇ ਆਈਏ ਵਿਧਾਨ ਪਰਿਸ਼ਦ ਰਾਹੀਂ। ਫਿਰ ਤੁਹਾਨੂੰ ਪਤਾ ਵੀ ਵਿਧਾਨ ਪਰਿਸ਼ਦ ਰਾਹੀਂ ਬੰਦਾ ਜਿਹੜਾ ਮੰਤਰੀ ਵੀ ਬਣ ਸਕਦਾ, ਮੁੱਖ ਮੰਤਰੀ ਵੀ ਬਣ ਸਕਦਾ। ਕਿਤੇ ਇਹ ਸੰਭਾਵੀ ਮੰਤਰੀ ਜਾਂ ਮੁੱਖ ਮੰਤਰੀ ਤਾਂ ਨਹੀਂ ਕੋਈ ਤਲਾਸ਼ ਕਰ ਰਹੇ ਵਿਧਾਨ ਪਰਿਸ਼ਦ ਦੇ ਥਰੂ। ਨੰਬਰ 1। ਨੰਬਰ 2 ਕਿ ਕਿਸੇ ਦੂਜੇ ਸੂਬੇ ਦਾ ਬੰਦਾ
ਵਿਧਾਨ ਕਿਸੇ ਦੂਜੇ ਸੂਬੇ ਦੀ ਵਿਧਾਨ ਪਰਿਸ਼ਦ ਵਿੱਚ ਜਾਣਾ ਕੋਈ ਜ਼ਿਆਦਾ ਮੁਸ਼ਕਲ ਨਹੀਂ ਹੈਗਾ। ਇੱਕ ਆਪਣੇ ਕੋਲ ਸੌਖੀ ਜਿਹੀ ਉਦਾਹਰਨ ਆ ਬਲਵੰਤ ਰਾਮੂ ਵਾਲੀ ਦੀ। ਪਹਿਲੇ ਇੱਕ ਦਿਨ ਅਕਾਲੀ ਦਲ ਛੱਡਿਆ, ਉਸੇ ਦਿਨ ਹੀ ਆਪਣੇ ਕਿਸੇ ਜਾਣਕਾਰ ਨੂੰ ਕਹਿ ਕੇ ਪੰਜਾਬ ਤੋਂ ਵੋਟ ਕਟਵਾਈ, ਉਧਰੋਂ ਉਸੇ ਦਿਨ ਹੀ ਅਖਿਲੇਸ਼ ਨੂੰ ਕਹਿ ਕੇ ਬਣਵਾ ਵੀ ਲਈ ਯੂਪੀ ਦੇ ਵਿੱਚ, ਵੋਟ ਬਣ ਗਈ, ਅਗਲੇ ਦਿਨ ਹੀ ਜੀ ਜਨਾਬ ਮੰਤਰੀ ਬਣ ਕੇ ਤੇ ਉਸੇ ਦਿਨ ਹੀ ਜਿਹੜਾ ਹੈਗਾ ਵਿਧਾਨ ਪਰਿਸ਼ਦ ਦੀ ਸਹੁੰ ਚੁੱਕ, ਕਿਉਂਕਿ ਵਿਧਾਨ ਪਰਿਸ਼ਦ ਉੱਥੇ ਹੈਗੀ ਆ। ਸੋ ਇਹ ਬਹੁਤ ਕੁਛ ਇਹਦੇ ਵਿੱਚ ਵੀ ਅੰਦਰ ਖਾਤੇ ਬੜਾ ਕੁਛ ਸ਼ਾਇਦ ਕੀ ਸੋਚ ਹੋਊਗੀ ਆਮ ਆਦਮੀ ਪਾਰਟੀ ਦੀ, ਇਹ ਤਾਂ ਹੁਣ ਉਹੀ ਜਾਣੇ। ਜੀ ਸੋ ਪ੍ਰੋਗਰਾਮ ਚੱਲ ਰਿਹਾ ਜੀ ਸ਼ਮਾਦਾਨ ਤੇ ਮੈਂ ਸਵਰਨ ਸਿੰਘ ਦਾਨੇਵਾਲੀਆ ਤੁਹਾਡੇ ਨਾਲ ਜੁੜਿਆ। ਆਪਾਂ ਵਪਾਰਕ ਵਕਫਾ ਲੈ ਲਈਏ ਤੇ ਫਿਰ ਆਪਾਂ ਤੁਹਾਡੇ ਨਾਲ ਦੁਬਾਰਾ ਤੋਂ ਜੁੜਦੇ। ਭੈਣ ਜੀ ਵਿਆਹ ਲਈ ਕੱਪੜਿਆਂ ਦੀ ਤੇ ਸ਼ਾਪਿੰਗ ਹੋ ਗਈ ਲਾਜਵਾਬ, ਪਰ ਜਿਊਲਰੀ ਕਿੱਥੋਂ ਲੈਣੀ ਹੈ? ਫਿਕਰ ਨਾ ਕਰੋ, ਜਿੱਥੇ ਲੋਕ ਸੂਟ ਦੇਖਦੇ ਰਹਿ ਜਾਣਗੇ ਉੱਥੇ ਗਹਿਣੇ ਦੇ ਡਿਜ਼ਾਈਨ ਦੀ ਵੀ ਤਾਰੀਫ ਕੀਤੇ ਬਿਨਾਂ ਰਹਿਣਗੇ ਨਹੀਂ, ਕਿਉਂਕਿ ਏਸੀ ਜਿਊਲਰਸ ਕੈਂਟ ਵਾਲਿਆਂ ਦੇ ਕੋਲ ਹੈ 22 ਕੈਰਟ ਦੇ ਸੋਨੇ ਦੇ ਗਹਿਣੇ, ਔਰਤਾਂ ਮਰਦਾਂ ਬੱਚਿਆਂ ਦੇ ਵੰਨ-ਸਵੰਨੇ ਗਹਿਣਿਆਂ ਦੀ ਬੇਸ਼ੁਮਾਰ ਤੇ ਲੇਟੈਸਟ ਵੈਰਾਈਟੀ। ਇਹਨਾਂ ਦੇ ਸ਼ੋਰੂਮ 'ਚ ਸੋਨੇ ਚਾਂਦੀ ਹੀਰਿਆਂ ਦੇ ਗਹਿਣੇ ਭਰੇ ਰਹਿੰਦੇ ਨੇ, ਜਿੱਥੇ ਹੈ ਕੁੰਦਨ ਸੈਟ, ਜੜਾਊ ਸੈਟ, ਪੋਲਕੀ ਸੈਟ, ਹੀਰੇ ਜੜੇ ਸੈਟ, ਲਾਈਟ ਵੇਟ ਨੈਕਲੇਸ, ਚੇਨ, ਕੜੇ, ਚੂੜੀਆਂ, ਨਗਾਂ ਵਾਲੀਆਂ ਸੋਹਣੀਆਂ ਮੁੰਦਰੀਆਂ, ਝੁਮਕੇ ਵਾਲੀਆਂ ਤੇ ਹੋਰ ਬਥੇਰਾ ਕੁਝ। ਏਸੀ ਜਿਊਲਰ ਸ਼ਟਲ ਵਿੱਚ ਹਰ ਹਫਤੇ ਨਵੀਂ ਸ਼ਿਪਮੈਂਟ ਆਉਂਦੀ ਹੈ। ਤੁਹਾਡੇ ਪਸੰਦ ਦੇ ਤੁਹਾਡੇ ਸਾਈਜ਼ ਮੁਤਾਬਕ ਗਹਿਣੇ 2 ਹਫ਼ਤਿਆਂ ਵਿੱਚ ਤਿਆਰ ਕਰਵਾ ਕੇ ਦਿੰਦੇ ਹਨ ਤੇ ਰਿਪੇਅਰ ਵੀ ਕਰਦੇ ਹਨ। 24 ਕੈਰਟ ਸੋਨੇ ਦੇ ਬਿਸਕੁਟ ਖਰੀਦ ਅਤੇ ਵੇਚ ਸਕਦੇ ਹੋ। 100% ਪਿਓਰ ਗਰੰਟੀ ਵਾਲੇ ਗਹਿਣੇ ਲੈਣ ਲਈ ਪਹੁੰਚੋ 25416 100 ਫੋਰਟ ਐਵੇਨਿਊ, ਸਾਊਥ ਈਸਟ, ਕੈਂਟ। ਓਏ ਮੇਰੇ ਵੀਰ, ਮੈਨੂੰ ਬਸ ਇੱਕ ਗੱਲ ਦੱਸ ਦੇ ਵੀ ਆ ਜਿਹੜੀ ਤੂੰ ਟਰੈਵਲਿੰਗ ਕਰਦਾ ਤੇ ਉਹਦੇ ਤੋਂ ਬਾਅਦ ਫਰੈਸ਼ ਰਹਿਣਾ, ਇਹਦਾ ਰਾਜ਼ ਕੀ ਹੈ? ਇਹਦਾ ਰਾਜ਼ ਹੈ ਅਰਲਿੰਗਟਨ ਫਿਊਲ ਸਟਾਪ। ਅਰਲਿੰਗਟਨ ਫਿਊਲ ਸਟਾਪ 1801 ਪਾਇਨੀਅਰ ਸਟਰੀਟ ਹਾਈਵੇ ਐਗਜ਼ਿਟ 208 ਤੇ, ਜਿੱਥੇ ਤੁਹਾਨੂੰ ਫ੍ਰੀ ਕਾਫੀ, ਫ੍ਰੀ ਫੈਕਸ ਸਰਵਿਸ, ਫ੍ਰੀ ਟਰੱਕ ਪਾਰਕਿੰਗ, ਰੋਟੀ, ਠੇਕਾ, ਲਾਂਡਰੀ, ਸ਼ਾਵਰ ਤੇ ਟਰੱਕਾਂ ਦਾ ਹੋਰ ਵੀ ਸਾਮਾਨ ਆਸਾਨੀ ਨਾਲ ਮਿਲੇਗਾ। ਹੁਣੇ ਕਾਲ ਕਰੋ 360 652 6066 ਯਾਨੀ 3606526066। ਇਹ 2 ਲੋਕੇਸ਼ਨਾਂ ਤੋਂ ਸੇਵਾਵਾਂ ਪ੍ਰਦਾਨ ਕਰਦੇ ਨੇ। ਸੈਕਿੰਡ ਲੋਕੇਸ਼ਨ ਲੌਸਟ ਹਿਲ ਟਰੈਵਲ ਸੈਂਟਰ 14814 ਐਲੋਮ ਸਟਰੀਟ, ਲੌਸਟ ਹਿਲਸ। ਫੋਨ ਨੰਬਰ 661 797 2354। ਹੁਣ ਰੀਫਰੈਸ਼ ਟਰੈਵਲ ਪਲਾਜ਼ਾ ਮਡੇਰਾ ਵਾਲੇ ਲੋਕਲ ਟਰੱਕ ਵੀਰਾਂ ਨੂੰ ਡੀਜ਼ਲ ਭਰਵਾਉਣ ਤੇ 39 ਸੈਂਟਸ ਪਰ ਗੈਲਨ ਦੀ ਰਿਬੇਟ ਦੇ ਰਹੇ ਹਨ। ਮੰਥ ਦੇ ਅਖੀਰ ਤੇ ਚੈੱਕ ਸਿੱਧਾ ਘਰੇ ਪਹੁੰਚ ਜਾਏਗਾ। 25 ਏਕੜ ਦੇ ਇਸ ਕੰਪਲੈਕਸ 'ਚ ਹਨ ਸਾਫ਼ ਸੁਥਰੇ ਸ਼ਾਵਰ, ਟਾਇਰ ਸ਼ਾਪ ਤੇ ਰਿਪੇਅਰ ਸ਼ਾਪ ਵੀ ਜਲਦੀ ਸ਼ੁਰੂ ਹੋਣਗੇ। ਦੇਸੀ ਘਿਓ ਦੇ ਤੜਕੇ ਵਾਲਾ ਪਿਓਰ ਪੰਜਾਬੀ ਵੈਜ ਤੇ ਨਾਨ ਵੈਜ ਖਾਣਾ, ਫਿਰ ਕਿਤੇ ਹੋਰ ਕਿਉਂ ਜਾਣਾ? ਰੀਫਰੈਸ਼ ਟਰੈਵਲ ਪਲਾਜ਼ਾ, TA ਮਡੇਰਾ, ਐਗਜ਼ਿਟ 144, ਹਾਈਵੇ 99। ਕਾਲ ਸਚਿਨ ਮਲਿਕ ਜਾਂ ਰਵੀ ਗਰੇਵਾਲ at 5599647787। ਬਹੁਤ ਜਲਦ ਬੇਕਰਸਫੀਲਡ ਵੀ ਖੁੱਲ ਰਿਹਾ ਹੈ ਇੱਕ ਨਵਾਂ ਪਾਇਲਟ ਟਰੱਕ ਸਟਾਪ 99 ਐਂਡ ਟੈਫਟ ਹਾਈਵੇ ਤੇ। ਸੋ ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਤੁਸੀਂ ਇਸ ਵਕਤ ਸਾਡੇ ਨਾਲ ਬਠਿੰਡਾ ਸਟੂਡੀਓ ਤੋਂ ਜੁੜੇ ਹੋਏ ਹੋ ਤੇ ਮੇਰੇ ਨਾਲ ਨੇ ਇਸ ਵਕਤ ਬਣੇ ਹੋਏ ਸ਼ਵਿੰਦਰ ਜੀ ਹੋਰੀ। ਤੇ ਸ਼ਵਿੰਦਰ ਜੀ, ਆਪਾਂ ਅੱਗੇ ਫਿਰ ਗੱਲਬਾਤ ਤੋਰੀਏ ਤਾਂ ਸਟਾਲਿਨ ਦੇ ਮੁੰਡੇ ਨੇ ਇਹੋ ਜਿਹਾ ਕੀ ਬਿਆਨ ਦੇਤਾ ਕਿ ਜਿਹੜਾ ਪੰਗਾ ਖੜਾ ਹੋ ਗਿਆ, ਵਿਵਾਦ ਖੜਾ ਹੋ ਗਿਆ? ਪੰਗਾ ਖੜਾ ਇਸ ਲਈ ਹੋਇਆ ਜੀ, ਉਹ ਬੀਜੇਪੀ ਨੂੰ ਮੌਕਾ ਵੀ ਮਿਲ ਗਿਆ ਗੱਲ ਕਰਨ ਦਾ, ਪਰ ਇਹਦੇ ਤੇ ਗੱਲ ਕਰਨ ਦਾ ਜਿਹੜਾ ਮੌਕਾ ਮਿਲਿਆ ਉਹ ਕੀ ਗੱਲ, ਕਿੰਨੀ ਕੁ ਦਮਦਾਰ, ਇਹਦੇ ਬਾਰੇ ਆਪਾਂ ਜਾਂਚ ਕਰਨੀ ਹੈ। ਕਿਉਂਕਿ DMK ਦੀ ਪਾਰਟੀ ਹੈ, ਉਹਦਾ ਮੁਖੀ MK ਸਟਾਲਿਨ ਹੈ, ਮੁੱਖ ਮੰਤਰੀ ਹੈ ਤਮਿਲਨਾਡੂ ਦਾ, ਉਹਨਾਂ ਦਾ ਬੇਟਾ ਹੈ ਉਦੈਨਿਧੀ ਠਾਕੁਰ, ਉਦੈਨਿਧੀ ਸਟਾਲਿਨ ਜੀ। ਉਦੈਨਿਧੀ ਸਟਾਲਿਨ ਜਿਹੜਾ ਉਹ DMK ਦੇ ਯੂਥ ਵਿੰਗ ਆ ਜੋ ਉਹਦਾ ਸਕੱਤਰ ਵੀ ਹੈ, ਨਾਲ ਦੀ ਨਾਲ ਉਹ ਨੌਜਵਾਨ ਭਲਾਈ ਮੰਤਰੀ ਵੀ ਬਣਿਆ ਹੋਇਆ ਹੈਗਾ ਜੀ। ਉਹਨਾਂ ਨੇ ਇੱਕ ਸਮਾਗਮ ਸੀਗਾ ਜਿਹਦੇ ਵਿੱਚ ਸਮਾਗਮ ਸੀ ਪ੍ਰੋਗਰੈਸਿਵ ਰਾਈਟਰਸ ਐਂਡ ਆਰਟਿਸਟ ਐਸੋਸੀਏਸ਼ਨ ਦੀ ਬੈਠਕ ਸੀਗੀ ਜੀ, ਉਹਨੂੰ ਸੰਬੋਧਨ ਕੀਤਾ। ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਜੋ ਸਨਾਤਨ ਧਰਮ ਹੈ, ਸਨਾਤਨ ਧਰਮ ਕਥਿਤ ਜੋ ਬਰਾਬਰੀ ਤੇ ਸਮਾਜਿਕ ਨਿਆਂ ਦੇ ਖਿਲਾਫ ਹੈਗਾ ਜੀ, ਤੇ ਇਹਨੂੰ ਖਤਮ ਕੀਤਾ ਜਾਣਾ ਚਾਹੀਦਾ। ਉਹਨਾਂ ਨੇ ਇਹ ਵੀ ਕਿਹਾ ਕਿ ਮੁੱਖ ਮੰਤਰੀ MK ਸਟਾਲਿਨ ਦੇ ਪੁੱਤਰ ਨੇ ਕਿ ਸਨਾਤਨ ਧਰਮ ਹੈ, ਇਹਨੂੰ ਕਰੋਨਾ ਵਾਇਰਸ, ਮਲੇਰੀਆ ਤੇ ਡੇਂਗੂ ਵਾਇਰਸ ਤੇ ਮੱਛਰਾਂ ਕਰਕੇ ਬੁਖਾਰ ਵਾਂਗ ਹੈਗਾ, ਇਹ ਅਜਿਹੀਆਂ ਚੀਜ਼ਾਂ ਦਾ ਵਿਰੋਧ ਨਹੀਂ ਬਲਕਿ ਇਹਨੂੰ ਖਤਮ ਕੀਤਾ ਜਾਣਾ ਚਾਹੀਦਾ। ਵੀ ਇਕੱਲੇ ਵਿਰੋਧ ਨਾਲ ਨਹੀਂ ਗੱਲ ਸਰਨੀ, ਇਹਨੂੰ ਪੂਰੀ ਤਰ੍ਹਾਂ ਖਤਮ ਕਰਨਾ ਹੀ ਠੀਕ ਹੈਗਾ। ਨਾਲ ਹੀ ਉਹਨਾਂ ਨੇ ਵੀ ਕਿਹਾ ਕਿ ਜਿਹੜਾ ਤੁਸੀਂ ਲੋਕਾਂ ਨੇ ਕਿਹਾ ਵੀ ਇੱਕ ਥੀਮ ਰੱਖਿਆ ਸਨਾਤਨ ਧਰਮ ਨੂੰ ਕਿਵੇਂ ਉਹ ਕੀਤਾ ਜਾਵੇ, ਛੁਟਕਾਰਾ ਹੋਵੇ, ਇਹ ਥੀਮ ਬੜਾ ਵਧੀਆ ਥੀਮ ਦੀ ਤੁਸੀਂ ਉਹਨੇ ਪ੍ਰਸ਼ੰਸਾ ਕੀਤੀ ਹੈ। ਹੁਣ BJP ਨੇ ਕਹਿ ਦਿੱਤਾ ਕਿ ਦੇਖੋ ਜੀ ਇੰਡੀਆ ਅਲਾਇੰਸ ਦਾ ਹਿੱਸਾ ਹੈਗਾ ਸਟਾਲਿਨ ਦੀ ਪਾਰਟੀ, ਇਹ ਪੂਰਾ ਇੰਡੀਆ ਅਲਾਇੰਸ ਹੀ ਸਨਾਤਨ ਧਰਮ ਦੇ ਉਲਟ ਹੈਗਾ ਤੇ ਇਸ ਕਰਕੇ ਜੀ ਅਸੀਂ ਇਹ ਤਾਂ ਵਿਰੋਧ ਕਰਦੇ ਹਾਂ। ਤੇ ਹੋਇਆ ਕੀ ਕਿ ਉਦੈਨਿਧੀ ਤੋਂ ਬਾਅਦ 2 ਬਿਆਨ ਹੋ ਰਹੇ ਨੇ ਆ ਗਏ, ਇੱਕ ਤਾਂ ਚਿੰਦਬਰਮ ਦੇ ਮੁੰਡੇ ਦਾ ਆ ਗਿਆ, ਕਾਰਤਿਕ ਚਿੰਦਬਰਮ ਦਾ, ਇੱਕ ਮਲਕਰਜਨ ਖੜਗੇ ਦੇ ਮੁੰਡੇ ਦਾ ਵੀ ਆ ਗਿਆ, ਜਿਹੜਾ ਕਿ
ਸਟਾਲਿਨ ਦੇ ਮੁੰਡੇ ਦੇ ਬਿਆਨ ਨਾਲ ਬਿਲਕੁਲ ਹੂਬਹੂ ਹੈ, ਮੇਲ ਖਾਂਦਾ ਹੈ। ਜੇ ਬੀਜੇਪੀ ਨੂੰ ਹੋਰ ਮੌਕਾ ਮਿਲ ਗਿਆ ਤੇ ਇਹਨਾਂ ਨੇ ਅੱਜ ਪੂਰਾ, ਜਦੋਂ ਤੁਸੀਂ ਮੇਰੇ ਨਾਲ ਗੱਲ ਕਰ ਰਹੇ ਹੋ, ਹੁਣ ਗੋਦੀ ਮੀਡੀਆ ਇਸੇ ਤੇ ਲੱਗਿਆ ਹੋਇਆ ਵੀ ਦੇਖੋ ਜੀ ਹਿੰਦੂ ਧਰਮ ਦੀ ਬੇਅਦਬੀ ਹੋ ਗਈ, ਸਨਾਤਨ ਧਰਮ ਦੀ ਬੇਅਦਬੀ ਹੋ ਗਈ, ਵਗੈਰਾ ਵਗੈਰਾ। ਦੇਖੋ ਪਹਿਲੀ ਚੀਜ਼ ਇਹ ਹੈਗੀ ਆ ਕਿ ਇਹਨੂੰ ਦੋ ਢੰਗ ਨਾਲ ਦੇਖਿਆ ਜਾਣਾ ਚਾਹੀਦਾ। ਜਿਹੜਾ ਤਮਿਲਨਾਡੂ ਸਟੇਟ ਹੈਗਾ ਨਾ, ਜਾਂ ਸਾਊਥ ਦਾ ਜਿਹੜਾ ਏਰੀਆ ਸਾਰਾ, ਖਾਸ ਕਰ ਤਮਿਲਨਾਡੂ, ਇਹ ਪੈਰੀਅਰ ਦਾ ਇਲਾਕਾ ਹੈਗਾ। ਪੈਰੀਅਰ ਇੱਕ ਵਿਦਵਾਨ ਹੋਏ ਨੇ ਜਿਨ੍ਹਾਂ ਨੇ ਹਿੰਦੂ ਧਰਮ ਦੇ ਜਾਤੀਵਾਦ ਦਾ ਵਿਰੋਧ ਕੀਤਾ, ਸਨਾਤਨ ਧਰਮ ਦਾ ਵਿਰੋਧ ਕੀਤਾ, ਤੇ ਉਹਨਾਂ ਨੇ ਆਪਣੇ ਆਪ ਨੂੰ ਨਾਸਤਿਕ ਲਿਖਾਇਆ। ਤੇ ਜਿੰਨੀਆਂ ਵੀ ਉੱਥੇ ਦੀਆਂ ਕੇਰਲ ਦੀਆਂ ਪਾਰਟੀਆਂ, ਉਹਨਾਂ ਦੇ ਉੱਤੇ ਡੂੰਘਾ ਪ੍ਰਭਾਵ ਹੈਗਾ, ਚਾਹੇ ਉਹ ਮਮਤਾ ਬੈਨਰਜੀ ਦੀ ਪਾਰਟੀ ਸੀ, ਚਾਹੇ ਇਹਨਾਂ ਦੀ ਪਾਰਟੀ ਹੈਗੀ ਆ, ਕਿ ਉਹ ਪੈਰੀਅਰ ਨੂੰ ਆਪਣਾ ਗੁਰੂ ਮੰਨਦੇ ਨੇ। ਤੇ ਕਰੁਣਾਨਿਧੀ ਵੀ ਲਗਭਗ ਏਦਾਂ ਹੀ ਸੀਗੇ, ਉਹ ਵੀ ਇੱਕ ਤਰ੍ਹਾਂ ਦਾ ਐਲਾਨੀਆ ਨਾਸਤਿਕ ਸੀਗੇ ਤੇ ਹਿੰਦੂ ਧਰਮ ਦੇ ਜਿਹੜੇ ਕਰਮਕਾਂਡਾਂ ਦੇ ਉਹ ਵਿਰੋਧੀ ਸੀਗੇ। ਹੁਣ ਸਨਾਤਨ ਧਰਮ ਸਾਰਾ ਵੈਸੇ ਕਰਮਕਾਂਡ ਦੇ ਉੱਤੇ ਉਸਰਿਆ ਹੋਇਆ ਹੈਗਾ, ਨੰਬਰ 1। ਅੱਛਾ, ਦੂਜੀ ਚੀਜ਼ ਇਹ ਹੈਗੀ ਆ ਕਿ ਜਦੋਂ ਬੀਜੇਪੀ ਕਹਿੰਦੀ ਹੈ ਕਿ ਇੱਕ ਰਾਸ਼ਟਰ ਇੱਕ ਭਾਰਤ, ਬਈ ਇੱਕ ਭਾਰਤ ਐਵੇਂ ਨਹੀਂ ਬਣ ਜਾਂਦਾ ਵੀ ਤੁਸੀਂ ਸਨਾਤਨ ਵਾਲਾ ਵਿਚਾਰ ਨਹੀਂ ਥੋਪ ਸਕਦੇ। ਇੱਥੇ ਤੁਹਾਨੂੰ ਇਹ ਪਤਾ ਲੱਗਦਾ ਵੀ ਭਾਰਤ ਵਿੱਚ ਬਹੁਤ ਸਾਰੀਆਂ ਵਿਚਾਰਧਾਰਾਵਾਂ ਨੇ, ਬਹੁਤ ਸਾਰੀਆਂ ਮਾਨਤਾਵਾਂ ਨੇ। ਜਦੋਂ ਤੁਸੀਂ ਸਾਰੇ ਭਾਰਤ ਦੀ ਨੂੰ ਇੱਕ ਦੀ ਗੱਲ ਕਰਦੇ ਹੋ ਨਾ, ਤੁਹਾਨੂੰ ਐਕਸੈਪਟ ਕਰਨਾ ਪਏਗਾ। ਸਾਰਾ ਭਾਰਤ ਉਦੋਂ ਹੀ ਬਣਦਾ ਜਦੋਂ ਤੁਸੀਂ ਸਾਰੇ ਭਾਰਤ ਦੇ ਵਿਚਾਰਾਂ ਨੂੰ, ਚਾਹੇ ਉਹ ਨਾਸਤਿਕ ਹੈ, ਚਾਹੇ ਉਹ ਆਸਤਿਕ ਹੈ, ਚਾਹੇ ਉਹ ਕੋਈ ਵੀ ਧਰਮ ਦਾ ਬੰਦਾ, ਉਹਨੂੰ ਐਕਸੈਪਟ ਕਰੋਗੇ। ਤੇ ਜਦੋਂ ਤੁਸੀਂ ਉਹਨੂੰ ਸਪੇਸ ਦਓਗੇ, ਕਿਉਂਕਿ ਇਹ ਵਿਚਾਰ ਜਿਹੜੇ ਹੈਗੇ ਆ ਉਹ ਲੜਨ ਲਈ ਨਹੀਂ ਹੁੰਦੇ, ਇਹ ਚਰਚਾ ਕਰਨ ਲਈ ਹੁੰਦੇ ਨੇ। ਦੂਜੀ ਗੱਲ ਹੈਗੀ ਆ, ਹੁਣ ਸਨਾਤਨ ਦਾ ਇਕੱਲਾ ਇਹੀ ਵਿਰੋਧੀ ਨਹੀਂ ਦੇਖਿਆ ਜਾਵੇ ਤਾਂ ਸਿੱਖ ਧਰਮ ਵੀ ਵਿਰੋਧੀ ਹੈ ਸਨਾਤਨ ਦਾ। ਗੁਰੂ ਨਾਨਕ ਸਾਹਿਬ ਨੇ ਜਿਹੜਾ ਸਿੱਧੇ ਤੌਰ ਤੇ ਸਨਾਤਨੀ ਵਿਚਾਰਾਂ ਨੂੰ ਜਿਹੜਾ ਹੈਗਾ ਚੈਲੰਜ ਕੀਤਾ, ਚੈਲੰਜ ਹੀ ਨਹੀਂ ਕੀਤਾ, ਉਹ ਤਾਂ ਸ਼੍ਰੀ ਰਾਮ ਨੂੰ ਵੀ ਚੈਲੰਜ ਕਰਦੇ ਨੇ ਕਿ ਇੱਕ ਰਾਮ ਦਸ਼ਰਥ ਦਾ ਬੇਟਾ, ਇੱਕ ਰਾਮ ਸਾਡਾ। ਉਹ ਜਿਹੜੀ ਪੂਰੀ ਬਾਣੀ ਚੱਲਦੀ ਹੈ ਉਹਨਾਂ ਦੀ, ਉਹਦੇ ਵਿੱਚ ਅੱਛਾ ਇੱਥੇ ਹੀ ਬਸ ਨਹੀਂ ਹੁੰਦੀ। ਕਬੀਰ ਸਾਹਿਬ ਸਭ ਤੋਂ ਮੁੱਖ ਰੂਪ ਦੇ ਵਿੱਚ ਜਿਹੜਾ ਸਨਾਤਨੀ ਜਿਹੜੇ ਵਿਚਾਰ ਨੇ ਉਹਨਾਂ ਦੀ ਮੁਖਾਲਫਤ ਕਰਦੇ ਨੇ। ਫਿਰ ਤੁਹਾਨੂੰ ਜਿਹੜਾ ਹੈਗਾ, ਹੁਣ ਦੱਸੋ ਫਿਰ ਬੀਜੇਪੀ ਦਾ ਲੁੱਕ ਲੈਣਾ ਕੀ? ਫਿਰ ਤੁਸੀਂ ਨਾਨਕ ਦੇ ਵੀ ਵਿਰੋਧੀ ਹੋ, ਕਬੀਰ ਦੇ ਵੀ ਵਿਰੋਧੀ ਹੋ, ਰਵਿਦਾਸ ਜੀ ਦੇ ਵੀ ਵਿਰੋਧੀ ਹੋ। ਅੱਛਾ, ਫਿਰ ਮੁਸਲਮਾਨ ਧਰਮ ਤਾਂ ਵੈਸੇ ਤੁਹਾਨੂੰ ਖੜਕਦਾ ਬੁੱਧ ਧਰਮ ਹੈ। ਬੁੱਧ ਧਰਮ ਵੀ ਸਨਾਤਨੀ ਵਿਚਾਰਧਾਰਾ ਦੇ ਉਲਟੀ ਪੈਦਾ ਹੋਇਆ ਸੀਗਾ, ਜੈਨ ਵੀ ਏਦਾਂ ਹੀ ਪੈਦਾ ਹੋਇਆ ਸੀਗਾ। ਅਸਲ ਵਿੱਚ ਨਾ ਜਿਹੜਾ ਦਲਿਤ ਵਿਚਾਰਧਾਰਾ ਸਾਰੀ ਹੈ, ਦਲਿਤਾਂ ਦਾ ਜਿਹੜਾ ਜੇ ਸੋਚ, ਦਲਿਤ ਮੁਕਤੀ ਦੀ ਜਿੱਥੋਂ ਗੱਲ ਚੱਲਦੀ ਆ, ਉਹ ਵੀ ਸਾਰੀ ਸਨਾਤਨ ਵਿਚਾਰਧਾਰਾ ਦੇ ਉਲਟ ਖੜੀ ਹੈਗੀ ਆ। ਅਸਲ 'ਚ ਮਸਲਾ ਕੀ ਹੈ ਕਿ ਸਨਾਤਨ ਜਿਹੜਾ ਸੋਚ ਹੈ ਨਾ, ਉਹ ਭਾਰਤ ਦੇ ਉੱਤਰ ਭਾਰਤ ਦੇ ਇੱਕ ਛੋਟੇ ਜਿਹੇ ਹਿੱਸੇ ਦੀ ਸੋਚ ਹੈ ਇਸ ਸਮੇਂ ਦੀ ਗੱਲ ਕਰੀ, ਕਿਉਂਕਿ ਸਾਡੇ 'ਚ ਇੰਨੀ ਡਾਇਵਰਸਿਟੀ ਹੈ। ਆਪਣਾ ਦਾਨੇਵਾਲ ਸਾਹਿਬ, ਹਿੰਦੂ ਧਰਮ ਖੁਦ ਵੀ ਜਿਹੜਾ ਇੱਕ ਨਹੀਂ ਹੈਗਾ, ਕਿਉਂਕਿ ਬਹੁਤ ਸਾਰੇ ਬੰਦੇ ਜਿਹੜੇ ਹੈਗੇ ਬੁੱਤ ਪੂਜਕ ਨੇ, ਬਹੁਤ ਸਾਰੇ ਬੁੱਤ ਤੋੜਕ ਨੇ, ਬਹੁਤ ਸਾਰੇ ਬੁੱਤਾਂ ਨੂੰ ਨਹੀਂ ਮੰਨਣ ਵਾਲੇ ਨੇ, ਬਹੁਤ ਸਾਰੇ ਨਾਸਤਿਕ ਵੀ ਨੇ, ਤੇ ਕੁਝ ਵੈਸ਼ਨੂ ਵੀ ਨੇ, ਤੇ ਕੁਝ ਮਾਸਾਹਾਰੀ ਵੀ ਨੇ। ਜਿਹੜੇ ਹੁਣ ਮੰਨ ਲਓ ਕਿ ਹਿੰਦੂ ਧਰਮ ਨੂੰ ਇਹ ਲੋਕਾਇਤ ਤੇ ਸਾਂਖ ਨੂੰ ਤਾਂ ਹਿੰਦੂ ਧਰਮ ਦਾ ਹੀ ਅੰਗ ਮੰਨਦੇ ਨੇ। ਚਲੋ ਉਹਨੂੰ ਨਹੀਂ ਮੰਨਦੇ ਹੈਗੇ, ਚਾਰਵਾਕ ਨੂੰ ਨਹੀਂ ਮੰਨਦੇ, ਚਾਰਵਾਕ ਨੂੰ ਤਾਂ ਗਾਲਾਂ ਕੱਢਦੇ ਨੇ, ਪਰ ਸਾਂਖ ਤੇ ਲੋਕਾਇਤ ਨੂੰ ਤਾਂ ਮੰਨਦੇ ਨੇ। ਹੁਣ ਸਾਂਖ ਤੇ ਲੋਕਾਇਤ ਵੀ ਨਾਸਤਿਕ ਹੈਗੇ ਨੇ, ਜਿਹਦੇ ਬਾਰੇ ਆਪਣਾ ਬਾਬਾ ਕਹਿੰਦਾ 6 ਕਰ 6 ਗੁਰ 6 ਉਪਦੇਸ਼, ਇਹਦੇ ਵਿੱਚ 2 ਮਟੀਰੀਅਲਿਸਟਿਕ ਨੇ ਬਿਲਕੁਲ। ਤੇ ਹੁਣ ਤੁਸੀਂ ਇਹਨਾਂ ਨੂੰ ਕਿੱਥੇ ਰੱਖੋਗੇ? ਇਸ ਕਰਕੇ ਇਹ ਜਿਹੜੇ ਨਾ ਵਿਚਾਰ ਹੁੰਦੇ ਨੇ, ਇਹ ਵਿਚਾਰ ਸੰਵਾਦ ਲਈ ਹੁੰਦੇ ਨੇ, ਇਹਨਾਂ ਵਿੱਚੋਂ ਕੁਝ ਨਵਾਂ ਕੱਢਣਾ ਹੁੰਦਾ, ਇਹ ਲੋਕਾਂ ਨੂੰ ਭੜਕਾਉਣ ਲਈ ਨਹੀਂ ਹੁੰਦੇ। ਹੁਣ ਹੁੰਦਾ ਕੀ ਹੈ ਵੀ ਲੋਕਾਂ ਨੇ ਵਿਚਾਰਿਆਂ ਨੇ ਪੜਿਆ ਘੱਟ ਹੁੰਦਾ, ਇਹਨਾਂ ਨੇ ਕਹਿ ਦੇਣਾ ਕਿ ਦੇਖੋ ਜੀ ਸਨਾਤਨੀ ਵਿਚਾਰਧਾਰਾ ਦੇ ਇਹ ਵਿਰੋਧੀ ਨੇ, ਫਲਾਨਾ ਨੇ, ਉਹ ਤੁਸੀਂ ਵਿਰੋਧ ਕਰ ਦੇਣਾ। ਅੱਛਾ, ਇੱਕ ਕੰਮ ਦੀ ਗੱਲ ਹੋਰ ਦੱਸ ਚਾਹੁੰਦਾ, ਰਾਮ ਮਾਂਝੀ ਉਹ ਬੀਜੇਪੀ ਦੇ ਨਾਲ ਹੀ ਜੁੜੇ ਹੋਏ ਨੇ। ਬੀਜੇਪੀ ਉਹ ਹੈ ਪਾਰਟੀ ਵੱਖਰੀ ਹੈ, ਪਰ ਗੱਠਜੋੜ ਬੀਜੇਪੀ ਦਾ। ਉਹਨੇ ਇੱਕ ਵਾਰ ਕਿਹਾ ਸੀ ਕਿ ਮੈਂ ਸ਼੍ਰੀ ਰਾਮ ਚੰਦਰ ਨੂੰ ਨਹੀਂ ਮੰਨਦਾ ਹੈ, ਪਰ ਅਜੇ ਤੱਕ ਗੱਠਜੋੜ ਕੀਤਾ ਹੋਇਆ, ਤੋੜਿਆ ਨਹੀਂ ਗੱਠਜੋੜ। ਅੱਛਾ, ਬੀਜੇਪੀ ਦਾ ਇੱਕ ਹੋਰ ਲੀਡਰ ਹੈ ਇਸ ਸਮੇਂ ਵੀ ਬੀਜੇਪੀ ਦੇ ਨਾਲ ਆ, ਜਦੋਂ ਸਮਾਜਵਾਦੀ ਪਾਰਟੀ ਵਿੱਚ ਸੀਗਾ, ਉਹਦੇ ਪੁੱਤਰ ਨੇ ਕਿਹਾ, ਸੰਸਦ ਦੇ ਵਿੱਚ ਕਿਹਾ ਕਿ ਰਾਮ ਦਾ ਮਤਲਬ ਰਾਮ ਹੁੰਦਾ, ਜਾਨਕੀ ਦਾ ਮਤਲਬ ਜਨ ਹੁੰਦਾ, ਤੇ ਇਥੋਂ ਰੌਲਾ ਪਿਆ। ਉਦੋਂ ਬਾਅਦ ਤੁਰੰਤ ਸਾਲ ਕੁ ਬਾਅਦ ਉਹ ਲੀਡਰ ਸਾਹਿਬਾਨ ਬੀਜੇਪੀ ਸ਼ਾਮਲ ਹੋ ਜਾਂਦਾ, ਬੀਜੇਪੀ ਨੂੰ ਕੋਈ ਇਤਰਾਜ਼ ਨਹੀਂ ਹੁੰਦਾ। ਹੁਣ ਸਵਾਲ ਇਹ ਹੈਗਾ ਵੀ ਏਦਾਂ ਦੀ ਸੋਚ ਵਾਲੇ ਜਿਹੜੇ ਤੁਹਾਡੀ ਪਾਰਟੀ 'ਚ ਨੇ, ਉਹਨਾਂ ਨੂੰ ਤਾਂ ਤੁਸੀਂ ਕੁਝ ਕਹਿੰਦੇ ਨਹੀਂ ਹੈਗੇ। ਜੇ ਕੋਈ ਹੋਰ ਆਪਣਾ ਵਿਚਾਰ ਪ੍ਰਗਟ ਕਰਦਾ, ਕਿਉਂਕਿ ਜਿਹੜਾ ਇਹ ਸਟਾਲਿਨ ਦੇ ਮੁੰਡੇ ਨੇ ਕੀਤਾ, ਇਹ ਭੜਕਾਉਣ ਲਈ ਨਹੀਂ, ਇਹ ਅਸਲ ਵਿੱਚ ਉੱਥੇ ਦੀ ਸਭਿਅਤਾ ਦੇ ਵਿੱਚ ਉਹਨਾਂ ਦੀ ਮੂਵਮੈਂਟਾਂ 'ਚੋਂ ਨਿਕਲਿਆ ਹੋਇਆ ਵਿਚਾਰ ਹੈਗਾ ਇਹ। ਤੁਹਾਨੂੰ ਜੇ ਆਈਡੀਆ ਆਫ ਇੰਡੀਆ ਦੀ ਗੱਲ ਕਰਨੀ ਹੈਗੀ ਆ, ਤੁਸੀਂ ਜਿਹੜੇ ਜਿਵੇਂ ਅੱਜ ਮੋਦੀ ਕਹਿੰਦਾ ਵੀ ਸਮੁੱਚਾ ਭਾਰਤ ਫਲਾਨਾ ਭਾਰਤ, ਤਾਂ ਉਹ ਫਲਾਨੇ ਉਸ ਭਾਰਤ ਦੀਆਂ ਜਿੰਨੀਆਂ ਵਿਚਾਰਧਾਰਾਵਾਂ ਉਹਨਾਂ ਨੂੰ ਵੀ ਸਪੇਸ ਦੇਣੀ ਪਊਗੀ, ਨਾ ਕਿ ਉਹਨਾਂ ਨੂੰ ਵਿਰੋਧ ਕਰਨਾ ਪਏਗਾ। ਜੀ, ਸੋ ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ, ਮਿਹਰਬਾਨੀ, ਧੰਨਵਾਦ ਜੀ। ਸ਼ੁਕਰੀਆ। ਸੋ ਇਹ ਸਨ ਮੇਰੇ ਨਾਲ ਸ਼ਵਿੰਦਰ ਜੀ, ਤੇ ਹੁਣ ਇੱਕ ਵਪਾਰਕ ਵਕਫਾ ਤੇ ਫਿਰ ਮੇਰੇ ਨਾਲ ਜੁੜਨਗੇ।